ਹੈਲੋ ਗਾਇਜ਼, ਵੈਲਕਮ ਮਾਈ ਚੈਨਲ। ਅੱਜ ਅਸੀਂ ਕਰਨ ਜਾ ਰਹੇ ਜਮਾਤ 10ਵੀਂ ਦੇ ਪੰਜਾਬੀ ਏ ਪੇਪਰ ਦੀ ਫੁੱਲ ਦੁਹਰਾਈ, ਉਹ ਵੀ ਪੇਪਰ ਪੈਟਰਨ ਅਕੋਰਡਿੰਗ। ਸਭ ਤੋਂ ਪਹਿਲਾਂ ਆਪਣਾ ਪੇਪਰ ਦਾ ਸਟਰਕਚਰ ਕਿਹੋ ਜਾਏਗਾ, ਕਿਹੜੇ ਪਾਠਕ੍ਰਮ ਤੋਂ ਕਿੰਨੇ ਮਾਰਕਸ ਦਾ ਪੇਪਰ ਆਏਗਾ, ਇਹ ਸਾਰੀ ਡਿਟੇਲ। ਤੇ ਹੁਣ ਇਹ ਵਿਸ਼ੇਸ਼ ਹਦਾਇਤਾਂ। ਪਹਿਲਾ ਪ੍ਰਸ਼ਨ ਸੁੰਦਰ ਲਿਖਾਈ। ਇਹ ਅੰਕ ਸਾਰੇ ਪ੍ਰਸ਼ਨ ਦੇ ਉੱਤਰ ਦੇਣ ਦੀ ਕੀਤੀ ਲਿਖਾਈ ਨੂੰ ਦੇਖ ਕੇ ਕੀਤੇ ਜਾਣਗੇ। ਵਸਤੂਨਿਸ਼ਟ ਪ੍ਰਸ਼ਨ। ਰਸ਼ੀਦ ਦਾ ਪੁੱਤਰ ਅਸਲਮ ਕਿੱਥੇ ਰਹਿੰਦਾ ਸੀ? ਅਮਰੀਕਾ। ਵੀਰਾਵਲੀ ਵਜ਼ੀਰੇ ਦੀ ਕੀ ਲੱਗਦੀ ਸੀ? ਮਾਂ। ਬੰਤੇ ਦੇ ਮੁੰਡੇ ਤੇ ਕਿੰਨੀਆਂ ਕੁੜੀਆਂ ਸਨ? ਇੱਕ ਮੁੰਡਾ ਤੇ 2 ਕੁੜੀਆਂ। ਬੰਤੇ ਦੇ ਵਾਲ ਕਿਸਨੇ ਕਟਵਾ ਦਿੱਤੇ ਸਨ? ਵੱਡੇ ਮਾਮੇ ਨੇ। ਮਨਜੀਤ ਦਾ ਪਤੀ ਕੌਣ ਸੀ? ਸੁਖਦੇਵ। ਬੰਤੇ ਨੂੰ ਆਪਣੀ ਕਿਹੜੀ ਮਾਮੀ ਸਭ ਤੋਂ ਚੰਗੀ ਲੱਗਦੀ ਸੀ? ਛੋਟੀ ਮਾਮੀ। ਬਾਬਾ ਰਾਮ ਸਿੰਘ ਪੈਰੋਕਾਰ ਕੀ ਅਖਵਾਉਂਦੇ ਸਨ? ਨਾਮਤਾਰੀ ਜਾਂ ਕੁੱਕੇ। ਰਸ਼ੀਦ ਕਿੱਥੇ ਨੌਕਰੀ ਕਰਦਾ ਸੀ? ਦਿੱਲੀ ਦੇ ਦਫ਼ਤਰ ਵਿੱਚ। ਅਮੀਰ ਘਰਾਂ ਵਿੱਚ ਕਿਹਨਾਂ ਦੀ ਸਿਹਤ ਠੀਕ ਰਹਿੰਦੀ ਹੈ? ਨੌਕਰਾਂ ਦੀ। ਜ਼ਫਰਨਾਮਾ ਇਕਾਂਗੀ ਦੇ ਲੇਖਕ ਦਾ ਨਾਂ ਕੀ ਹੈ? ਡਾਕਟਰ ਹਰਚਰਨ ਸਿੰਘ। ਬੰਤਾ ਪੜ੍ਹਨੋਂ ਕਿਉਂ ਹਟ ਗਿਆ ਸੀ? ਬਾਪ ਦੀ ਮੌਤ ਕਾਰਨ। ਦਿਆਲੇ ਦੀ ਘਰਵਾਲੀ ਕਿੱਥੇ ਗਈ ਹੋਈ ਸੀ? ਪੇਕੇ ਘਰ। ਪੂਰਨ ਦਾ ਜਨਮ ਕਿੱਥੇ ਹੋਇਆ ਸੀ? ਸਿਆਲਕੋਟ। ਭਾਈ ਗੁਰਦਾਸ ਜੀ ਦੀ ਕਿਸੇ ਇੱਕ ਕਵਿਤਾ ਦਾ ਨਾਮ ਲਿਖੋ। ਦੇਖ ਪਰਾਈਆਂ ਚੰਗੀਆਂ। ਸਿੱਖ ਦੀ ਅਰਦਾਸ ਵਿੱਚ ਕਿਸ ਚੀਜ਼ ਦੀ ਮੰਗ ਹੁੰਦੀ ਹੈ? ਸਰਬੱਤ ਦੇ ਭਲੇ ਦੀ। ਲੇਖਕ ਦੇ ਦਾਦੇ ਕਿੰਨੇ ਭਰਾ ਸਨ? 4। ਤੁਰਨ ਨਾਲ ਮਨ ਵਿੱਚ ਕੀ ਉਪਜਦਾ ਹੈ? ਸਵੈ ਵਿਸ਼ਵਾਸ। ਵੀਰਾਵਲੀ ਕਿਸ਼ਨ ਸਿੰਘ ਦੀ ਕੀ ਲੱਗਦੀ ਸੀ? ਭੈਣ। ਬੰਬ ਬਹਾਦਰ ਕਹਾਣੀ ਵਿੱਚ ਮਹੰਤ ਕੌਣ ਹੈ? ਮਾਤਾ ਦੀ। ਅਮਰੀਕ ਅਨੁਸਾਰ ਪਿਓ ਕਿਹੋ ਜਿਹੇ ਹੋਣੇ ਚਾਹੀਦੇ ਹਨ? ਚਿੱਟੀ ਦਾੜੀ ਵਾਲੇ। ਨਾਵਲ ਦਾ ਨਾਇਕ ਰਿਕਸ਼ੇ ਦੇ ਪਹੀਏ ਦੀ ਤੁਲਨਾ ਕਿਸ ਚੀਜ਼ ਨਾਲ ਕਰਦਾ ਹੈ? ਜ਼ਿੰਦਗੀ ਨਾਲ। ਬੰਤੇ ਨੇ ਕਰਜ਼ਾ ਕਿਸ ਕੰਮ ਲਈ ਲਿਆ ਸੀ? ਭੈਣਾਂ ਦੇ ਵਿਆਹ ਲਈ। ਖੱਦਰ ਪੋਸ਼ ਬੀਬੀ ਕੌਣ ਸੀ? ਸ਼ਰਨ ਕੌਰ। ਠੱਠੀ ਖਾਰਾ ਪਿੰਡ ਕਿੱਥੇ ਹੈ? ਅੰਮ੍ਰਿਤਸਰ ਦੇ ਨੇੜੇ। ਤਾਨਪੁਰੇ ਵਾਲੀ ਕੁੜੀ ਜਲੰਧਰ ਕੀ ਕਰਨ ਗਈ ਸੀ? ਰੇਡੀਓ ਸਟੇਸ਼ਨ ਤੇ ਪ੍ਰੋਗਰਾਮ ਦੇਣ। ਔਰੰਗਜ਼ੇਬ ਨੂੰ ਜ਼ਫਰਨਾਮਾ ਕਿਸ ਨੇ ਲਿਖਿਆ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਬੰਤਾ ਕੀ ਕੰਮ ਕਰਦਾ ਸੀ? ਰਿਕਸ਼ਾ ਚਾਲਕ ਦਾ। ਪੱਛਮੀ ਵਾਲਿਆਂ ਨੇ ਕਾਲੀਦਾਸ ਨੂੰ ਕੀ ਕਿਹਾ ਹੈ? ਹਿੰਦੁਸਤਾਨ ਦਾ ਸ਼ੇਕਸਪੀਅਰ। ਇੱਕ ਪੈਰ ਘੱਟ ਤੁਰਨਾ ਕਹਾਣੀ ਦੇ ਕਹਾਣੀਕਾਰ ਦਾ ਨਾਂ ਕੀ ਹੈ? ਅਜੀਤ ਕੌਰ। ਨਿਹਾਲ ਕੌਰ ਆਪਣੀ ਨੂੰਹ ਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਹੈ? ਆਪਣੇ ਪੁੱਤਰ ਦੇ ਦੂਜੇ ਵਿਆਹ ਦਾ। ਨਾਵਲ ਇੱਕ ਹੋਰ ਨਵਾਂ ਸਾਲ ਦੇ ਕਿੰਨੇ ਕਾਂਡ ਹਨ? 3। ਸਵੇਰ, ਦੁਪਹਿਰ ਤੇ ਸ਼ਾਮ। ਫੁੰਮਨ ਆਪਣੇ ਪਿਤਾ ਬੰਤੇ ਤੋਂ ਕਿਹੜਾ ਪਾਠ ਪੜ੍ਹਨਾ ਚਾਹੁੰਦਾ ਸੀ? ਆਪਣਾ ਦੇਸ਼। ਸੁਕਰਾਤ ਨੇ ਸ਼ਰਬਤ ਵਾਂਗ ਕੀ ਪੀਤਾ? ਜ਼ਹਿਰ। ਦੂਜਾ ਵਿਆਹ ਇਕਾਂਗੀ ਦੇ ਲੇਖਕ ਕੌਣ ਹੈ? ਪ੍ਰਿੰਸੀਪਲ ਸੰਤ ਸਿੰਘ ਸੇਖੋਂ। ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦਾ ਲੇਖਕ ਕੌਣ ਹੈ? ਸ਼ਾਹ ਮੁਹੰਮਦ। ਬਾਬਾ ਰਾਮ ਸਿੰਘ ਕੁੱਕਾ ਲੇਖ ਕਿਸ ਦੀ ਰਚਨਾ ਹੈ? ਸਰਦਾਰ ਕਪੂਰ ਸਿੰਘ ਦੀ। ਮਾਸੀ ਦੇ ਇੰਗਲੈਂਡ ਵਿੱਚ ਰਹਿੰਦੇ ਪੁੱਤਰ ਦਾ ਨਾਂ ਕੀ ਹੈ? ਬਲਵੰਤ ਰਾਏ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਕਤਲ ਦਾ ਹੁਕਮ ਕਿਸ ਨੇ ਦਿੱਤਾ ਸੀ? ਔਰੰਗਜ਼ੇਬ ਨੇ। ਬਚਪਨ ਵਿੱਚ ਬੰਤਾ ਕਿਸ ਕੋਲੋਂ ਬਾਤਾਂ ਸੁਣ ਕੇ ਆਨੰਦ ਲੈਂਦਾ ਸੀ? ਬੇਬੇ ਕੋਲੋਂ। ਮਨਜੀਤ ਨਿਹਾਲ ਕੌਰ ਦੀ ਕੀ ਲੱਗਦੀ ਹੈ? ਨੂੰਹ। ਬੰਤਾ ਤਾਰੋ ਨੂੰ ਸਵੇਰੇ ਸਵੇਰੇ ਕਿਹੜੀ ਚਾਹ ਪੀਣ ਲਈ ਕਹਿੰਦਾ ਹੈ? ਬੈੱਡ ਟੀ। ਨਾਵਲ ਇੱਕ ਹੋਰ ਨਵਾਂ ਸਾਲ ਦਾ ਮੁੱਖ ਪਾਤਰ ਕੌਣ ਹੈ? ਬੰਤਾ। ਬੁੱਲੇ ਨਾਲੋਂ ਚੰਗਾ ਕਿਸ ਨੂੰ ਕਿਹਾ ਜਾਂਦਾ ਹੈ? ਚੁੱਲ੍ਹੇ ਨੂੰ। ਤੁਰਨ ਦਾ ਹੁਨਰ ਲੇਖ ਦਾ ਲੇਖਕ ਕੌਣ ਹੈ? ਨਰਿੰਦਰ ਸਿੰਘ ਕਪੂਰ। ਰਸ਼ੀਦ ਦੀ ਪਤਨੀ ਦਾ ਕੀ ਨਾਂ ਹੈ? ਫਰੀਦਾ। ਮਾਨ ਸਿੰਘ ਕਿੱਥੋਂ ਛੁੱਟੀ ਲੈ ਕੇ ਆਇਆ ਹੈ? ਬਰਮਾ ਦੇ ਫਰੰਟ ਤੋਂ ਫੌਜ ਵਿੱਚੋਂ। ਇੱਕ ਹੋਰ ਨਵਾਂ ਸਾਲ ਦੇ ਲੇਖਕ ਕੌਣ ਹੈ? ਨਿਰੰਜਨ ਤਸਨੀਮ। ਰੰਗੜ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਹੈ? ਖਿੰਗਰ ਨੂੰ। ਕਹਾਣੀ ਵਿੱਚ ਧਰਤੀ ਹੇਠਲਾ ਬਲਦ ਕਿਸ ਨੂੰ ਕਿਹਾ ਗਿਆ ਹੈ? ਫੌਜੀ ਕਰਮ ਸਿੰਘ ਦੇ ਬਾਪੂ ਨੂੰ। ਲੇਖਕ ਦੇ ਦਾਦੇ ਵਿਆਹ ਵਿੱਚ ਕਿਹੜੇ ਪਿੰਡ ਗਏ? ਛਾਪੇ ਪਿੰਡ। ਕਿਸ ਧਰਮ ਦੀ ਵਿੱਚ ਅਰਦਾਸ ਦੀ ਖਾਸ ਅਹਿਮੀਅਤ ਹੈ? ਸਿੱਖ ਧਰਮ ਵਿੱਚ। ਲੇਖਕ ਅਨੁਸਾਰ ਆਮ ਕਰਕੇ ਸਿਆਣੇ ਤੇ ਦਿਲਚਸਪ ਕੌਣ ਹੁੰਦੇ ਹਨ? ਅੰਨੇ। ਲੇਖਕ ਜ਼ਿੰਦਗੀ ਦਾ ਅਸਲ ਸੋਨਾ ਕਿਸ ਨੂੰ ਕਹਿੰਦਾ ਹੈ? ਅਕਲ ਨੂੰ। ਗੁਰੂ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਕਿਸ ਦੇ ਹੱਥ ਭੇਜਿਆ? ਭਾਈ ਦਇਆ ਸਿੰਘ। ਤੀਸਰੇ ਨੰਬਰ ਦੇ ਵਿੱਚ ਕਾਵ ਟੋਟਿਆਂ ਦੀ ਪ੍ਰਸੰਗ ਸਾਹਿਤ ਵਿਆਖਿਆ। ਅੰਕ 5। ਪਹਿਲਾ ਕਾਵ ਟੋਟਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ
ਬੰਧੂ ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾ ਪੋ ਕਿਹੜਾ ਕਾੜਾ ਜਿਉ, ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓਟ ਤੂੰ ਮੇਰਾ ਮਾਣਾ, ਤੁਝ ਬਿਨ ਦੂਜਾ ਔਰ ਨਾ ਕੋਈ, ਸਭ ਤੇਰਾ ਖੇਲ ਅਖਾੜਾ ਜੋ। ਪ੍ਰਸੰਗ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਅੰਸ਼ ਹੈ। ਇਹ ਜਮਾਤ 10ਵੀਂ ਦੀ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਗੁਰਮਤਿ ਭਾਗ ਵਿੱਚ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਗੁਰੂ ਜੀ ਪਰਮਾਤਮਾ ਨੂੰ ਟੇਕ ਆਸਰਾ ਮੰਨਦੇ ਹੋਏ ਲਿਖਦੇ ਹਨ ਕਿ ਪਰਮਾਤਮਾ ਹੀ ਮੇਰਾ ਸਭ ਕੁਝ ਹੈ, ਮੇਰਾ ਆਪਣਾ ਕੁਝ ਨਹੀਂ ਹੈ। ਪਰਮਾਤਮਾ ਦੀ ਕਿਰਪਾ ਹੋਣ ਤੇ ਹੀ ਮੈਂ ਉਸ ਨੂੰ ਪਛਾਣ ਸਕਦਾ ਹਾਂ, ਉਸ ਤੋਂ ਬਿਨਾਂ ਮੇਰਾ ਕੋਈ ਆਪਾ ਕੋਈ ਮਾਨ ਨਹੀਂ ਹੈ। ਵਿਆਖਿਆ ਗੁਰੂ ਜੀ ਫਰਮਾਉਂਦੇ ਹਨ ਕਿ ਹੇ ਪ੍ਰਭੂ, ਤੂੰ ਮੇਰਾ ਪਿਓ ਦੀ ਥਾਂ ਹੈ, ਤੂੰ ਹੀ ਮੇਰੇ ਮਾਂ ਦੀ ਥਾਂ ਹੈ, ਤੂੰ ਹੀ ਮੇਰਾ ਰਿਸ਼ਤੇਦਾਰ ਹੈ, ਤੂੰ ਹੀ ਮੇਰਾ ਭਰਾ ਹੈ। ਹੇ ਪ੍ਰਭੂ, ਜਦੋਂ ਤੂੰ ਸਭ ਥਾਵਾਂ ਉੱਤੇ ਮੇਰਾ ਰਾਖਾ ਹੈ ਤਾਂ ਮੈਨੂੰ ਕੋਈ ਚੀਜ਼ ਦੀ ਮੈਨੂੰ ਕੋਈ ਡਰ ਹੋ ਹੀ ਨਹੀਂ ਸਕਦਾ। ਮੇਰੇ ਕੋਈ ਚਿੰਤਾ ਮੇਰੇ ਉੱਤੇ ਕਾਬੂ ਨਹੀਂ ਪਾ ਸਕਦੀ। ਹੇ ਪ੍ਰਭੂ, ਤੇਰੀ ਮਿਹਰ ਨਾਲ ਹੀ ਮੈਂ ਤੈਨੂੰ ਪਛਾਣ ਸਕਦਾ ਹਾਂ, ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ। ਤੂੰ ਹੀ ਮੇਰਾ ਆਸਰਾ ਹੈ, ਤੂੰ ਹੀ ਮੇਰਾ ਮਾਣ ਹੈ। ਤੇਰੇ ਬਿਨਾਂ ਤੇਰੇ ਵਰਗਾ ਹੋਰ ਕੋਈ ਨਹੀਂ। ਇਹ ਜਗਤ ਤਮਾਸ਼ਾ, ਇਹ ਜਗਤ ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ। ਦੂਜਾ ਕਾਵਿ ਟੋਟਾ ਜੀ ਜੰਤ ਸਭ ਤੁਧ ਪਾਏ, ਜਿਤ ਜਿਤ ਪਾਣਾ ਤਿਤ ਤਿਤ ਲਾਏ, ਸਭ ਕੁਝ ਕੀਤਾ ਤੇਰਾ ਹੋਵੇ, ਨਾਹੀ ਕੁਝ ਅਸਾੜਾ ਜਿਉ, ਨਾਮ ਧਿਆਏ ਮਹਾ ਸੁਖ ਪਾਇਆ। ਪ੍ਰਸੰਗ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਅੰਸ਼ ਹੈ। ਇਹ 10ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਗੁਰਮਤਿ ਭਾਗ ਅਧੀਨ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਗੁਰੂ ਜੀ ਪਰਮਾਤਮਾ ਨੂੰ ਟੇਕ ਆਸਰਾ ਮੰਨਦੇ ਹੋਏ ਲਿਖਦੇ ਹਨ ਕਿ ਪਰਮਾਤਮਾ ਮੇਰਾ ਸਭ ਕੁਝ ਹੈ, ਮੇਰਾ ਆਪਣਾ ਕੁਝ ਨਹੀਂ ਹੈ। ਸਭ ਜੀਵ ਜੰਤ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਅਤੇ ਆਪਣੀ ਰਜ਼ਾ ਅਨੁਸਾਰ ਵੱਖ-ਵੱਖ ਕੰਮਾਂ ਕਾਰਾਂ ਵਿੱਚ ਲਾਏ ਹੋਏ ਹਨ। ਵਿਆਖਿਆ ਗੁਰੂ ਜੀ ਫਰਮਾਉਂਦੇ ਹਨ ਕਿ ਹੇ ਪ੍ਰਭੂ, ਜਗਤ ਦੇ ਸਾਰੇ ਜੀਵ-ਜੰਤ ਤੂੰ ਹੀ ਪੈਦਾ ਕੀਤੇ ਹਨ। ਜਿਸ ਕੰਮ ਵਿੱਚ ਤੇਰੀ ਰਜ਼ਾ ਹੋਈ ਭਾਵ ਤੈਨੂੰ ਪਾਉਂਦਾ ਹੈ, ਤੂੰ ਉਸ ਕੰਮ ਵਿੱਚ ਸਾਰੇ ਜੀਵ-ਜੰਤ ਲਾਏ ਹੋਏ ਹਨ। ਸੰਸਾਰ ਜੋ ਕੁਝ ਕਰ ਰਿਹਾ ਹੈ ਸਭ ਤੇਰਾ ਕੀਤਾ ਹੋ ਰਿਹਾ ਹੈ। ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ। ਹੇ ਭਾਈ, ਪਰਮਾਤਮਾ ਦਾ ਨਾਂ ਸਿਮਰ ਕੇ ਮੈਂ ਬਹੁਤ ਆਤਮਿਕ ਆਨੰਦ ਹਾਸਲ ਕੀਤਾ ਹੈ। ਅਗਲੀ ਕਾਵਿ ਟੋਟਾ ਮਿੱਠ ਬੋਲੜਾ ਜੀ ਹਰ ਸੱਜਣੋ, ਸੁਆਮੀ ਮੇਰਾ ਹੋ ਸੰਮਲ ਥਕੇ ਜੀ, ਉਹ ਕਦੇ ਨਾ ਬੋਲੇ ਕੌੜਾ। ਪ੍ਰਸੰਗ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਅੰਸ਼ ਹੈ। ਇਹ 10ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਗੁਰਮਤਿ ਭਾਗ ਅਧੀਨ ਮਿੱਠ ਬੋਲੜਾ ਜੀ ਹਰ ਸੱਜਣ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਗੁਰੂ ਜੀ ਪਰਮਾਤਮਾ ਦੀ ਵਡਿਆਈ ਵਿੱਚ ਲਿਖਦੇ ਹਨ ਕਿ ਮੇਰਾ ਪ੍ਰਭੂ ਨਿਮਰ ਸੁਭਾਅ ਦਾ ਮਾਲਕ ਹੈ, ਉਹ ਕਣ ਕਣ ਵਿੱਚ ਵਸਿਆ ਹੋਇਆ ਹੈ। ਵਿਆਖਿਆ ਗੁਰੂ ਜੀ ਫਰਮਾਉਂਦੇ ਹਨ ਕਿ ਹੇ ਭਾਈ, ਮੇਰਾ ਮਾਲਕ ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ। ਮੈਂ ਚੇਤੇ ਕਰ ਕੇ ਥੱਕ ਗਈ ਹਾਂ ਕਿ ਉਹ ਕਦੇ ਕੌੜਾ ਬੋਲਿਆ ਯਾਦ ਆ ਜਾਵੇ, ਪਰ ਉਹ ਕਦੇ ਵੀ ਕੌੜਾ ਨਹੀਂ ਬੋਲਦਾ। ਅਗਲਾ ਕਾਵਿ ਟੋਟਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਰਪ ਕਰੇ ਚਾਤਰੀ ਕਿਨਾਈ, ਤ੍ਰਿਖਾ ਨਾ ਉਤੈਰ ਸ਼ਾਂਤੀ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜਿਉ ਹੋ ਕੋਲ ਕੁਮਾਈ, ਗੁਰਦਰਸ਼ਨ ਸੰਤ ਪਿਆਰੇ ਜਿਉ। ਪ੍ਰਸੰਗ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਅੰਸ਼ ਹੈ। 10ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਗੁਰਮਤਿ ਭਾਗ ਅਧੀਨ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਸਿਰਲੇਖ ਹੇਠ ਦਰਜ ਹੈ। ਇਸ ਸ਼ਲੋਕ ਦੇ ਪਹਿਲੇ 3 ਬੰਦਾਂ ਵਿੱਚ ਗੁਰੂ ਸਾਹਿਬ ਪਰਮਾਤਮਾ ਨਾਲ ਵਿਛੋੜਿਆ ਤੇ ਚੌਥੇ ਬੰਦ ਵਿੱਚ ਮਿਲਾਪ ਦੀ ਅਵਸਥਾ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਬੇਕਰਾਰੀ ਨੂੰ ਬਿਆਨ ਕੀਤਾ ਗਿਆ ਹੈ। ਵਿਆਖਿਆ ਗੁਰੂ ਜੀ ਫਰਮਾਉਂਦੇ ਹਨ ਕਿ ਗੁਰੂ ਦਾ ਦਰਸ਼ਨ ਕਰਨ ਲਈ ਮੇਰਾ ਮਨ ਬੜੀ ਤੰਗ ਕਰ ਰਿਹਾ ਹੈ। ਉਹ ਇਸ ਪ੍ਰਕਾਰ ਤੜਪ ਰਿਹਾ ਹੈ ਜਿਵੇਂ ਪਪੀਹਾ ਸ਼ਵਾਤੀ ਬੂੰਦ ਲਈ ਤਰਲੇ ਲੈ ਰਿਹਾ ਹੋਵੇ। ਪਪੀਹੇ ਵਾਂਗ ਮੇਰਾ ਮਨ ਗੁਰੂ ਦੇ ਦਰਸ਼ਨ ਲਈ ਤਰਲੇ ਲੈ ਰਿਹਾ ਹੈ। ਪਿਆਰੇ ਸੰਤ, ਗੁਰੂ ਦੇ ਦਰਸ਼ਨ ਕਰਨ ਤੋਂ ਬਿਨਾਂ ਦਰਸ਼ਨ ਕਰਨ ਦੀ ਮੇਰੀ ਆਤਮਿਕ ਤ੍ਰੇਹ ਮਿਟਦੀ ਨਹੀਂ ਅਤੇ ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ। ਮੈਂ ਪਿਆਰੇ ਸੰਤ ਗੁਰੂ ਦੇ ਦਰਸ਼ਨ ਤੋਂ ਕੁਰਬਾਨ ਜਾਂਦਾ ਹਾਂ। ਅਗਲਾ ਕਾਵਿ ਟੋਟਾ ਪਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭੂ ਅਬਿਨਾਸੀ ਕਰ ਮੈਂ ਪਾਇਆ, ਸੇਵ ਕਰੀ ਪਲ
ਚਸਾ ਨ ਵਿਛੋੜਾ ਜਨ ਨਾਨਕ ਦਾਸ ਤੁਮਰੇ ਜੋ। ਹਾਂਜੀ, ਪ੍ਰਸੰਗ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਅੰਸ਼ ਹੈ। ਇਹ 10ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚ ਗੁਰਮਤਿ ਭਾਗ ਅਧੀਨ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਸਿਰਲੇਖ ਹੇਠ ਦਰਜ ਹੈ। ਇਸ ਸ਼ਲੋਕ ਦੇ ਪਹਿਲੇ 3 ਬੰਦਾਂ ਵਿੱਚ ਗੁਰੂ ਜੀ ਪਰਮਾਤਮਾ ਨਾਲ ਵਿਛੋੜੇ ਅਤੇ ਚੌਥੇ ਬੰਦ ਵਿੱਚ ਮਿਲਾਪ ਦੀ ਅਵਸਥਾ ਨੂੰ ਬਿਆਨ ਕੀਤਾ ਹੈ। ਇਹ ਸਤਰਾਂ ਵਿੱਚ ਗੁਰੂ ਜੀ ਨੇ ਚੰਗੇ ਭਾਗਾਂ ਨਾਲ ਪ੍ਰਾਪਤ ਹੋਏ ਮਿਲਾਪ ਦੀ ਅਵਸਥਾ ਨੂੰ ਬਿਆਨ ਕਰਦੇ ਹੋਏ ਖੁਸ਼ੀ ਪ੍ਰਗਟ ਕੀਤੀ ਹੈ। ਵਿਆਖਿਆ। ਗੁਰੂ ਜੀ ਫਰਮਾਉਂਦੇ ਹਨ ਕਿ ਹੇ ਭਾਈ, ਮੇਰੇ ਭਾਗ ਜਾਗ ਪਏ ਹਨ। ਮੇਰੇ ਚੰਗੇ ਭਾਗਾਂ ਨਾਲ ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਨਾਲ ਮਿਲਾ ਦਿੱਤਾ ਹੈ। ਗੁਰੂ ਦੀ ਸਿੱਖਿਆ ਨਾਲ ਉਹ ਕਦੇ ਨਾਸ਼ ਹੋਣ ਵਾਲੇ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿੱਚ ਲੱਭ ਲਿਆ ਹੈ। ਹੇ ਪ੍ਰਭੂ, ਮੈਂ ਆਪ ਜੀ ਦਾ ਦਾਸ ਹਾਂ। ਹੁਣ ਮੈਂ ਹਰ ਵਕਤ ਆਪ ਜੀ ਦੀ ਸੇਵਾ ਕਰਾਂਗਾ। ਮੈਂ ਇੱਕ ਪਲ ਜਾਂ ਅੱਖ ਝਪਕਣ ਜਿੰਨੇ ਸਮੇਂ ਲਈ ਵੀ ਆਪ ਤੋਂ ਨਹੀਂ ਵਿਛੜਾਂਗਾ। ਅਗਲਾ ਕਾਵਿ ਟੋਟਾ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜੋ ਕਰ ਸੂਰਜ ਨਿਕਲਿਆ, ਤਾਰੇ ਛਿਪ ਅੰਧੇਰ ਪਲੋਆ। ਸਿੰਘ ਭੂਕੇ ਮਿਰਗ ਵਾਲੀ, ਪਨ ਜਾਏ ਨ ਤ੍ਰਿਤਰੋਆ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਨ ਥਾਪਣ ਸੋਆ। ਹਾਂਜੀ, ਪ੍ਰਸੰਗ ਇਹ ਕਾਵਿ ਟੋਟਾ ਭਾਈ ਗੁਰਦਾਸ ਜੀ ਦੁਆਰਾ ਰਚਿਤ ਗੁਰਬਾਣੀ ਦੀ ਕੁੰਜੀਆਂ ਖਵਾਉਂਦੀਆਂ ਵਾਰਾਂ ਭਾਈ ਗੁਰਦਾਸ ਜੀ ਦਾ ਅੰਸ਼ ਹੈ। 10ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚ ਗੁਰਮਤਿ ਭਾਗ ਅਧੀਨ ਸਤਿਗੁਰ ਨਾਨਕ ਪ੍ਰਗਟਿਆ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਕਲਯੁਗ ਦੀ ਭਿਆਨਕ ਦੁਰਦਸ਼ਾ ਨੂੰ ਪਿਛੋਕੜ ਵਿੱਚ ਰੱਖਦੇ ਹੋਏ ਦੱਸਦੇ ਹਨ ਕਿ ਇਸ ਦੁਰਦਸ਼ਾ ਦਾ ਉਧਾਰ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਲਿਆ ਹੈ ਤੇ ਅਗਿਆਨਤਾ ਦੇ ਹਨੇਰੇ ਨੂੰ ਗਿਆਨ ਦੇ ਪ੍ਰਕਾਸ਼ ਨਾਲ ਦੂਰ ਕੀਤਾ ਹੈ। ਵਿਆਖਿਆ। ਭਾਈ ਗੁਰਦਾਸ ਜੀ ਦੱਸਦੇ ਹਨ, ਜਦੋਂ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਹਰ ਪਾਸੇ ਅਗਿਆਨਤਾ ਦਾ ਹਨੇਰਾ ਪਸਰਿਆ ਹੋਇਆ ਸੀ। ਗੁਰੂ ਜੀ ਨੇ ਗਿਆਨ ਦੇ ਪ੍ਰਕਾਸ਼ ਨਾਲ ਉਸ ਹਨੇਰੇ ਨੂੰ ਦੂਰ ਕੀਤਾ। ਜਿਵੇਂ ਸੂਰਜ ਚੜ੍ਹਨ ਨਾਲ ਤਾਰੇ ਛੁਪ ਜਾਂਦੇ ਹਨ ਤੇ ਹਨੇਰਾ ਦੂਰ ਹੋ ਜਾਂਦਾ ਹੈ। ਜਿਵੇਂ ਜੰਗਲ ਵਿੱਚ ਸ਼ੇਰ ਦੀ ਦਹਾੜ ਸੁਣ ਕੇ ਹਿਰਨਾਂ ਦੀ ਡਾਰ ਵਿੱਚ ਨੱਸਣ ਲਈ ਭਾਜੜ ਪੈ ਜਾਂਦੀ ਹੈ ਅਤੇ ਧੀਰਜ ਨਹੀਂ ਆਉਂਦੀ, ਉਸ ਪ੍ਰਕਾਰ ਪਾਪਾਂ ਦਾ ਵੰਜ ਕਰਨ ਵਾਲਿਆਂ ਨੂੰ ਭਾਜੜ ਪੈ ਗਈ। ਜਿਸ ਥਾਂ ਬਾਬਾ ਜੀ ਦੇ ਚਰਨ ਪਏ, ਉਹ ਥਾਵਾਂ ਪੁੱਜਣ ਯੋਗ ਹੋ ਗਈਆਂ। ਅਗਲਾ ਕਾਵਿ ਟੋਟਾ। ਸਿੱਧ ਆਸਣ ਸਭ ਜਗਤ ਤੇ ਨਾਨਕ ਆਦ ਮਤੇ ਜੇ ਕੋਆ। ਕਰ ਕਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦ ਵਸੋਆ। ਬਾਬੇ ਤਾਰ ਚਾਰੇ ਚੱਕ, ਨੌਖੰਡ ਪ੍ਰਿਥਵੀ ਸਚਰੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਪ੍ਰਸੰਗ ਇਹ ਕਾਵਿ ਟੋਟਾ ਭਾਈ ਗੁਰਦਾਸ ਜੀ ਦੁਆਰਾ ਰਚਿਤ ਗੁਰਬਾਣੀ ਦੀ ਕੁੰਜੀ ਖਵਾਉਂਦਾ ਵਾਰਾ ਭਾਈ ਗੁਰਦਾਸ ਦਾ ਅੰਸ਼ ਹੈ ਤੇ 10ਵੀਂ ਜਮਾਤ ਦੀ ਪੁਸਤਕ ਸਾਹਿਤ ਮਾਲਾ ਵਿੱਚ ਗੁਰਮਤਿ ਭਾਗ ਅਧੀਨ ਸਤਿਗੁਰ ਨਾਨਕ ਪ੍ਰਗਟਿਆ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਕਲਯੁਗ ਦੀ ਭਿਆਨਕ ਦੁਰਦਸ਼ਾ ਨੂੰ ਪਿਛੋਕੜ ਵਿੱਚ ਰੱਖਦੇ ਹੋਏ ਦੱਸਦੇ ਹਨ ਕਿ ਇਸ ਦੁਰਦਸ਼ਾ ਦਾ ਉਧਾਰ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਲਿਆ ਅਤੇ ਅਗਿਆਨਤਾ ਦੇ ਹਨੇਰ ਨੂੰ ਗਿਆਨ ਦੇ ਪ੍ਰਕਾਸ਼ ਨਾਲ ਦੂਰ ਕੀਤਾ ਹੈ। ਵਿਆਖਿਆ। ਭਾਈ ਗੁਰਦਾਸ ਜੀ ਦੱਸਦੇ ਹਨ ਕਿ ਪਹਿਲਾ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਵਿਚਾਰ ਅਤੇ ਪਵਿੱਤਰ ਸ਼ਖਸੀਅਤ ਦਾ ਅਜਿਹਾ ਪ੍ਰਭਾਵ ਸੀ ਕਿ ਸੰਸਾਰ ਵਿੱਚ ਜਿੰਨੀਆਂ ਵੀ ਪ੍ਰਸਿੱਧ ਥਾਵਾਂ ਸਨ, ਉਹ ਸਾਰੀ ਗੁਰੂ ਦੇ ਆਸਣ ਦੇ ਨਾਲ ਪ੍ਰਸਿੱਧ ਹੋਈਆਂ ਹਨ ਅਤੇ ਸਿੱਧਾਂ ਦੇ ਸਾਰੇ ਅਸਥਾਨ ਗੁਰੂ ਦੇ ਘਰ ਬਣ ਗਏ। ਘਰ ਘਰ ਅੰਦਰ ਧਰਮਸ਼ਾਲਾਵਾਂ ਬਣ ਗਈਆਂ ਅਤੇ ਕੀਰਤਨ ਹੋਣ ਲੱਗ ਪਿਆ, ਜਿਵੇਂ ਹਰ ਘਰ ਵਿਸਾਖੀ ਦੀ ਖੁਸ਼ੀ ਵਿੱਚ ਕੀਰਤਨ ਹੋ ਰਿਹਾ ਹੋਵੇ। ਬਾਬਾ ਜੀ ਨੇ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ। 9 ਖੰਡਾਂ ਵਿੱਚ ਸੱਚ ਦਾ ਪ੍ਰਕਾਸ਼ ਫੈਲ ਗਿਆ। ਕਲਯੁਗ ਦੇ ਭਿਆਨਕ ਸਮੇਂ ਵਿੱਚ ਅਵਤਾਰ ਧਾਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ ਦਾ ਭਲਾ ਕਰ ਦਿੱਤਾ। ਅਗਲਾ ਕਾਵਿ ਟੋਟਾ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਨ। ਉਸ ਸੂਰ ਉਸ ਗਾਏ ਹੈ, ਪਰ ਤਨ ਹਿੰਦੂ ਮੁਸਲਮਾਨ। ਪ੍ਰਸੰਗ ਇਹ ਕਾਵਿ ਟੋਟਾ ਭਾਈ ਗੁਰਦਾਸ ਜੀ ਦੁਆਰਾ ਰਚਿਤ ਗੁਰਬਾਣੀ ਦੀ ਕੁੰਜੀਆਂ ਖਵਾਉਂਦਾ ਵਾਰਾ ਭਾਈ ਗੁਰਦਾਸ ਦਾ ਅੰਸ਼ ਹੈ ਅਤੇ 10ਵੀਂ ਜਮਾਤ ਦੀ ਪੁਸਤਕ ਸਾਹਿਤ ਮਾਲਾ ਵਿੱਚ ਗੁਰਮਤਿ ਭਾਗ ਅਧੀਨ ਦੇਖ ਪਰਾਈਆਂ ਚੰਗੀਆਂ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਦੁਆਰਾ ਇੱਕ ਗੁਰਸਿੱਖ ਨੂੰ ਨੇਕ ਆਚਰਣ ਦੇ ਕੁਝ ਜ਼ਰੂਰੀ ਨੁਕਤਿਆਂ ਤੋਂ ਜਾਣੂ ਕਰਵਾਇਆ ਗਿਆ ਹੈ। ਵਿਆਖਿਆ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਗੁਰਸਿੱਖ ਦਾ ਫਰਜ਼ ਹੈ ਕਿ ਉਹ
ਪਰਾਈਆਂ ਸੁੰਦਰ ਇਸਤਰੀਆਂ ਨੂੰ ਦੇਖ ਕੇ ਉਮਰ ਵਿੱਚ ਵੱਡੀਆਂ ਨੂੰ ਮਾਵਾਂ, ਬਰਾਬਰ ਦੀਆਂ ਨੂੰ ਭੈਣਾਂ ਤੇ ਛੋਟੀਆਂ ਨੂੰ ਧੀਆਂ ਸਮਝੇ। ਉਹ ਪਰਾਏ ਤਨ ਨੂੰ ਹੜਪ ਨਹੀਂ ਕਰ ਸਕਦਾ, ਕਿਉਂਕਿ ਪਰਾਇਆ ਤਨ ਹਿੰਦੂ ਲਈ ਗਊ ਅਤੇ ਮੁਸਲਮਾਨ ਲਈ ਸੂਰ ਦੇ ਖਾਣ ਦੇ ਬਰਾਬਰ ਹੈ। अगला काव्य टोटा। आप भला सब जग भला, भला भला सब ना कर देखे। आप बुरा सब जग बुरा, सबको बुरा बुरे दे लेखे। प्रसंग एक काव्य टोटा भाई गुरदास जी द्वारा रचित गुरबाणी दी कुंजियां गाईਆਂ ਜਾਣ ਵਾਲੀ ਵਾਰਾਂ ਭਾਈ ਗੁਰਦਾਸ ਦਾ ਅੰਸ਼ ਹੈ ਤੇ 10ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚ ਗੁਰਮਤ ਭਾਗ ਅਧੀਨ ਆਪ ਭਲਾ ਸਭ ਜਗ ਭਲਾ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਦੱਸਦੇ ਹਨ ਕਿ ਹਰੇਕ ਮਨੁੱਖ ਨੂੰ ਉਸਦੀ ਆਪਣੀ ਭਾਵਨਾ ਅਨੁਸਾਰ ਹੀ ਫਲ ਪ੍ਰਾਪਤ ਹੁੰਦਾ ਹੈ। ਚੰਗੇ ਨੂੰ ਸਾਰੇ ਚੰਗੇ ਲੱਗਦੇ ਹਨ ਅਤੇ ਬੁਰੇ ਨੂੰ ਸਾਰੇ ਵਿਅਕਤੀ ਬੁਰੇ ਹੀ ਲੱਗਦੇ ਹਨ। ਵਿਆਖਿਆ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਭਲਾ ਕਰਨ ਵਾਲੇ ਮਨੁੱਖ ਨੂੰ ਸਾਰਾ ਸੰਸਾਰ ਭਲਾ ਦਿਸਦਾ ਹੈ। ਉਹ ਸਾਰਿਆਂ ਨੂੰ ਭਲਾ ਮਨੁੱਖ ਕਰਕੇ ਹੀ ਦੇਖਦਾ ਹੈ। ਜਿਹੜਾ ਆਪ ਬੁਰਾ ਹੁੰਦਾ ਹੈ ਉਸ ਨੂੰ ਸਾਰਾ ਸੰਸਾਰ ਬੁਰਾ ਦਿਖਾਈ ਦਿੰਦਾ ਹੈ। ਕ੍ਰਿਸ਼ਨ ਜੀ ਨੇ ਪਾਂਡਵਾਂ ਦੀ ਸਹਾਇਤਾ ਇਸ ਲਈ ਕੀਤੀ ਕਿਉਂਕਿ ਉਹਨਾਂ ਵਿੱਚ ਭਗਤੀ ਭਾਵ ਦੀ ਭਾਵਨਾ ਬਹੁਤ ਸੀ। ਕੌਰਵਾਂ ਦੇ ਦਿਲ ਵਿੱਚ ਵੈਰ ਭਾਵ ਸੀ। ਉਹ ਦਿਲ ਵਿੱਚ ਵੈਰਾਂ ਦੀ ਹੀ ਗਿਣਤੀ ਰੱਖਦੇ ਸਨ। ਅੰਤ ਉਹਨਾਂ ਨੂੰ ਕਾਲਖ ਦਾ ਹੀ ਟਿੱਕਾ ਮਿਲਿਆ। ਦੋ ਮਿਥਿਹਾਸਿਕ ਰਾਜਿਆਂ ਵਿੱਚ ਭਲਾ ਤੇ ਬੁਰਾ ਲੱਭਣ ਦੀ ਦ੍ਰਿਸ਼ਟੀ ਇੱਕੋ ਜਿਹੀ ਨਹੀਂ ਹੁੰਦੀ। ਯੁਧਿਸ਼ਟਰ ਨੂੰ ਕੋਈ ਬੁਰਾ ਅਤੇ ਦੁਰਯੋਧਨ ਨੂੰ ਕੋਈ ਚੰਗਾ ਨਹੀਂ ਲੱਭਿਆ। ਅਸਲ ਵਿੱਚ ਜੋ ਕੁਝ ਲੋਟੇ ਵਿੱਚ ਹੁੰਦਾ ਹੈ ਉਹ ਉਸਦੀ ਟੂਟੀ ਦੀ ਤਾਰ ਵਿੱਚੋਂ ਬਾਹਰ ਵਹਿ ਤੁਰਦਾ ਹੈ। ਪਾਪ ਭਲੇ ਨੂੰ ਸਾਰੇ ਭਲੇ ਦਿਖਦੇ ਹਨ ਅਤੇ ਬੁਰੇ ਨੂੰ ਬੁਰੇ। ਅਗਲਾ ਕਾਵਿ ਟੋਟਾ। ਨਾ ਤਿਸ ਪਾਰੇ ਪਰਬਤ ਅਸਮਾਨ ਕਹਿੰਦੇ, ਨਾ ਤਿਸ ਪਾਰੇ ਕੋਟਗੜ ਕਰ ਬਾਰ ਦਿਸੰਦੇ, ਨਾ ਤਿਸ ਪਾਰੇ ਸਾਇਰਾ ਨਦਵਾ ਵਹੰਦੇ, ਨਾ ਤਿਸ ਪਾਰੇ ਤਰੂਬਰਾ ਫਲ ਸਫਲ ਫਲੰਦੇ, ਨਾ ਤਿਸ ਪਾਰੇ ਜੀ ਜੰਤ ਅਣਗਿਣਤ ਫਿਰੰਦੇ, ਪਾਰੇ ਭੁਈ ਅਕ੍ਰਿਤਕਨ ਮੰਦੇ ਹੂ ਮੰਦੇ। प्रसंग एक काव्य टोटा भाई गुरदास जी द्वारा रचित गुरबाणी ਦੀ ਕੁੰਜੀਆਂ ਕਹੀਆਂ ਜਾਣ ਵਾਲੀ ਵਾਰਾਂ ਭਾਈ ਗੁਰਦਾਸ ਦਾ ਅੰਸ਼ ਹੈ ਤੇ 10ਵੀਂ ਜਮਾਤ ਦੀ ਪੁਸਤਕ ਸਾਹਿਤ ਮਾਲਾ ਵਿੱਚ ਗੁਰਮਤ ਭਾਗ ਅਧੀਨ ਅਕ੍ਰਿਤਕਨ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਨੇ ਕਿਸੇ ਦੁਆਰਾ ਕੀਤੀ ਨੇਕੀ ਨੂੰ ਭੁੱਲ ਜਾਣ ਵਾਲੇ ਮਨੁੱਖ ਦੀ ਦੁਰਦਸ਼ਾ ਨੂੰ ਬਿਆਨ ਕੀਤਾ ਹੈ। ਵਿਆਖਿਆ। ਭਾਈ ਸਾਹਿਬ ਲਿਖਦੇ ਹਨ ਕਿ ਧਰਤੀ ਨੂੰ ਅਸਮਾਨ ਨਾਲ ਖਿੰਦੇ ਹੋਏ ਉੱਚੇ ਪਹਾੜ ਭਾਰੇ ਨਹੀਂ ਲੱਗਦੇ। ਉਸਨੂੰ ਕੋਟਗੜ ਤੇ ਘਰ-ਬਾਰ ਜੋ ਸਾਨੂੰ ਦਿਸਦੇ ਹਨ ਉਹ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਸਮੁੰਦਰ ਤੇ ਵਗਦੇ ਹੋਏ ਨਦੀਆਂ ਦੇ ਦਰਿਆ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਚੰਗੇ ਫਲਾਂ ਨਾਲ ਭਰੇ ਹੋਏ ਰੁੱਖ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਇੱਧਰ ਉੱਧਰ ਘੁੰਮ ਰਹੇ ਅਣਗਿਣਤ ਜੀਵ ਜੰਤੂ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਤਾਂ ਕੇਵਲ ਅਕ੍ਰਿਤਕਨ ਮਨੁੱਖ ਭਾਰੇ ਲੱਗਦੇ ਹਨ ਕਿਉਂਕਿ ਉਹ ਮੰਦਿਆਂ ਤੋਂ ਵੀ ਬੰਦੇ ਹੁੰਦੇ ਹਨ। ਅਗਲਾ ਕਾਵਿ ਟੋਟਾ। ਨਾ ਮੈਂ ਅੰਦਰ ਵੇਦ ਕਿਤਾਬਾਂ, ਨਾ ਮੈਂ ਭੰਗਾਂ ਵਿੱਚ ਸ਼ਰਾਬਾਂ, ਨਾ ਮੈਂ ਵਿੱਚ ਰਿੰਦਾ ਮਸੰਦ ਖਰਾਬਾ, ਨਾ ਵਿੱਚ ਜਾਗਣ ਨਾ ਵਿੱਚ ਸੌਣ, ਭੁੱਲਾ ਕੀ ਜਾਣਾ ਮੈਂ ਕੌਣ। ਪ੍ਰਸੰਗ ਇਹ ਕਾਵਿ ਟੋਟਾ ਜਮਾਤ 10ਵੀਂ ਦੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਬੁੱਲੇ ਸ਼ਾਹ ਦੀ ਲਿਖੀ ਕਾਫੀ ਭੁੱਲਾ ਕੀ ਜਾਣਾ ਮੈਂ ਕੌਣ ਵਿੱਚੋਂ ਲਿਆ ਗਿਆ ਹੈ। ਇਸ ਕਾਫੀ ਵਿੱਚ ਬੁੱਲੇ ਸ਼ਾਹ ਆਪਣੇ ਆਪ ਨੂੰ ਵੇਦਾਂ ਅਤੇ ਭੰਗ ਸ਼ਰਾਬਾਂ ਦੇ ਨਸ਼ੇ ਵਿੱਚੋਂ ਬਾਹਰ ਰੱਖ ਕੇ ਆਪਣੀ ਆਤਮਾ ਦੀ ਅਸਲੀਅਤ ਨੂੰ ਪਛਾਣਨ ਦਾ ਯਤਨ ਕਰਦਾ ਹੈ। ਵਿਆਖਿਆ। ਬੁੱਲੇ ਸ਼ਾਹ ਕਹਿੰਦਾ ਹੈ ਕਿ ਮੇਰੀ ਮੈਂ ਵੇਦ ਪੁਰਾਣਾ ਅਤੇ ਹੋਰ ਧਾਰਮਿਕ ਗ੍ਰੰਥ ਪੜ੍ਹਨ ਵਾਲਿਆਂ ਵਿੱਚ ਸ਼ਾਮਿਲ ਹੋਣ ਵਿੱਚ ਨਹੀਂ ਹੈ ਅਤੇ ਨਾ ਹੀ ਮੇਰੀ ਮੈਂ ਭੰਗ ਜਾਂ ਸ਼ਰਾਬ ਪੀਣ ਵਾਲਿਆਂ ਵਿੱਚ ਸ਼ਾਮਿਲ ਹੋਣ ਵਿੱਚ ਹੈ। ਨਾ ਮੇਰੀ ਮੈਂ ਮਲੰਗਾ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਹੈ, ਨਾ ਹੀ ਮੇਰੀ ਮੈਂ ਨਸ਼ਾ ਪੀ ਕੇ ਬਦਮਸਤ ਹੋਣ ਵਾਲਿਆਂ ਵਿੱਚ ਹੈ। ਨਾ ਮੇਰੀ ਮੈਂ ਜਗਰਾਤੇ ਕੱਟਣ ਵਾਲਿਆਂ ਵਿੱਚ ਸ਼ਾਮਿਲ ਹੋਣ ਵਿੱਚ ਹੈ, ਨਾ ਹੀ ਸੁੱਤੇ ਰਹਿਣ ਵਾਲਿਆਂ ਹੋਣ ਵਿੱਚ ਹੈ। ਮੈਂ ਇਹ ਨਹੀਂ ਜਾਣਦਾ ਕਿ ਮੇਰੀ ਮੈਂ ਕਿਸ ਵਿੱਚ ਹੈ ਤੇ ਕੀ ਹੈ। ਅਗਲਾ ਕਾਵਿ ਟੋਟਾ। ਨਾ ਵਿੱਚ ਸ਼ਾਦੀ ਨਾ ਗਮਨਾਕੀ, ਨਾ ਮੈਂ ਵਿੱਚ ਪਲੀਤੀ ਪਾਕੀ, ਨਾ ਮੈਂ ਆਬੀ ਨਾ ਮੈਂ ਖਾਕੀ, ਨਾ ਮੈਂ ਆਤਿਸ਼ ਨਾ ਮੈਂ ਪੌਣ, ਬੁੱਲਾ ਕੀ ਜਾਣਾ ਮੈਂ ਕੌਣ। ਪ੍ਰਸੰਗ ਇਹ ਕਾਵਿ ਟੋਟਾ ਜਮਾਤ 10ਵੀਂ ਦੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਬੁੱਲੇ ਸ਼ਾਹ ਦੀ ਲਿਖੀ ਕਾਫੀ ਭੁੱਲਾ ਕੀ ਜਾਣਾ ਮੈਂ ਕੌਣ ਵਿੱਚੋਂ ਲਿਆ ਗਿਆ ਹੈ। ਇਹ ਕਾਫੀ ਵਿੱਚ ਬੁੱਲੇ ਸ਼ਾਹ ਆਪਣੇ ਆਪ ਨੂੰ ਖੁਸ਼ੀਆਂ ਤੇ ਗਮੀਆਂ ਅਤੇ ਪਵਿੱਤਰ ਲੋਕਾਂ ਵਿੱਚੋਂ ਬਾਹਰ ਰੱਖ ਕੇ ਆਪਣੀ ਆਤਮਾ ਦੀ ਅਸਲੀਅਤ ਪਛਾਣਨ ਦਾ ਯਤਨ ਕਰਦਾ ਹੈ। ਵਿਆਖਿਆ। ਬੁੱਲੇ ਸ਼ਾਹ ਕਹਿੰਦਾ ਹੈ ਕਿ ਮੇਰੀ ਮੈਂ ਖੁਸ਼ੀਆਂ ਮਨਾਉਣ ਵਾਲਿਆਂ ਵਿੱਚ ਸ਼ਾਮਿਲ ਹੋਣ ਵਿੱਚ ਨਹੀਂ ਹੈ ਅਤੇ ਨਾ ਹੀ ਦੁਖੀ ਰਹਿਣ ਵਾਲਿਆਂ ਵਿੱਚ ਹੈ। ਨਾ ਮੇਰੀ ਮੈਂ ਪਵਿੱਤਰ ਲੋਕਾਂ ਵਿੱਚ ਹੈ
ਅਤੇ ਨਾ ਹੀ ਅਪਵਿੱਤਰ ਲੋਕਾਂ ਵਿੱਚ ਸ਼ਾਮਿਲ ਹੋਣ ਵਿੱਚ ਹੈ। ਨਾ ਮੇਰੀ ਮੈਂ ਪਾਣੀ ਦਾ ਬਣਿਆ ਹੋਇਆ ਹੋਣ ਵਿੱਚ ਹੈ, ਨਾ ਹੀ ਮਿੱਟੀ ਦਾ ਬਣਿਆ ਹੋਣ ਵਿੱਚ ਹੈ। ਨਾ ਮੇਰੀ ਮੈਂ ਅੱਗ ਦਾ ਬਣਿਆ ਹੋਣ ਵਿੱਚ ਹੈ, ਨਾ ਹੀ ਹਵਾ ਦਾ ਬਣਿਆ ਹੋਣ ਵਿੱਚ ਹੈ। ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ ਤੇ ਮੈਂ ਕੌਣ ਹਾਂ। ਅਗਲੀ ਕਾਵਟੋਟਾ ਵੇਦ ਕੁਰਾਨਾਂ ਪੜ੍ਹ ਥੱਕੇ ਸਿਜਦੇ ਕਰਦਿਆਂ ਕੱਸ ਗਏ ਮੱਥੇ। ਨਾ ਰੱਬ ਤੀਰਥ ਨਾ ਰੱਬ ਮੱਕੇ, ਜਿਨ ਪਾਇਆ ਤਿਨ ਨੂਰ ਅਵਨਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਪ੍ਰਸੰਗ ਇਹ ਕਾਵਟੋਟਾ ਜਮਾਤ 10ਵੀਂ ਦੀ ਪੰਜਾਬੀ ਦੀ ਸਾਹਿਤਮਾਲਾ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫੀ ਇਸ਼ਕ ਦੀ ਨਵੀਓਂ ਨਵੀਂ ਬਹਾਰ ਵਿੱਚੋਂ ਲਿਆ ਗਿਆ ਹੈ। ਇਸ ਕਾਫੀ ਵਿੱਚ ਕਵੀ ਦੱਸਦਾ ਹੈ ਕਿ ਮੈਂ ਰੱਬ ਨੂੰ ਪ੍ਰਾਪਤ ਕਰਨ ਲਈ ਮਜ਼੍ਹਬੀ ਕਰਮਕਾਂਡ ਕੀਤੇ ਪਰ ਸਾਰੇ ਵਿਅਰਥ ਸਨ। ਕਵੀ ਰੱਬੀ ਇਸ਼ਕ ਦੁਆਰਾ ਪ੍ਰਾਪਤ ਆਨੰਦਮਈ ਅਵਸਥਾ ਦਾ ਗੁਣਗਾਨ ਕਰਦਾ ਹੈ। ਵਿਆਖਿਆ ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਧਾਰਮਿਕ ਕਰਮਕਾਂਡ ਕਰਕੇ ਵੇਦਾਂ ਅਤੇ ਕੁਰਾਨਾਂ ਨੂੰ ਪੜ੍ਹ ਕੇ ਮੈਂ ਥੱਕ ਗਿਆ ਸੀ। ਮੰਦਰਾਂ ਵਿੱਚ ਤੇ ਮਸੀਤਾਂ ਵਿੱਚ ਮੱਥਾ ਟੇਕ ਕੇ ਮੇਰੇ ਮੱਥੇ ਵੀ ਕੱਸ ਗਏ। ਰੱਬ ਤੀਰਥ ਸਥਾਨਾਂ ਅਤੇ ਮੱਕੇ ਵਿੱਚ ਜਾ ਕੇ ਨਹੀਂ ਮਿਲਦਾ। ਜਿਹੜਾ ਹਕੀਕੀ ਇਸ਼ਕ ਕਰਕੇ ਪਰਮਾਤਮਾ ਨੂੰ ਪਾ ਲੈਂਦਾ ਹੈ, ਉਹ ਉਸਦੇ ਨੂਰ ਨਾਲ ਇੱਕਮਿੱਕ ਹੋ ਜਾਂਦਾ ਹੈ। ਰੱਬ ਦੇ ਆਸ਼ਿਕ ਪਰਮਾਤਮਾ ਨਾਲ ਇਸ਼ਕ ਕਰਕੇ ਇੱਕਮਿੱਕ ਹੋ ਕੇ ਇਸ਼ਕ ਦੀ ਨਵੀਂ ਬਹਾਰ ਦਾ ਆਨੰਦ ਮਾਣਦੇ ਹਨ। ਅਗਲਾ ਕਾਵਟੋਟਾ ਤੇਰਾ ਨਾਮ ਧਿਆਈਦਾ ਸਾਈਂ, ਤੇਰਾ ਨਾਮ ਧਿਆਈਦਾ, ਬੁੱਲੇ ਨਾਲੋਂ ਚੁੱਲ੍ਹਾ ਚੰਗਾ ਜਿਸ ਪੇ ਤਾਮ ਪਕਾਈਦਾ। ਰਲ ਫਕੀਰਾਂ ਮਜਲਸ ਕੀਤੀ ਪੋਰਾ ਪੋਰਾ ਖਾਈਦਾ, ਰੰਗੜ ਨਾਲੋਂ ਖਿੰਗੜ ਚੰਗਾ ਜਿਸ ਤੇ ਪੈਰ ਕਸਾਈ ਦਾ। ਬੁੱਲਾ ਸ਼ੋ ਨਾ ਸੋਈ ਪਾਵੇ ਜੋ ਬੱਕਰਾ ਬਣੇ ਕਸਾਈ ਦਾ। ਪ੍ਰਸੰਗ ਇਹ ਕਾਵਟੋਟਾ ਜਮਾਤ 10ਵੀਂ ਦੀ ਪੰਜਾਬੀ ਦੀ ਸਾਹਿਤਮਾਲਾ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫੀ ਤੇਰਾ ਨਾਮ ਧਿਆਈਦਾ ਸਾਈਂ ਵਿੱਚੋਂ ਲਈ ਗਈ ਹੈ। ਇਸ ਕਾਫੀ ਵਿੱਚ ਕਵੀ ਦੱਸਦਾ ਹੈ ਕਿ ਮੇਰੀ ਆਪਣੀ ਕੋਈ ਹਸਤੀ ਨਹੀਂ ਹੈ, ਮੈਂ ਆਪਣੇ ਮਾਲਕ ਪ੍ਰਭੂ ਨੂੰ ਧਿਆਉਂਦਾ ਹਾਂ। ਵਿਆਖਿਆ ਕਵੀ ਕਹਿੰਦਾ ਹੈ ਕਿ ਹੇ ਪ੍ਰਭੂ, ਮੈਂ ਕੇਵਲ ਤੇਰੇ ਨਾਮ ਦਾ ਸਿਮਰਨ ਕਰਦਾ ਹਾਂ। ਮੈਂ ਇੱਕ ਨਿਕਾਰੀ ਜਿਹੀ ਵਸਤੂ ਹਾਂ। ਮੇਰੇ ਨਾਲੋਂ ਚੁੱਲ੍ਹਾ ਚੰਗਾ ਹੈ ਜਿਸ 'ਤੇ ਰੋਟੀ ਪਕਾਈ ਜਾਂਦੀ ਹੈ ਅਤੇ ਫਕੀਰ ਇੱਕ ਦੂਜੇ ਦੀ ਸੰਗਤ ਵਿੱਚ ਬੈਠ ਕੇ ਪੋਰਾ ਖਾ ਕੇ ਢਿੱਡ ਨੂੰ ਆਸਰਾ ਦਿੰਦੇ ਹਨ। ਮੈਂ ਕਿਸੇ ਕੰਮ ਆਉਣ ਜੋਗਾ ਨਹੀਂ ਹਾਂ। ਮੇਰੇ ਵਿੱਚ ਰੰਗੜ ਵਾਲੀ ਹਉਮੈ ਤੇ ਹੰਕਾਰ ਨਹੀਂ ਹੈ। ਮੈਂ ਰੰਗੜ ਨਾਲੋਂ ਖਿੰਗੜ ਨੂੰ ਚੰਗਾ ਸਮਝਦਾ ਹਾਂ ਜਿਸ ਉੱਤੇ ਪੈਰ ਘਸਾ ਕੇ ਸਾਫ਼ ਕੀਤਾ ਜਾ ਸਕਦਾ ਹੈ। ਅਸਲ ਵਿੱਚ ਹੰਕਾਰੀ ਬੰਦਾ ਰੱਬ ਨੂੰ ਨਹੀਂ ਪਾ ਸਕਦਾ। ਉਹ ਹੀ ਰੱਬ ਨੂੰ ਪਾ ਸਕਦਾ ਹੈ ਜੋ ਕਸਾਈ ਦੇ ਬੱਕਰੇ ਵਾਂਗ ਕੁਰਬਾਨੀ ਦੇਣ ਲਈ ਤਿਆਰ ਹੋਵੇ, ਪਰ ਸਭ ਪ੍ਰਕਾਰ ਦੇ ਹੰਕਾਰ ਅਤੇ ਮਾਨ ਤਿਆਗ ਕੇ ਨਿਮਾਣਾ ਬਣ ਜਾਵੇ। ਨਾਜ਼ਕ ਪੈਰ ਗੁਲਾਬ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ, ਆਸ਼ਿਕ ਵੇਖ ਬਹੇ ਇੱਕ ਵਾਰੀ ਜਿਉ ਤਿਨਾ ਪਰਵਾਰੇ। ਬਾਲੂ ਰੇਤ ਤਪੇ ਵਿੱਚ ਥਲਦੇ ਭੁੰਨਣ ਜੋ ਪਠਿਆਰੇ, ਹਾਸ਼ਮ ਵੇਖ ਯਕੀਨ ਸੱਸੀ ਦਾ ਫੇਰ ਨਹੀਂ ਦਿਲ ਹਾਰੇ। ਪ੍ਰਸੰਗ ਇਹ ਕਾਵਟੋਟਾ ਸਾਹਿਤਮਾਲਾ ਪੁਸਤਕ ਵਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ਕਿੱਸਾ ਸੱਸੀ ਪੁੰਨੂ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਸੱਸੀ ਪੁੰਨੂ ਦੀ ਪ੍ਰੀਤ ਕਹਾਣੀ ਦੀ ਉਸ ਘਟਨਾ ਨੂੰ ਬਿਆਨ ਕੀਤਾ ਹੈ ਜਦੋਂ ਸੱਸੀ ਪੁੰਨੂ ਦੇ ਵਿਛੋੜੇ ਪੁੰਨੂ ਦੀ ਭਾਲ ਵਿੱਚ ਮਾਰੂਥਲ ਵਿੱਚ ਅੱਗੇ ਹੀ ਤੁਰਦੀ ਜਾਂਦੀ ਹੈ। ਇਹਨਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਕਿਸ ਤਰ੍ਹਾਂ ਮਾਰੂਥਲ ਦੀ ਗਰਮੀ ਤੇ ਬਿਰਹੋਂ ਦੀ ਤਪਸ਼ ਸੱਸੀ ਦਾ ਬੁਰਾ ਹਾਲ ਕਰਦੀ ਹੈ, ਪਰੰਤੂ ਉਹ ਸਿਦਕ ਨਹੀਂ ਹਾਰਦੀ। ਵਿਆਖਿਆ ਮਾਰੂਥਲ ਵਿੱਚ ਪੁੰਨੂ ਦੀ ਡਾਚੀ ਦੀ ਪੈੜ ਨੂੰ ਲੱਭ ਰਹੀ ਸੱਸੀ ਦੇ ਪੈਰ ਗੁਲਾਬ ਵਰਗੇ ਨਾਜ਼ੁਕ ਤੇ ਸੁੰਦਰ ਹੋਣ ਤੋਂ ਇਲਾਵਾ ਮਹਿੰਦੀ ਨਾਲ ਸ਼ਿੰਗਾਰੇ ਸਨ। ਜੇਕਰ ਕੋਈ ਆਸ਼ਿਕ ਉਹਨਾਂ ਨੂੰ ਵੇਖ ਲੈਂਦਾ ਸੀ ਤਾਂ ਉਹ ਉਸਦੀ ਖਾਤਰ ਜਾਨ ਵਾਰਨ ਲਈ ਤਿਆਰ ਹੋ ਜਾਂਦਾ ਸੀ। ਮਾਰੂਥਲ ਵਿੱਚ ਬਾਲੂ ਰੇਤ ਓਨੀ ਤਪ ਰਹੀ ਸੀ ਜਿੰਨੀ ਤਪਦੀ ਰੇਤ ਵਿੱਚ ਪਠਿਆਰੇ ਜੌਂ ਭੁੰਨਦੇ ਹਨ। ਪਰ ਹਾਸ਼ਮ ਆਖਦਾ ਹੈ, ਸੱਸੀ ਦਾ ਯਕੀਨ ਦੇਖੋ, ਉਹ ਸਿਦਕ ਤੋਂ ਪਿੱਛੇ ਨਹੀਂ ਹਟੇ, ਸਰਦੀ ਰੇਤ ਉੱਪਰ ਹੀ ਤੁਰਦੀ ਗਈ। ਅਗਲਾ ਕਾਵਟੋਟਾ ਤੁੱਸਾ ਵੱਜਿਆ ਕੂਚ ਦਾ ਹੁਕਮ ਹੋਇਆ, ਚੜ੍ਹੇ ਸੁਰਮੇ ਸਿੰਘ ਦਲੇਰ ਮੀਆਂ, ਚੜ੍ਹੇ ਪੁੱਤ ਸਰਦਾਰਾਂ ਦੇ छैल ਬਾਕੇ, ਜੈਸੇ ਬੇਲਿਓ ਨਿਕਲਦੇ ਸ਼ੇਰ ਮੀਆਂ, ਚੜ੍ਹੇ ਸਭ ਮਜੈਲ ਦੁਆਬੇ ਜੀ, ਜਿਹਨਾਂ ਕਿਲੇ ਨਿਵਾਈ ਸੀ ਢੇਰ ਮੀਆਂ, ਸ਼ਾਹ ਮੁਹੰਮਦ ਤੁਰੇ ਜਮੂਰ ਖਾਨੇ, ਹੋਇਆ ਹੁਕਮ ਨਾ ਲਾਉਂਦੇ ਦੇਰ ਮੀਆਂ। ਪ੍ਰਸੰਗ ਇਹ ਕਾਵਟੋਟਾ ਸ਼ਾਹ ਮੁਹੰਮਦ ਦੀ ਪ੍ਰਸਿੱਧ ਰਚਨਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਵਿੱਚੋਂ ਲਿਆ ਗਿਆ ਹੈ। ਇਹ ਸਾਹਿਤਮਾਲਾ ਪੁਸਤਕ ਵਿੱਚ ਸਿੰਘਾਂ ਦੀ ਚੜ੍ਹਤ ਸਿਰਲੇਖ ਹੇਠ ਦਰਜ ਹੈ।
ਇਸ ਜੰਗਨਾਮੇ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਦਰਬਾਰ ਵਿੱਚ ਫੈਲੀ ਗੁਰਛਾਗਰਦੀ, ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈਆਂ ਦਾ ਅੰਤ, ਅੰਗਰੇਜ਼ਾਂ ਦੀ ਜਿੱਤ ਦਾ ਹਾਲ ਬੜੇ ਕਰੁਣਾਮਈ ਢੰਗ ਨਾਲ ਬਿਆਨ ਕੀਤਾ ਹੈ। ਵਿਆਖਿਆ: ਜਦੋਂ ਸਿੱਖ ਫੌਜਾਂ ਨੂੰ ਅੰਗਰੇਜ਼ਾਂ ਵਿਰੁੱਧ ਚੜ੍ਹਾਈ ਕਰਨ ਦਾ ਹੁਕਮ ਹੋਇਆ ਤਾਂ ਫੌਜਾਂ ਨਗਾਰਾ ਵਜਾ ਕੇ ਲੜਾਈ ਲਈ ਚੱਲ ਪਈਆਂ। ਸਿੱਖ ਫੌਜ ਦੇ ਵੱਡੇ ਵੱਡੇ ਸੂਰਮੇ ਤੇ ਦਲੇਰ ਜਵਾਨਾਂ ਨੇ ਅੰਗਰੇਜ਼ਾਂ ਵਿਰੁੱਧ ਚੜ੍ਹਾਈ ਕੀਤੀ। ਇਸ ਫੌਜ ਵਿੱਚ ਸ਼ਾਮਿਲ ਵੱਡੇ ਵੱਡੇ ਸਰਦਾਰਾਂ ਦੇ ਸੁੰਦਰ ਤੇ ਜਵਾਨ ਪੁੱਤਰ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਜਿਵੇਂ ਜੰਗਲਾਂ ਵਿੱਚੋਂ ਸ਼ੇਰ ਨਿਕਲਦੇ ਹਨ। ਇਹਨਾਂ ਫੌਜਾਂ ਵਿੱਚ ਮਾਝੇ ਅਤੇ ਦੁਆਬੇ ਦੇ ਵੀ ਉਹ ਬਹਾਦਰ ਵੀ ਸ਼ਾਮਲ ਸਨ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦਿਆਂ ਵੱਡੇ ਵੱਡੇ ਕਿਲ੍ਹਿਆਂ ਨੂੰ ਫਤਿਹ ਕੀਤਾ ਸੀ। ਫੌਜ ਦੇ ਨਾਲ ਜਮੂਰਖਾਨਾ ਵੀ ਚੱਲ ਪਿਆ ਤੇ ਇਸ ਤਰ੍ਹਾਂ ਜਦੋਂ ਸਿੱਖ ਫੌਜ ਨੂੰ ਚੜ੍ਹਾਈ ਕਰਨ ਦਾ ਹੁਕਮ ਹੋਇਆ ਤਾਂ ਉਹਨਾਂ ਨੂੰ ਤੁਰਦਿਆਂ ਜ਼ਰਾ ਵੀ ਦੇਰ ਨਾ ਲੱਗੀ। ਅਗਲਾ ਕਾਵਿ ਟੋਟਾ: ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜੜੀ ਖਾਲਸੇ ਨੇ ਤੇਗਾ ਮਾਰਿਆ ਨੀ, ਘੋੜੇ ਆਦਮੀ ਗੋਲਿਆਂ ਨਾਲ ਉੱਡਣ, ਹੱਥੀ ਟਹਿੰਦੇ ਸੁਣ ਮਾਰਿਆ ਨੀ, ਸ਼ਾਹ ਮੁਹੰਮਦ ਦਾ ਇੱਕੋ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ। ਪ੍ਰਸੰਗ: ਇਹ ਕਾਵਿ ਟੋਟਾ ਸ਼ਾਹ ਮੁਹੰਮਦ ਦੀ ਰਚਨਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਵਿੱਚੋਂ ਲਿਆ ਗਿਆ ਹੈ ਜੋ ਕਿ ਸਾਹਿਤਮਾਲਾ ਪੁਸਤਕ ਵਿੱਚ ਜੰਗ ਦਾ ਹਾਲ ਸਿਰਲੇਖ ਹੇਠ ਦਰਜ ਹੈ। ਇਸ ਜੰਗਨਾਮੇ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਦਰਬਾਰ ਵਿੱਚ ਫੈਲੀ ਗੁਰਛਾਗਰਦੀ ਅਤੇ ਅੰਗਰੇਜ਼ਾਂ ਤੇ ਸਿੰਘਾਂ ਦੀਆਂ ਲੜਾਈਆਂ ਦਾ ਵਰਣਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਕਵੀ ਸਿੱਖ ਫੌਜਾਂ ਦੀ ਹਾਰ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦਾ ਹੈ। ਵਿਆਖਿਆ: ਸ਼ਾਹ ਮੁਹੰਮਦ ਸਿੰਘਾਂ ਤੇ ਅੰਗਰੇਜ਼ਾਂ ਦੀ ਲੜਾਈਆਂ ਸੰਬੰਧੀ ਆਪਣਾ ਫੈਸਲਾ ਦਿੰਦਾ ਹੋਇਆ ਕਹਿੰਦਾ ਹੈ ਕਿ ਇਹ ਹਿੰਦੁਸਤਾਨ ਤੇ ਪੰਜਾਬ ਦੀ ਜੰਗ ਸੀ। ਅੰਗਰੇਜ਼ੀ ਰਾਜ ਤੇ ਸਿੱਖ ਰਾਜ ਦੋਹਾਂ ਬਾਦਸ਼ਾਹੀਆਂ ਦੀ ਫੌਜਾਂ ਬਹੁਤ ਭਾਰੀਆਂ ਸਨ। ਖਾਲਸਾ ਫੌਜ ਇੰਨੀ ਬਹਾਦਰੀ ਨਾਲ ਲੜੀ ਕਿ ਜੇਕਰ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਹੁੰਦਾ ਤਾਂ ਖੁਸ਼ ਹੋ ਕੇ ਸਿੰਘਾਂ ਨੂੰ ਭਾਰੀ ਇਨਾਮ ਦੇ ਕੇ ਉਹਨਾਂ ਦੀ ਬਹਾਦਰੀ ਦਾ ਮੁੱਲ ਪਾਉਂਦਾ। ਜੰਗ ਇੰਨੀ ਭਿਆਨਕ ਸੀ ਕਿ ਆਦਮੀ ਗੋਲੀਆਂ ਨਾਲ ਹੀ ਉੱਡਦੇ ਜਾ ਰਹੇ ਸਨ ਤੇ ਹਾਥੀ ਆਪਣੇ ਅਹੁਦਿਆਂ ਸਮੇਤ ਹੀ ਟਹਿ ਰਹੇ ਸਨ। ਕਵੀ ਆਖਦਾ ਹੈ ਕਿ ਖਾਲਸਾ ਫੌਜਾਂ ਤਾਂ ਜਿੱਤ ਪਈਆਂ ਸਨ ਪਰ ਉਹਨਾਂ ਦੀ ਹਾਰ ਕੇਵਲ ਇਸ ਕਾਰਨ ਹੋਈ ਕਿਉਂਕਿ ਉਹਨਾਂ ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਵਰਗੇ ਬਹਾਦਰਾਂ ਦੇ ਕਾਦਰਯਾਨ ਵਿਅਕਤੀ ਦੇ ਹੱਥ ਵਿੱਚ ਨਹੀਂ ਸੀ। ਪ੍ਰਸ਼ਨ ਚੌਥਾ ਕੇਂਦਰੀ ਭਾਵ: ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਪਰਮਾਤਮਾ ਹੀ ਸਭ ਜੀਵਾਂ ਦਾ ਅਸਲ ਮਾਤਾ ਪਿਤਾ ਅਤੇ ਸਾਖ ਸੰਬੰਧੀ ਹੈ। ਪਰਮਾਤਮਾ ਨੇ ਸਾਰੇ ਜੀਵਾਂ ਨੂੰ ਪੈਦਾ ਕਰਕੇ ਵੱਖ-ਵੱਖ ਕੰਮਾਂ ਕਾਰਾਂ ਵਿੱਚ ਲਾਇਆ ਹੈ। ਉਸ ਦਾ ਨਾਮ ਧਿਆਉਣ ਨਾਲ ਮਹਾਂਸੁਖ ਦੀ ਪ੍ਰਾਪਤੀ ਹੁੰਦੀ ਹੈ ਤੇ ਵਿਕਾਰਾਂ ਦਾ ਕੋਲ ਜਿੱਤਿਆ ਜਾ ਸਕਦਾ ਹੈ। ਮਿੱਠ ਬੋਲੜਾ ਜੀ ਹਰ ਸੱਜਣੋ, ਉਹ ਮਾਲਕ ਪਰਮਾਤਮਾ ਦਾ ਸੁਭਾਅ ਬਹੁਤ ਮਿੱਠਾ ਹੈ। ਉਹ ਹਰ ਜੀਵ ਵਿੱਚ ਵਸਦਾ ਹੈ ਅਤੇ ਸਾਰਿਆਂ ਨੂੰ ਆਤਮਿਕ ਸ਼ਾਂਤੀ ਭਰਪੂਰ ਜੀਵਨ ਦੇਣ ਵਾਲਾ ਹੈ। ਉਸਦੇ ਦਰਸ਼ਨ ਕਰਨ ਨਾਲ ਜੀਵਾਂ ਨੂੰ ਸ਼ਾਂਤੀ ਮਿਲਦੀ ਹੈ। ਉਹ ਕਣ-ਕਣ ਵਿੱਚ ਵਸਦਾ ਹੈ। ਉਸ ਦਾ ਧਿਆਨ ਕਰਕੇ ਮਨੁੱਖ ਸੰਸਾਰ ਸਮੁੰਦਰ ਨੂੰ ਪਾਰ ਕਰ ਸਕਦਾ ਹੈ। ਮੇਰਾ ਮਨ ਲੋਚੇ ਗੁਰਦਰਸ਼ਨ ਤਾਈ। ਇੱਕ ਗੁਰਸਿੱਖ ਮਨੁੱਖ ਗੁਰੂ ਦੇ ਵਿਛੋੜੇ ਵਿੱਚ ਬੇਕਰਾਰ ਹੁੰਦਾ ਹੈ ਅਤੇ ਉਸ ਦਾ ਮਿਲਾਪ ਪ੍ਰਾਪਤ ਕਰਨ ਲਈ ਤੜਪਦਾ ਹੈ। ਪ੍ਰਭੂ ਦੀ ਕਿਰਪਾ ਨਾਲ ਉਸ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਤੇ ਗੁਰੂ ਦੀ ਸਿੱਖਿਆ ਉੱਤੇ ਚੱਲ ਕੇ ਉਸ ਨੂੰ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਜੋ ਕਿ ਬਹੁਤ ਆਨੰਦਮਈ ਹੁੰਦਾ ਹੈ। ਸਤਿਗੁਰ ਨਾਨਕ ਪ੍ਰਗਟਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸੰਸਾਰ ਵਿੱਚ ਪਸਰਿਆ ਅਗਿਆਨਤਾ ਦਾ ਹਨੇਰਾ ਅਤੇ ਪਾਪਾਂ ਦਾ ਨਾਸ਼ ਹੋ ਗਿਆ। ਗੁਰੂ ਜੀ ਨੇ ਥਾਂ-ਥਾਂ ਤੇ ਜਾ ਕੇ ਸੱਚ ਦੇ ਧਰਮ ਦਾ ਪ੍ਰਚਾਰ ਕੀਤਾ। ਇਸ ਪ੍ਰਕਾਰ ਗੁਰੂ ਜੀ ਨੇ ਚਾਰੇ ਦਿਸ਼ਾਵਾਂ ਤੇ 9 ਖੰਡ ਪ੍ਰਿਥਵੀ ਨੂੰ ਧਾਰ ਦਿੱਤਾ। ਦੇਖ ਪਰਾਈਆਂ ਚੰਗੀਆਂ। ਉੱਚੇ ਨੈਤਿਕ ਗੁਣਾਂ ਦਾ ਮਾਲਿਕ ਗੁਰਸਿੱਖ ਜੋ ਗੁਣ ਉਸ ਨੂੰ ਸਾਧ ਸੰਗਤ ਤੋਂ ਪ੍ਰਾਪਤ ਹੁੰਦੇ ਹਨ। ਜਿਹਨਾਂ ਨੈਤਿਕ ਗੁਣਾਂ ਕਾਰਨ ਉਹ ਪਰਾਈਆਂ ਇਸਤਰੀਆਂ ਨੂੰ ਮਾਵਾਂ, ਧੀਆਂ ਤੇ ਭੈਣਾਂ ਸਮਝਦਾ ਹੈ ਤੇ ਪਰਾਏ ਹੱਕ, ਪਰਿਵਾਰਿਕ ਮੋਹ, ਹੰਕਾਰ, ਉਸਤਤ, ਨਿੰਦਿਆ ਤੋਂ ਬਚਦਾ ਹੈ। ਉਹ ਸੁੱਖ ਫਲ ਨੂੰ ਪ੍ਰਾਪਤ ਕਰਦਾ ਹੈ ਤੇ ਰਾਜ ਯੋਗ ਦਾ ਆਨੰਦ ਮਾਣਦਾ ਹੈ। ਆਪ ਭਲਾ ਸਭ ਜਗ ਭਲਾ। ਭਲੇ ਮਨੁੱਖ ਨੂੰ ਯੁਧਿਸ਼ਠਰ ਵਾਂਗ ਸਾਰਾ ਸੰਸਾਰ ਭਲਾ ਅਤੇ ਬੁਰੇ ਮਨੁੱਖ ਨੂੰ ਦੁਰਯੋਧਨ ਵਾਂਗ ਸਾਰਾ ਸੰਸਾਰ ਬੁਰਾ ਦਿਸਦਾ ਹੈ। ਹਰ ਇੱਕ ਮਨੁੱਖ ਜੀਵ ਨੂੰ ਆਪਣੀ ਭਾਵਨਾ ਦਾ ਫਲ ਪ੍ਰਾਪਤ ਹੁੰਦਾ ਹੈ ਜਿਸ ਕਰਕੇ ਪਾਂਡਵ ਸ਼੍ਰੀ ਕ੍ਰਿਸ਼ਨ ਦੇ ਪਿਆਰੇ ਅਤੇ ਕੌਰਵ ਉਹਨਾਂ ਦੇ ਤਿਰਸਕਾਰ ਦੇ ਪਾਤਰ ਬਣੇ। ਅਕਿਰਤਕਣ
ਧਰਤੀ ਨੂੰ ਉੱਚੇ ਉੱਚੇ ਪਹਾੜ, ਸਮੁੰਦਰ, ਨਦੀਆਂ, ਦਰਿਆ, ਕੋਟਗੜ, ਘਰ-ਬਾਰ, ਫਲਾਂ ਨਾਲ ਭਰੇ ਹੋਏ ਰੁੱਖ ਅਤੇ ਅਣਗਿਣਤ ਜੀਵ ਜੰਤੂ ਭਾਰੇ ਨਹੀਂ ਲੱਗਦੇ। ਉਸਨੂੰ ਤਾਂ ਕੇਵਲ ਕਿਸੇ ਦੁਆਰਾ ਕੀਤੀ ਨੇਕੀ ਨੂੰ ਭੁੱਲ ਜਾਣ ਵਾਲੇ ਅਕ੍ਰਿਤਕ ਮਨੁੱਖ ਹੀ ਭਾਰੇ ਲੱਗਦੇ ਹਨ, ਜੋ ਕਿ ਮੰਦਿਆਂ ਤੋਂ ਵੀ ਮੰਦੇ ਹੁੰਦੇ ਹਨ। ਤੇਰਾ ਨਾਮ ਧਿਆਈ ਦਾ ਸਾਈਂ। ਮਨੁੱਖ ਨੂੰ ਪਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਹੈ ਅਤੇ ਨਿਰਮਾਤਾ ਨੂੰ ਧਾਰਨ ਕਰਕੇ ਹੀ ਰੱਖਣਾ ਚਾਹੀਦਾ ਹੈ, ਕਿਉਂਕਿ ਪਰਮਾਤਮਾ ਦੇ ਇਸ਼ਕ ਵਿੱਚ ਜਾਨ ਦੀ ਬਾਜੀ ਲਾ ਕੇ ਹੀ ਉਹ ਪਰਮਾਤਮਾ ਨੂੰ ਪਾ ਸਕਦਾ ਹੈ। ਪੂਰਨ ਦਾ ਜਨਮ। ਸਿਆਲਕੋਟ ਦੇ ਰਾਜੇ ਸਲਵਾਹਨ ਦੇ ਘਰ ਪੂਰਨ ਦਾ ਜਨਮ ਹੋਇਆ, ਜਿਸ ਨੂੰ ਜੋਤਸ਼ੀਆਂ ਦੇ ਕਹਿਣ ਉੱਤੇ ਰਾਜੇ ਨੇ 12 ਸਾਲ ਲਈ ਭੋਰੇ ਦੀ ਕੋਠੜੀ ਵਿੱਚ ਪਾ ਦਿੱਤਾ। ਮਾਂ ਪੁੱਤਰ ਦਾ ਮੇਲ। ਸਿਆਲਕੋਟ ਵਿਖੇ ਆਪਣੇ ਬਾਗ ਵਿੱਚ ਬੈਠੇ ਪੂਰਨ ਭਗਤ ਦੀ ਪ੍ਰਸਿੱਧੀ ਫੈਲਣ ਨਾਲ ਉਸਦੀ ਅੰਨੀ ਹੋਈ ਮਾਂ ਇਸ਼ਰਾ ਡਿੱਗਦੀ ਟਹਿੰਦੀ ਉਸਨੂੰ ਮਿਲਣ ਆਈ ਤੇ ਮਾਂ ਨੇ ਉਸਦੀ ਆਵਾਜ਼ ਪਛਾਣ ਕੇ ਉਸਦਾ ਖਾਨਦਾਨ ਪੁੱਛਿਆ। ਪੂਰਨ ਦੀ ਅਸਲੀਅਤ ਦੱਸਣ ਤੇ ਮਾਤਾ ਦੀ ਨਜ਼ਰ ਪਰਤ ਆਈ ਤੇ ਇਸ ਤਰ੍ਹਾਂ ਮਾਂ ਪੁੱਤਰ ਦਾ ਮੇਲ ਹੋ ਗਿਆ। ਕਿੱਸਾ ਸੱਸੀ ਪੁੰਨੂ। ਆਪਣੇ ਪ੍ਰੀਤਮ ਤੋਂ ਵਿਛੜ ਕੇ ਸੱਸੀ ਉਸਦਾ ਪਿੱਛਾ ਕਰਨ ਲਈ ਉਸਦੀ ਡਾਚੀ ਦੇ ਪੈਰ ਲੱਭਦੀ ਹੋਈ ਤਪਦੇ ਮਾਰੂਥਲ ਵਿੱਚ ਚੱਲ ਪਈ ਤੇ ਉੱਥੇ ਹੀ ਗਰਮੀ ਵਿੱਚ ਉਸਦੀ ਮੌਤ ਹੋ ਗਈ। ਉਹ ਰੱਬ ਦਾ ਲੱਖ ਲੱਖ ਸ਼ੁਕਰਾਨਾ ਕਰ ਰਹੀ ਸੀ ਕਿ ਉਹ ਇਸ਼ਕ ਦੀ ਵਿੱਚ ਪੂਰੀ ਉਤਰੀ ਹੈ। ਸਿੰਘਾਂ ਦੀ ਝੜਕ। ਅੰਗਰੇਜ਼ਾਂ ਉੱਪਰ ਚੜ੍ਹਾਈ ਦਾ ਹੁਕਮ ਹੁੰਦਿਆਂ ਸਿੱਖ ਫੌਜਾਂ ਦਾ ਤੋਸਾ ਵਜਾ ਕੇ ਤੁਰ ਪਈਆਂ। ਉਹ ਫੌਜ ਵਿੱਚ ਸਰਕਾਰਾਂ ਦੇ ਬਹਾਦਰ ਪੁੱਤਰ ਤੇ ਮਜੈਲ ਦੁਆਬੀ ਸੁਰਬੀਰਾਂ ਤੋਂ ਬਿਨਾਂ ਜ਼ਬੂਤਖਾਨਾ ਵੀ ਸ਼ਾਮਿਲ ਸੀ। ਜੰਗਾਂ ਦਾ ਹਾਲ। ਸਿੰਘਾਂ ਦੀਆਂ ਫੌਜਾਂ ਨੇ ਲੜਾਈ ਵਿੱਚ ਅੰਗਰੇਜ਼ਾਂ ਨੂੰ ਕਰਾਰੇ ਹੱਥ ਦਿਖਾਏ, ਪਰ ਮਹਾਰਾਜਾ ਰਣਜੀਤ ਸਿੰਘ ਦੀ ਅਣਹੋਂਦ ਕਾਰਨ ਉਹਨਾਂ ਦੀ ਹਾਰ ਹੋਈ। ਪ੍ਰਸ਼ਨ 5। ਵਾਰਤਕ ਜਾਂ ਕਹਾਣੀ ਭਾਗ ਵਿੱਚੋਂ ਕਿਸੇ ਇੱਕ ਦਾ ਸਾਰ ਲਿਖਣਾ। ਬੰਬ ਬਹਾਦਰ ਕਹਾਣੀ ਦਾ ਸਾਰ। ਇੱਕ ਮਹਾਰਾਜੇ ਦਾ ਬੰਬ ਬਹਾਦਰ ਨਾਂ ਦਾ ਹਾਥੀਖਾਨੇ ਵਿੱਚ ਧੂਮ ਮਚਾਈ ਰੱਖਦਾ ਸੀ। ਇਸ ਦਾ ਕਾਰਨ ਇਹ ਸੀ ਕਿ ਹਾਥੀਖਾਨੇ ਦਾ ਮਹੰਤ ਮਾਤਾ ਦੀਨ ਬੰਬ ਬਹਾਦਰ ਦੇ ਰਾਤ ਵਿੱਚ ਹਰ ਰੋਜ਼ ਚੋਰੀ ਕਰਦਾ ਸੀ। ਮਹੰਤ ਨੇ ਰਾਜੇ ਕੋਲ ਬੰਬ ਦੀ ਸ਼ਿਕਾਇਤ ਕੀਤੀ, ਪਰ ਬੰਬ ਬਹਾਦਰ ਦੇ ਪਿਆਰ ਤੇ ਕੋਮਲਤਾ ਤੋਂ ਜਾਣੂ ਸਨ। ਇਸ ਕਰਕੇ ਜਦੋਂ ਉਹ ਆਪਣੀ ਨਵ ਵਿਆਹੀ ਮਹਾਰਾਣੀ ਨਾਲ ਉਸ ਉੱਤੇ ਮਹਿਲਾਂ ਤੇ ਬੈਠ ਕੇ ਆਏ ਤਾਂ ਕੋਈ ਵੀ ਬੰਬ ਦੀ ਗਲਤੀ ਨਾ ਕੱਢ ਸਕਿਆ। ਮਹਾਰਾਜ ਨੇ ਸ਼ਾਹੀ ਮਹਿਲਾਂ ਵਿੱਚ ਪੁੱਜ ਕੇ ਮਹਾਰਾਣੀ ਦੀ ਬੰਬ ਨਾਲ ਜਾਣ ਪਛਾਣ ਕਰਾਈ ਤੇ ਉਸਨੂੰ ਮਹਾਰਾਣੀ ਨੂੰ ਕਿਹਾ ਕਿ ਉਹ ਹਫ਼ਤੇ ਵਿੱਚ ਇੱਕ ਵਾਰੀ ਹਾਥੀਖਾਨੇ ਜਾ ਕੇ ਬੰਬ ਨੂੰ ਦੇਖ ਆਇਆ ਕਰਨ। ਇੱਕ ਦਿਨ ਮਹਾਰਾਣੀ ਬੰਬ ਲਈ 10 ਸੇਰ ਲੱਡੂ ਬਣਵਾ ਕੇ ਲੈ ਕੇ ਗਈ। ਲੱਡੂ ਖਾ ਕੇ ਬੰਬ ਨੂੰ ਪਿਆਰ ਦੀ ਮਸਤੀ ਚੜ੍ਹ ਗਈ। ਉਸ ਦਿਨ ਮਾਤਾ ਦੀਨ ਨੇ ਲੱਡੂਆਂ ਦੇ ਬਦਲੇ ਬੰਬ ਦੇ ਰਾਤ ਵਿੱਚ ਹੋਰ ਵੱਧ ਚੋਰੀ ਕੀਤੀ ਸੀ, ਜਿਸ ਤੋਂ ਬੰਬ ਨੂੰ ਹੋਰ ਗੁੱਸਾ ਚੜ੍ਹ ਗਿਆ। ਮਹਾਰਾਣੀ ਨੇ ਬੰਬ ਕੋਲ ਹਫ਼ਤੇ ਵਿੱਚ 2 ਵਾਰੀ ਜਾਣਾ ਸ਼ੁਰੂ ਕਰ ਦਿੱਤਾ। ਬੰਬ ਉਸਦੇ ਹੱਥੋਂ ਬੜੇ ਚਾਅ ਨਾਲ ਲੱਡੂ ਜਾਂ ਪਰੌਂਠੇ ਖਾਂਦਾ। ਬੰਬ ਮਹਾਰਾਣੀ ਨੂੰ ਸਿਰ ਉੱਤੇ ਬਿਠਾ ਲੈਂਦਾ ਤੇ ਸੁੰਡ ਉੱਪਰ ਚੁੱਕ ਕੇ ਸਲਾਮੀਆਂ ਦਿੰਦਾ। ਇੱਕ ਦਿਨ ਮਾਤਾ ਦੀਨ ਨੇ ਮਹਾਰਾਜਾ ਦੇ ਸ਼ਿਕਾਰ ਉੱਤੇ ਜਾਣ ਲਈ ਬੰਬ ਦੀ ਥਾਂ ਹੋਰ ਹਾਥੀ ਭੇਜ ਦਿੱਤਾ। ਇਹ ਦੇਖ ਕੇ ਬੰਬ ਨੂੰ ਬਹੁਤ ਗੁੱਸਾ ਚੜ੍ਹ ਗਿਆ। ਉਸਨੇ ਮਾਤਾ ਦੀਨ ਨੂੰ ਪੈਰਾਂ ਹੇਠਾਂ ਸੁੱਟ ਕੇ ਮੱਲ ਕੇ ਮਾਰ ਸੁੱਟਿਆ ਤੇ ਫਿਰ ਸੰਗਲ ਤੋੜਾ ਕੇ ਉਸਦਾ ਕੋਠਾ ਢਾਹ ਦਿੱਤਾ। ਜਦੋਂ ਇਸ ਬਾਰੇ ਮਹਾਰਾਣੀ ਨੂੰ ਪਤਾ ਲੱਗਿਆ ਤਾਂ ਉਹ ਬੰਬ ਦੇ ਰਾਹ ਵਿੱਚ ਪਹੁੰਚ ਗਈ। ਉਹ ਉਸ ਸਮੇਂ ਬੰਬ ਆਪਣੀ ਸੁੰਡ ਵਿੱਚ ਛੱਪੜ ਦਾ ਗੰਦਾ ਪਾਣੀ ਭਰ ਕੇ ਆਪਣੇ ਵੱਲ ਆਉਣ ਵਾਲੇ ਹਰ ਬੰਦੇ ਉੱਤੇ ਸੁੱਟ ਰਿਹਾ ਸੀ। ਮਹਾਰਾਣੀ ਨੂੰ ਦੇਖ ਕੇ ਬੰਬ ਇੱਕ ਥਾਂ ਤੇ ਖੜਾ ਹੋ ਗਿਆ। ਮਹਾਰਾਣੀ ਉਸ ਕੋਲ ਪਹੁੰਚ ਗਈ। ਬੰਬ ਦੀ ਸੁੰਡ ਗੰਦੀ ਹੋਣ ਕਰਕੇ ਉਸਨੇ ਮਹਾਰਾਣੀ ਨੂੰ ਨਹੀਂ ਛੁਇਆ। ਰਾਤਬ ਚੋਰੀ ਬਾਰੇ ਮਹਾਰਾਣੀ ਨੂੰ ਪਤਾ ਚੱਲ ਗਿਆ ਸੀ। ਉਹ ਸਮਝਦੀ ਸੀ ਕਿ ਮਾਤਾ ਦੀਨ ਨੇ ਬੰਬ ਨੂੰ ਬਹੁਤ ਦੁਖੀ ਕੀਤਾ ਹੈ। ਮਹਾਰਾਣੀ ਨੇ ਬੰਬ ਨੂੰ ਕਿਹਾ ਕਿ ਮਾਤਾ ਦੀਨ ਦੇ ਬੱਚਿਆਂ ਦੇ ਰਹਿਣ ਵਾਲਾ ਕੋਠਾ ਢਾਹ ਕੇ ਉਸਨੇ ਚੰਗਾ ਨਹੀਂ ਕੀਤਾ, ਇਸ ਲਈ ਉਸਨੂੰ ਆਪਣਾ ਅੱਧਾ ਰਾਤਬ ਕਟਾ ਕੇ ਉਹਨਾਂ ਪੈਸਿਆਂ ਨਾਲ ਬੱਚਿਆਂ ਲਈ ਕੋਠੀ ਬਣਾ
ਕੇ ਦੇਣਾ ਹੋਵੇਗਾ। ਬੰਬ ਨੇ ਆਪਣੀ ਸੁੰਡ ਨਾਲ ਮਹਾਰਾਣੀ ਦੇ ਪੈਰਾਂ ਦੁਆਲੇ ਚੱਕਰ ਕੱਢ ਕੇ ਆਪਣੀ ਸਹਿਮਤੀ ਪ੍ਰਗਟ ਕੀਤੀ। ਇੰਜ ਲੱਗ ਰਿਹਾ ਸੀ ਜਿਵੇਂ ਬੰਬ ਸਮਝ ਗਿਆ ਹੋਵੇ ਕਿ ਮਹਾਰਾਣੀ ਸਭ ਕੁਝ ਉਸਦੇ ਭਲੇ ਲਈ ਕਹਿ ਰਹੀ ਹੈ। ਇਸ ਪਿੱਛੋਂ ਬੰਬ ਆਪਣੇ ਅੱਧੇ ਰਾਤਬ ਉੱਤੇ ਬਹੁਤ ਖੁਸ਼ ਸੀ। ਹੁਣ ਫਿਰ ਮਹਾਰਾਣੀ ਦੇ ਆਉਣ ਤੇ ਉਹ ਉਸ ਨੂੰ ਆਪਣੇ ਸਿਰ ਉੱਤੇ ਬਿਠਾ ਕੇ ਚੱਕਰ ਲਾਉਣ ਲੱਗ ਪਿਆ। ਬਾਗੀ ਦੀ ਧੀ। ਦੇਸ਼ ਵਿੱਚ ਚੱਲ ਰਹੀ ਆਜ਼ਾਦੀ ਦੀ ਲੜਾਈ ਸਮੇਂ ਜਦੋਂ ਪੁਲਿਸ ਕਿਸ਼ਨ ਸਿੰਘ ਨੂੰ ਗ੍ਰਿਫਤਾਰ ਕਰਨ ਆਈ ਤਾਂ ਉਸ ਸਮੇਂ ਉਸਦੀ ਧੀ ਲਾਜ ਦੀ ਉਮਰ 12 ਕੁ ਸਾਲ ਦੀ ਸੀ ਤੇ ਲਾਜ ਨੂੰ 102 ਡਿਗਰੀ ਬੁਖਾਰ ਸੀ। ਕਿਸ਼ਨ ਸਿੰਘ ਦੀ ਪਤਨੀ ਅਤੇ ਲਾਜ ਦੀ ਮਾਂ ਸ਼ਰਨ ਕੌਰ ਵੀ ਘਰ ਨਹੀਂ ਸੀ। ਉਹ ਔਰਤਾਂ ਦੀ ਇੱਕ ਮੀਟਿੰਗ ਵਿੱਚ ਗਈ ਹੋਈ ਸੀ। ਕਿਸ਼ਨ ਸਿੰਘ ਨੂੰ ਜੇਲ੍ਹ ਜਾਣ ਦਾ ਡਰ ਨਹੀਂ ਸੀ, ਪਰ ਲਾਜ ਦੇ ਬਿਮਾਰ ਹੋਣ ਕਾਰਨ ਉਹ ਫਿਕਰਮੰਦ ਸੀ। ਲਾਜ ਨੇ ਉਸ ਨੂੰ ਬੇਫਿਕਰ ਹੋ ਕੇ ਜੇਲ੍ਹ ਜਾਣ ਲਈ ਪ੍ਰੇਰਿਆ। ਕਿਸ਼ਨ ਸਿੰਘ ਲਾਜ ਨੂੰ ਆਪਣੀ ਭੈਣ ਵੀਰਾਵਲੀ ਦੇ ਆਸਰੇ ਛੱਡ ਕੇ ਆਪ ਪੁਲਿਸ ਵਾਲਿਆਂ ਨਾਲ ਚਲਾ ਗਿਆ। ਦੂਜੇ ਪਾਸੇ ਕੌਮੀ ਝੰਡਾ ਹੱਥ ਵਿੱਚ ਫੜ ਕੇ ਔਰਤਾਂ ਦੇ ਜਲੂਸ ਦੀ ਅਗਵਾਈ ਕਰ ਰਹੀ ਸ਼ਰਨ ਕੌਰ ਨੇ ਵੀ ਗ੍ਰਿਫਤਾਰੀ ਦੇ ਦਿੱਤੀ। ਉੱਥੇ ਕਿਸ਼ਨ ਸਿੰਘ ਨੇ ਬੀਬੀਆਂ ਦੇ ਜੇਲ੍ਹ ਅਧਿਕਾਰੀ ਨਾਲ ਝੰਡੇ ਸੰਬੰਧੀ ਹੋ ਰਹੇ ਝਗੜੇ ਨੂੰ ਨਿਪਟਾਇਆ ਤੇ ਫਿਰ ਦੋਵੇਂ ਪਤੀ ਪਤਨੀ ਵੱਖਰੇ ਵੱਖਰੇ ਵਾਰਡਾਂ ਵਿੱਚ ਕੈਦ ਕਰ ਦਿੱਤੇ ਗਏ। ਲਾਜ ਦਾ ਬੁਖਾਰ ਠੀਕ ਹੋਣ ਮਗਰੋਂ ਵੀਰਾਵਲੀ ਉਸ ਨੂੰ ਆਪਣੇ ਘਰ ਲੈ ਗਈ। ਜਦੋਂ ਵੀਰਾਵਲੀ ਦਾ ਪਤੀ ਹੁਸ਼ਨਾਕ ਸਿੰਘ ਛੁੱਟੀ ਲੈ ਕੇ ਘਰ ਆਇਆ ਤਾਂ ਉਹ ਲਾਜ ਨੂੰ ਦੇਖ ਕੇ ਗੁੱਸੇ ਨਾਲ ਭਰ ਗਿਆ, ਕਿਉਂਕਿ ਉਸ ਨੂੰ ਆਸ ਸੀ ਕਿ ਉਸ ਨੂੰ ਸੂਬੇਦਾਰ ਮੇਜਰ ਬਣਾ ਦਿੱਤਾ ਜਾਵੇਗਾ, ਪਰ ਭਾਗਿਆ ਦੀ ਧੀ ਘਰ ਵਿੱਚ ਰੱਖਣ ਕਰਕੇ ਉਸਦੀ ਤਰੱਕੀ ਰੁਕ ਸਕਦੀ ਹੈ। ਉਸ ਨੇ ਵੀਰਾਵਲੀ ਨੂੰ ਕਿਹਾ ਕਿ ਉਹ ਭਾਗਿਆ ਦੀ ਧੀ ਨੂੰ ਘਰ ਵਿੱਚ ਰੱਖ ਕੇ ਉਸਦੀ ਤਰੱਕੀ ਦੇ ਰਾਹ ਵਿੱਚ ਰੋਕ ਪਾ ਰਹੀ ਹੈ। ਛੁੱਟੀ ਖਤਮ ਹੋਣ ਤੇ ਹੁਸ਼ਨਾਕ ਸਿੰਘ ਵੀਰਾਵਲੀ ਨੂੰ ਟਾਂਗੇ ਤੇ ਬਿਠਾ ਕੇ ਆਪਣੇ ਨਾਲ ਲੈ ਗਿਆ ਤੇ ਲਾਜ ਬੂਹੇ ਵਿੱਚ ਖੇਡਦੀ ਕੁੜੀਆਂ ਨਾਲ ਪਿੱਛੇ ਰਹਿ ਗਈ। ਵੀਰਾਵਲੀ ਆਪਣੇ ਭਰਾ ਨਾਲ ਅਮਾਨਤ ਵਿੱਚ ਖਿਆਨਤ ਕਰਨ ਦੇ ਸਦਮੇ ਨੂੰ ਨਾ ਸਹਿ ਸਕੀ ਤੇ ਮਰ ਗਈ। ਲਾਜ ਹੁਣ ਲਾਹੌਰ ਦੇ ਤਬਤੀਕ ਹਸਪਤਾਲ ਵਿੱਚ ਦਾਖਲ ਸੀ। ਰਿਹਾਈ ਤੋਂ ਬਾਅਦ ਸ਼ਰਨ ਕੌਰ ਹਸਪਤਾਲ ਪੁੱਜ ਗਈ। ਉੱਥੇ ਉਸ ਨੂੰ ਉਸਦਾ ਪਤਾ ਲੱਗਾ ਕਿ ਲਾਜ ਦੇ ਅਸਲੀ ਨਾਂ ਤੋਂ ਹਸਪਤਾਲ ਵਿੱਚ ਉਸ ਨੂੰ ਕੋਈ ਨਹੀਂ ਜਾਣਦਾ, ਸਗੋਂ ਉਸਦਾ ਨਾਂ ਬਾਗੀ ਦੀ ਧੀ ਪ੍ਰਸਿੱਧ ਹੋ ਚੁੱਕਾ ਸੀ। ਉਹ ਇੱਕ ਸਫਾਈ ਸੇਵਕਾ ਤੋਂ ਪਤਾ ਕਰਕੇ ਜਦੋਂ ਲਾਜ ਦੇ ਕਮਰੇ ਵਿੱਚ ਪੁੱਜੀ ਤਾਂ ਲਾਜ ਮਰ ਚੁੱਕੀ ਸੀ। ਧਰਤੀ ਹੇਠਲਾ ਬਲਦ ਕਹਾਣੀ ਦਾ ਸਾਰ। ਮਾਨ ਸਿੰਘ ਬਰਮਾ ਦੇ ਫਰੰਟ ਤੋਂ ਫੌਜ ਵਿੱਚੋਂ ਛੁੱਟੀ ਕੱਟਣ ਲਈ ਆਉਂਦਾ ਹੈ ਤਾਂ ਉਹ ਖੁਸ਼ੀ-ਖੁਸ਼ੀ ਆਪਣੇ ਫੌਜੀ ਮਿੱਤਰ ਕਰਮ ਸਿੰਘ ਦੀ ਇੱਛਾ ਅਨੁਸਾਰ ਉਸਦੇ ਪਰਿਵਾਰ ਨੂੰ ਮਿਲਣ ਲਈ ਆਪਣੇ ਪਿੰਡ ਚੂਹੜਖਾਨੇ ਤੋਂ ਮਾਝੇ ਵਿੱਚ ਉਸਦੇ ਪਿੰਡ ਠੱਠੀ ਖਾਰੇ ਜਾਂਦਾ ਹੈ। ਪਰ ਉਸਦੇ ਪਹੁੰਚਣ ਤੋਂ ਪਹਿਲਾਂ ਹੀ ਕਰਮ ਸਿੰਘ ਦੇ ਲੜਾਈ ਵਿੱਚ ਮਾਰੇ ਜਾਣ ਦੀ ਖਬਰ ਪਰਿਵਾਰ ਕੋਲ ਪਹੁੰਚ ਜਾਂਦੀ ਹੈ। ਮਾਨ ਸਿੰਘ ਨੇ ਕਰਮ ਸਿੰਘ ਦਾ ਬਾਪੂ ਅਤੇ ਉਸਦੇ ਬਾਕੀ ਪਰਿਵਾਰ ਉਸਦੇ ਪਹੁੰਚਣ ਤੇ ਖੁਸ਼ ਨਾ ਜਾਪਿਆ। ਕਰਮ ਸਿੰਘ ਦੀ ਮਾਂ ਮਾਨ ਸਿੰਘ ਲਈ ਚਾਹ ਲੈ ਕੇ ਆਈ ਤਾਂ ਉਸਨੇ ਵੀ ਮਾਨ ਸਿੰਘ ਦੀ ਗੱਲਬਾਤ ਕਰਨ ਤੇ ਕੋਈ ਦਿਲਚਸਪੀ ਜ਼ਾਹਰ ਨਾ ਕੀਤੀ। ਜਦੋਂ ਮਾਨ ਸਿੰਘ ਕਰਮ ਸਿੰਘ ਦੀਆਂ ਫੌਜਾਂ ਵਿੱਚ ਹੋਈਆਂ ਪ੍ਰਾਪਤੀਆਂ ਬਾਰੇ ਉਸਦੇ ਛੋਟੇ ਭਰਾ ਜਸਵੰਤ ਮਾਨ ਨਾਲ ਗੱਲਾਂ ਕਰਨ ਲੱਗਾ ਤਾਂ ਉਸਨੇ ਵੀ ਬਹੁਤੀ ਖੁਸ਼ੀ ਜ਼ਾਹਿਰ ਨਹੀਂ ਕੀਤੀ। ਮਾਨ ਸਿੰਘ ਨਾਲ ਤਰਨਤਾਰਨ ਗਿਆ ਜਸਵੰਤ ਸਿੰਘ ਵੀ ਕੁੱਟਿਆ ਰਿਹਾ। ਤਰਨਤਾਰਨ ਤੋਂ ਵਾਪਸ ਆ ਕੇ ਮਾਨ ਸਿੰਘ ਕਰਮ ਸਿੰਘ ਦੇ ਪਰਿਵਾਰ ਨਾਲ ਨਾ ਖੁਸ਼ ਜਿਹੇ ਵਰਤਾਓ ਕਾਰਨ ਵਾਪਸ ਜਾਣ ਦੀਆਂ ਸਲਾਹਾਂ ਹੀ ਕਰ ਰਿਹਾ ਸੀ ਕਿ ਡਾਕੀਆ ਕਰਮ ਸਿੰਘ ਦੀ ਪੈਨਸ਼ਨ ਦੇ ਕਾਗਜ਼ ਲੈ ਕੇ ਆ ਗਿਆ, ਜਿਸ ਤੋਂ ਉਸਨੂੰ ਕਰਮ ਸਿੰਘ ਦੀ ਮੌਤ ਦੇ ਬਾਰੇ ਪਤਾ ਲੱਗ ਜਾਂਦਾ ਹੈ। ਕਰਮ ਸਿੰਘ ਦਾ ਬਾਪੂ ਵੀ ਡਾਕੇ ਨੂੰ ਦੇਖ ਕੇ ਸਮਝ ਜਾਂਦਾ ਹੈ ਕਿ ਹੁਣ ਹਰ ਗੱਲ ਛੁਪਾਉਣ ਦਾ ਕੋਈ ਲਾਭ ਨਹੀਂ ਹੈ। ਉਹ ਇਸ ਬਾਰੇ ਮਾਨ ਸਿੰਘ ਨੂੰ ਦੱਸਦਾ ਹੈ ਕਿ ਉਹ ਉਸਦੀ ਛੁੱਟੀ ਨਹੀਂ ਖਰਾਬ ਕਰਨਾ ਚਾਹੁੰਦੇ ਸਨ, ਕਿਉਂਕਿ ਫੌਜੀਆਂ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ। ਇਸ ਲਈ ਉਹਨਾਂ ਨੇ ਕਰਮ ਸਿੰਘ ਦੀ ਮੌਤ ਉਸ ਤੋਂ ਛੁਪਾ ਕੇ ਰੱਖੀ ਸੀ। ਜਦੋਂ ਮਾਨ ਸਿੰਘ ਵਾਪਸ ਜਾਂਦੇ ਆ ਕਿਲਿਆਂ ਵਰਗੇ ਮਾਝੇ ਦੇ ਪਿੰਡ ਤੇ ਤਾੜਵੀਆਂ ਦਾ ਟਾਕਰਾ ਕਰਨ ਵਾਲੇ ਸ਼ਹੀਦਾਂ ਦੀਆਂ ਮੜੀਆਂ ਤੇ ਸਮਾਧਾਂ ਦੇਖਦਾ ਹੈ ਤਾਂ ਉਹ ਸਮਝ ਜਾਂਦਾ ਹੈ ਕਿ ਕਰਮ ਸਿੰਘ ਦੇ ਬਾਪ ਵਿੱਚ ਇੰਨੀ ਸਹਿਣ ਸ਼ਕਤੀ ਕਿਉਂ ਹੈ। ਉਹ ਦੂਜਿਆਂ ਦੇ ਦੁੱਖਾਂ ਦੇ ਭਾਰ ਤੋਂ ਹੌਲਾ ਰੱਖਣ ਲਈ ਸਾਰਾ ਭਾਰ ਆਪੇ ਚੁੱਕਣ ਦੀ ਕੋਸ਼ਿਸ਼ ਕਰਦਾ ਹੈ। ਇਸ ਤਰ੍ਹਾਂ ਮਾਨ ਸਿੰਘ ਨੂੰ ਕਰਮ ਸਿੰਘ ਦਾ ਬਾਪ ਧਰਤੀ ਹੇਠਲਾ ਬਲਦ ਪ੍ਰਤੀਤ ਹੋਇਆ ਹੈ। ਇੱਕ ਪੈਰ ਘੱਟ ਤੁਰਨਾ ਕਹਾਣੀ ਦਾ ਸਾਰ। ਰਸ਼ੀਦ ਦਿੱਲੀ ਦੇ ਇੱਕ ਦਫ਼ਤਰ ਵਿੱਚ ਕੰਮ ਕਰਦਾ ਹੋਇਆ ਦਰਿਆਗੰਜ ਦੀ ਇੱਕ ਤੰਗ ਜਿਹੀ ਥਾਂ ਵਿੱਚ ਰਹਿੰਦਾ ਹੈ। ਰਸ਼ੀਦ ਦੇ ਪਤਨੀ ਦੇ 2 ਬੱਚੇ ਮਰ ਚੁੱਕੇ ਸਨ।
ਉਸ ਦਾ ਇੱਕ ਬੇਟਾ ਅਸਲਮ ਅਮਰੀਕਾ ਵਿੱਚ ਡਾਕਟਰੀ ਕਰਦਾ ਹੈ। ਜਦੋਂ ਰਸ਼ੀਦ ਦੇ ਪਸਲੀਆਂ ਤੋਂ ਹੇਠਾਂ ਦਰਦ ਉੱਠਦਾ ਤਾਂ ਡਾਕਟਰ ਨੂੰ ਦਿਖਾਉਣ ਤੇ ਉਸ ਨੂੰ ਡਾਕਟਰ ਨੇ ਟੈਸਟ ਕਰਕੇ ਦੱਸਿਆ ਕਿ ਉਹਦੇ ਮੈਦੇ ਵਿੱਚ ਕੈਂਸਰ ਹੈ ਅਤੇ ਉਸ ਨੂੰ ਆਪਣੇ ਪੁੱਤਰ ਨੂੰ ਅਮਰੀਕਾ ਤੋਂ ਬੁਲਾਉਣ ਲੈਣਾ ਚਾਹੀਦਾ ਹੈ ਤੇ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ। ਉਸ ਦੇ ਪੁੱਛਣ ਤੇ ਡਾਕਟਰ ਨੇ ਦੱਸਿਆ ਕਿ ਉਹ ਦਵਾਈਆਂ ਖਾਣ ਨਾਲ ਸਾਲ ਤੇ ਬਿਨਾਂ ਕੋਈ ਹੋਰ ਦਵਾਈ ਖਾਂਦੇ ਲਗਭਗ 6 ਮਹੀਨੇ ਜਿੰਦਾ ਰਹਿ ਸਕਦਾ ਹੈ। ਰਸ਼ੀਦ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਜ਼ਿੰਦਗੀ ਦੇ ਬਚੇ ਹੋਏ ਦਿਨ ਗੁਜ਼ਾਰਨ ਲਈ ਅਤੇ ਜ਼ਰੂਰਤ ਅਨੁਸਾਰ ਲੋੜੀਂਦਾ ਸਮਾਨ ਰੱਖ ਕੇ ਬਾਕੀ ਸਾਰਾ ਸਮਾਨ ਵੇਚ ਵੱਟ ਕੇ ਆਪਣੇ ਪਿੰਡ ਚਲਾ ਜਾਂਦਾ ਹੈ। ਪਿੰਡ ਵਿੱਚ ਜਾਣ ਲਈ ਉਹ ਜ਼ਿੰਦਗੀ ਵਿੱਚ ਪਹਿਲੀ ਵਾਰ ਫਸਟ ਕਲਾਸ ਵਿੱਚ ਸਫ਼ਰ ਕਰਦਾ ਹੈ। ਉਹ ਸ਼ਹਿਰ ਦੇ ਤੰਗ ਜਿਹੇ ਘੁਟਣ ਵਾਲੇ ਮਾਹੌਲ ਵਿੱਚੋਂ ਆ ਕੇ ਆਪਣੇ ਪਿੰਡ ਦੇ ਖੁੱਲ੍ਹੇ ਡੁੱਲੇ ਮਾਹੌਲ ਵਿੱਚ ਆ ਕੇ ਬਹੁਤ ਖੁਸ਼ੀ ਮਹਿਸੂਸ ਕਰਦਾ ਹੈ। ਉਹ ਆਪਣੀ ਬਿਮਾਰੀ ਦੇ ਦਰਦ ਤੋਂ ਰਾਹਤ ਪਾਉਣ ਲਈ ਆਪਣੇ ਦਿਨ ਖੁਸ਼ੀ ਨਾਲ ਲੰਘਾਉਣ ਲਈ ਆਪਣੇ ਘਰ ਦੇ ਨੇੜੇ ਗੁਲਾਬ ਦੇ ਪੌਦੇ ਲਾ ਲੈਂਦਾ ਹੈ। ਰੰਗ ਬਿਰੰਗੇ ਤੋਤੇ ਤੇ ਕੁਝ ਕਬੂਤਰ ਪਾਲ ਲੈਂਦਾ ਹੈ। ਉਹ ਕੁਝ ਬਿੱਲੀ ਦੇ ਬਲੂੰਗੜੇ ਵੀ ਪਾਲ ਲੈਂਦਾ ਹੈ। ਉਹ ਕਬੂਤਰਾਂ ਨੂੰ ਦਾਣਾ ਪਾਉਂਦਾ ਹੋਇਆ ਉਹਨਾਂ ਨਾਲ ਗੱਲਾਂ ਕਰਦਾ ਹੈ। ਵੱਖ-ਵੱਖ ਤਰ੍ਹਾਂ ਦੇ ਪੰਛੀਆਂ ਨਾਲ ਕੁਦਰਤ ਦੇ ਰੰਗ ਬਿਰੰਗੇ ਨਜ਼ਾਰਿਆਂ ਨੂੰ ਮਾਣਦਾ ਹੋਇਆ ਉਹ ਸੋਚਦਾ ਹੈ ਕਿ ਪਰਮਾਤਮਾ ਨੇ ਉਸ ਨੂੰ ਕਿੰਨੀਆਂ ਨਿਆਮਤਾਂ ਦਿੱਤੀਆਂ ਹਨ। ਜੇਕਰ ਉਸ ਨੂੰ ਆਪਣੀ ਮੌਤ ਬਾਰੇ ਪਹਿਲਾਂ ਪਤਾ ਨਾ ਲੱਗਦਾ ਤਾਂ ਉਹ ਇਹ ਸਾਰਾ ਕੁਝ ਦੇਖੇ ਬਿਨਾਂ ਹੀ ਮਰ ਜਾਣਾ ਸੀ। ਇੱਕ ਦਿਨ ਉਹ ਆਪਣੇ ਗੁਆਂਢੀਆਂ ਦੇ ਮੁੰਡੇ ਸ਼ਾਮ ਨੂੰ 10 ਰੁਪਏ ਦੇ ਕੇ ਪਤੰਗ ਮੰਗਵਾਉਂਦਾ ਹੈ। ਉਹ ਸ਼ਾਮ ਨਾਲ ਮਿਲ ਕੇ ਪਤੰਗ ਦੀਆਂ ਤਣਾਵਾਂ ਪਾ ਕੇ ਚੋਲ ਪਰਖ ਕੇ ਉਸ ਨੂੰ ਉਡਾਉਣ ਲਈ ਤਿਆਰ ਕਰਦਾ ਹੈ। ਜਦੋਂ ਰਸ਼ੀਦ ਪਤੰਗ ਨੂੰ ਹੁਲਾਰਾ ਦਿੰਦਾ ਹੈ ਤਾਂ ਅਚਾਨਕ ਉਸ ਦੇ ਭਿਆਨਕ ਦਰਦ ਉੱਠਦਾ ਹੈ ਅਤੇ ਖੂਨ ਦੀ ਉਲਟੀ ਆਉਂਦੀ ਹੈ ਅਤੇ ਡਿੱਗਦੇ ਸਾਰ ਉਸ ਦੀ ਮੌਤ ਹੋ ਜਾਂਦੀ ਹੈ। ਪ੍ਰਸ਼ਨ 6ਵਾਂ ਵਾਰਤਕ ਭਾਗ ਤੇ ਕਹਾਣੀ ਭਾਗ ਦੇ ਪ੍ਰਸ਼ਨ ਉੱਤਰ। ਬੰਬ ਨੂੰ ਮਾਤਾ ਦੀ ਨਾਲ ਕਿਸ ਗੱਲੋਂ ਈਰਖਾ ਸੀ? ਬੰਬ ਨੂੰ ਮਾਤਾ ਦੀ ਨਾਲ ਈਰਖਾ ਸੀ ਕਿਉਂਕਿ ਉਹ ਉਸਦੇ ਰਾਤਬ ਵਿੱਚੋਂ ਚੋਰੀ ਕਰਦਾ ਸੀ ਤੇ ਉਸ ਤੋਂ ਉਸਦੇ ਹੱਕ ਖੋਹ ਰਿਹਾ ਸੀ। ਜਦੋਂ ਮਹਾਰਾਜ ਨੇ ਸ਼ਿਕਾਰ ਖੇਡਣ ਜਾਣਾ ਸੀ ਤਾਂ ਮਾਤਾ ਦੀ ਨੇ ਬੰਬ ਦੀ ਥਾਂ ਕਿਸੇ ਹੋਰ ਹਾਥੀ ਨੂੰ ਭੇਜ ਦਿੱਤਾ ਸੀ ਤਾਂ ਬੰਬ ਦਾ ਗੁੱਸਾ ਅਤੇ ਈਰਖਾ ਫੁੱਟ ਪਿਆ ਤੇ ਉਸਨੇ ਮਾਤਾ ਦੀ ਨੂੰ ਕੁਚਲ ਕੇ ਮਾਰ ਦਿੱਤਾ। ਦੂਜਾ ਪ੍ਰਸ਼ਨ, ਮਹਾਰਾਜ ਤੇ ਮਹਾਰਾਣੀ ਦਾ ਬੰਬ ਪ੍ਰਤੀ ਵਿਵਹਾਰ ਕਿਹੋ ਜਿਹਾ ਸੀ? ਮਹਾਰਾਜਾ ਤੇ ਮਹਾਰਾਣੀ ਦਾ ਬੰਬ ਪ੍ਰਤੀ ਵਰਤਾਓ ਬਹੁਤ ਹੀ ਪਿਆਰ ਭਰਪੂਰ ਤੇ ਹਮਦਰਦੀ ਵਾਲਾ ਸੀ। ਮਹਾਰਾਜ ਬੰਬ ਨੂੰ ਹਰ ਜਲਸੇ ਦਾ ਸ਼ਿਕਾਰ ਬਣਾਉਂਦੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਬੰਬ ਤਮਾਸ਼ਾਬੀਨ ਹੈ। ਮਹਾਰਾਣੀ ਦਾ ਵੀ ਬੰਬ ਪ੍ਰਤੀ ਵਿਹਾਰ ਬਹੁਤ ਹੀ ਪਿਆਰ ਅਤੇ ਅਣਪਤ ਨਾਲ ਭਰਿਆ ਸੀ। ਉਹ ਉਸ ਨੂੰ ਹਰ ਹਫ਼ਤੇ ਵਿੱਚ ਇੱਕ ਜਾਂ ਫਿਰ 2 ਵਾਰੀ ਮਿਲਣ ਜਾਂਦੀ। ਉਹ ਬੰਬ ਲਈ ਲੱਡੂ ਜਾਂ ਪਰੌਠੇ ਬਣਾ ਕੇ ਲੈ ਕੇ ਜਾਂਦੀ ਜਿਸ ਨੂੰ ਬੰਬ ਬੜੇ ਚਾਅ ਨਾਲ ਖਾਂਦਾ ਸੀ। ਤੀਜਾ ਪ੍ਰਸ਼ਨ, ਪਿਤਾ ਦੇ ਜੇਲ੍ਹ ਜਾਣ ਤੇ ਲਾਜ ਨੇ ਆਪਣੀ ਭੂਆ ਵੀਰਾਵਲੀ ਨੂੰ ਕੀ ਕਿਹਾ? ਪਿਤਾ ਦੇ ਜੇਲ੍ਹ ਜਾਣ ਸਮੇਂ ਲਾਜ ਨੇ ਆਪਣੀ ਭੂਆ ਨੂੰ ਕਿਹਾ ਕਿ ਉਹ ਰਾਜ਼ੀ ਹੋ ਕੇ ਵੀ ਆਪਣੇ ਪਿਤਾ ਕੋਲ ਜੇਲ੍ਹ ਚਲੀ ਜਾਵੇਗੀ। ਉਸਨੇ ਕਿਹਾ ਕਿ ਆਪਣੇ ਮੁਲਕ ਲਈ ਜੇਲ੍ਹ ਜਾਣਾ ਕੋਈ ਮਾੜੀ ਗੱਲ ਨਹੀਂ। ਭੂਆ ਦੇ ਉਸ ਨੂੰ ਬਹੁਤ ਛੋਟੀ ਉਮਰ ਦੀ ਕਹਿਣ ਤੇ ਉਸ ਦੇ ਪਿਤਾ ਜੀ ਨੂੰ ਕਿਹਾ ਕਿ ਉਹ ਭੂਆ ਜੀ ਨੂੰ ਦੱਸਣ ਕਿ ਸ਼ਹੀਦ ਹੋਣ ਸਮੇਂ ਸਾਹਿਬਜ਼ਾਦਿਆਂ ਦੀ ਉਮਰ ਕਿੰਨੀ ਕੁ ਸੀ। ਉਹ ਛੋਟੀ ਉਮਰ ਵਿੱਚ ਸ਼ਹੀਦ ਹੋ ਗਏ। ਉਹ ਜੇਲ੍ਹ ਵੀ ਨਹੀਂ ਜਾ ਸਕਦੀ। ਚੌਥਾ ਪ੍ਰਸ਼ਨ, ਵੀਰਾਵਲੀ ਦੀ ਮੌਤ ਦਾ ਕਾਰਨ ਕੀ ਸੀ? ਕਿਸ਼ਨ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ ਉਹ ਆਪਣੀ ਭਤੀਜੀ ਲਾਜ ਦੀ ਦੇਖਭਾਲ ਦੀ ਜ਼ਿੰਮੇਵਾਰੀ ਨਿਭਾ ਨਹੀਂ ਸਕੀ। ਉਹ ਆਪਣੇ ਪਤੀ ਹੁਸ਼ਨਾਕ ਸਿੰਘ ਦੇ ਸਖਤ ਵਿਹਾਰ ਕਾਰਨ ਆਪਣੀ ਭਤੀਜੀ ਨੂੰ ਇਕੱਲਿਆਂ ਛੱਡ ਕੇ ਉਸਦੇ ਨਾਲ ਰਿਕਸ਼ੇ ਤੇ ਬੈਠ ਕੇ ਚਲੀ ਗਈ। ਲਾਜ ਭਰਾ ਦੇ ਲਾਜ ਬਾਰੇ ਪੁੱਛਣ ਤੇ ਉਸਨੂੰ ਡੂੰਘੀ ਸੱਟ ਵੱਜੀ। ਭਰਾ ਦੀ ਅਮਾਨਤ ਵਿੱਚ ਖਿਆਮਤ ਦਾ ਸਦਮਾ ਉਹ ਸਹਿ ਨਹੀਂ ਕਰ ਸਕੀ ਅਤੇ ਉਸਦੀ ਮੌਤ ਹੋ ਗਈ। ਕਰਮ ਸਿੰਘ ਦਾ ਸੁਭਾਅ ਕਿਹੋ ਜਿਹਾ ਸੀ? ਕਰਮ ਸਿੰਘ ਬਰਮਾ ਵਿੱਚ ਜਾਪਾਨੀਆਂ ਵਿਰੁੱਧ ਲੜਦਾ ਹੋਇਆ ਸ਼ਹੀਦ ਹੋ ਗਿਆ। ਉਹ ਜ਼ੁਬਾਨ ਦਾ ਬਹੁਤ ਮਿੱਠਾ ਸੀ। ਉਹ ਪੱਕਾ ਨਿਸ਼ਾਨਜੀ, ਫੁਰਤੀਲਾ ਤੇ ਚੁਸਤ ਸਰੀਰ ਵਾਲਾ ਸੀ। ਉਹ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਮੋਹ ਰੱਖਣ ਵਾਲਾ ਸੀ। ਉਹ ਸਵੇਰੇ ਦੇਰ ਨਾਲ ਉੱਠਦਾ ਸੀ। 6ਵਾਂ ਪ੍ਰਸ਼ਨ, ਡਾਕੀਏ ਨੂੰ ਦੇਖ ਕੇ ਕਰਮ ਸਿੰਘ ਦੇ ਬਾਪੂ ਦੇ ਮਨ ਵਿੱਚ ਕੀ ਵਿਚਾਰ ਆਏ? ਡਾਕੀਏ ਨੂੰ ਮਾਨ ਸਿੰਘ ਕੋਲ
ਬੈਠੇ ਦੇਖ ਕੇ ਕਰਮ ਸਿੰਘ ਦੇ ਬਾਪੂ ਨੇ ਸਮਝ ਆ ਗਿਆ ਕਿ ਮਾਨ ਸਿੰਘ ਨੂੰ ਕਰਮ ਸਿੰਘ ਦੀ ਮੌਤ ਬਾਰੇ ਪਤਾ ਲੱਗ ਗਿਆ ਹੋਵੇਗਾ। ਇਸ ਕਰਕੇ ਹੁਣ ਇਸ ਭੇਦ ਨੂੰ ਛੁਪਾ ਕੇ ਰੱਖਣ ਦਾ ਤੇ ਦੁੱਖ ਦਾ ਬੋਝ ਹੋਰ ਚੁੱਕੀ ਰੱਖਣ ਦਾ ਕੋਈ ਫਾਇਦਾ ਨਹੀਂ। ਇਸ ਲਈ ਮਾਨ ਸਿੰਘ ਕੋਲ ਆਉਂਦਿਆਂ ਹੀ ਉਸ ਦੇ ਅਥਰੂ ਵਹਿ ਤੁਰੇ। ਮਾਨ ਸਿੰਘ ਨੇ ਕਰਮ ਸਿੰਘ ਦੇ ਬਾਪੂ ਨੂੰ ਧਰਤੀ ਹੇਠਲਾ ਬਲਦ ਕਿਉਂ ਕਿਹਾ? ਕਰਮ ਸਿੰਘ ਦੇ ਬਾਪੂ ਨੇ ਕਰਮ ਸਿੰਘ ਦੀ ਮੌਤ ਦੀ ਖਬਰ ਨੂੰ ਮਾਨ ਸਿੰਘ ਕੋਲੋਂ ਇਸ ਲਈ ਛੁਪਾਏ ਰੱਖਿਆ ਕਿ ਮਾਨ ਸਿੰਘ ਇਸ ਦੁੱਖ ਦੀ ਖਬਰ ਸੁਣ ਕੇ ਆਪਣੀ ਛੁੱਟੀ ਖਰਾਬ ਨਾ ਕਰੇ, ਕਿਉਂਕਿ ਉਹ ਦੋਵੇਂ ਗੂੜ੍ਹੇ ਮਿੱਤਰ ਸਨ। ਜਦੋਂ ਮਾਨ ਸਿੰਘ ਦੀ ਇਸ ਭੇਦ ਬਾਰੇ ਉਸ ਨੂੰ ਪਤਾ ਲੱਗਿਆ ਤਾਂ ਉਸ ਨੂੰ ਕਰਮ ਸਿੰਘ ਦਾ ਬਾਪ ਧਰਤੀ ਹੇਠਲਾ ਬਲਦ ਪ੍ਰਤੀਤ ਹੋਇਆ, ਜੋ ਦੂਜਿਆਂ ਨੂੰ ਦੁੱਖਾਂ ਦੇ ਭਾਰ ਤੋਂ ਹੌਲਾ ਰੱਖਣ ਲਈ ਸਾਰਾ ਭਾਰ ਆਪ ਹੀ ਚੁੱਕਣ ਦੀ ਕੋਸ਼ਿਸ਼ ਕਰਦਾ ਸੀ। ਅਗਲਾ ਪ੍ਰਸ਼ਨ, ਰਸ਼ੀਦ ਨੇ ਦਫ਼ਤਰ ਦੀ ਨੌਕਰੀ ਤੋਂ ਇਸਤੀਫਾ ਦੇਣ ਲਈ ਕਿਉਂ ਸੋਚਿਆ? ਜਦੋਂ ਡਾਕਟਰਾਂ ਨੇ ਰਸ਼ੀਦ ਦੇ ਮਿਆਦੇ ਵਿੱਚ ਕੈਂਸਰ ਹੋਣ ਕਾਰਨ ਬਿਨਾਂ ਇਲਾਜ ਕਰਵਾਏ ਉਸ ਨੂੰ 6 ਮਹੀਨਿਆਂ ਹੀ ਹੋਰ ਜਿਉਂਦਾ ਰਹਿ ਸਕਣ ਬਾਰੇ ਦੱਸਿਆ ਤਾਂ ਰਸ਼ੀਦ ਨੇ ਆਪਣੀ ਬਾਕੀ ਬਚੀ ਜ਼ਿੰਦਗੀ ਸ਼ਹਿਰ ਦੇ ਰੌਲੇ ਰੱਪਿਆਂ ਤੇ ਤੰਗ ਥਾਂ ਵਿੱਚ ਗੁਜ਼ਾਰਨ ਦੀ ਥਾਂ ਆਪਣੇ ਪਿੰਡ ਦੀ ਪੱਕੀ ਹਵੇਲੀ ਅਤੇ ਖੁੱਲ੍ਹੇ ਡੁੱਲੇ ਵਾਤਾਵਰਨ ਵਿੱਚ ਗੁਜ਼ਾਰਨ ਦਾ ਮਨ ਬਣਾ ਕੇ ਆਪਣੀ ਨੌਕਰੀ ਤੋਂ ਇਸਤੀਫਾ ਦੇਣ ਬਾਰੇ ਸੋਚਿਆ। 9ਵਾਂ ਪ੍ਰਸ਼ਨ, ਰਸ਼ੀਦ ਆਪਣੀ ਬਿਮਾਰੀ ਤੋਂ ਰਾਹਤ ਪਾਉਣ ਲਈ ਕੀ ਸ਼ੌਕ ਪਾਲਦਾ ਹੈ? ਰਸ਼ੀਦ ਨੇ ਆਪਣੀ ਬਿਮਾਰੀ ਤੋਂ ਰਾਹਤ ਪਾਉਣ ਲਈ ਕਈ ਸ਼ੌਕ ਪਾਲ ਲਏ ਅਤੇ ਉਸ ਵਿੱਚ ਰੁੱਝਿਆ ਆਪਣੇ ਦਰਦ ਦੇ ਅਹਿਸਾਸ ਨੂੰ ਭੁਲਾ ਕੇ ਖੁਸ਼ੀ ਰਹਿਣ ਲੱਗਾ। ਉਸਨੇ ਆਪਣੇ ਘਰ ਦੇ ਆਸ-ਪਾਸ ਕਿਆਰੀਆਂ ਵਿੱਚ ਫੁੱਲਾਂ ਦੇ ਪੌਦੇ ਲਾ ਲਏ, ਬਿੱਲੀ ਦੇ ਬਲੂੰਗੜੇ ਰੱਖ ਲਏ। ਉਸਨੇ ਕੁਝ ਕਬੂਤਰ ਤੇ ਤੋਤੇ ਵੀ ਪਾਲ ਲਏ। ਉਹਨਾਂ ਨੂੰ ਉਹ ਦਾਣਾ ਖਿਲਾਉਂਦਾ, ਉਹਨਾਂ ਨਾਲ ਗੱਲਾਂ ਕਰਦਾ ਤੇ ਆਪਣੀ ਬਿਮਾਰੀ ਨੂੰ ਭੁੱਲ ਜਾਂਦਾ। ਉਹ ਆਂਢ ਗੁਆਂਢ ਦੇ ਬੱਚਿਆਂ ਨੂੰ ਸੱਦ ਕੇ ਉਹਨਾਂ ਦਾ ਸਕੂਲ ਦਾ ਕੰਮ ਕਰਵਾ ਦਿੰਦਾ। ਅਖੀਰ ਵਿੱਚ ਉਸਨੇ ਗੁਆਂਢੀਆਂ ਦੇ ਮੁੰਡੇ ਸ਼ਾਮ ਤੋਂ ਪਤੰਗ ਮੰਗਵਾ ਕੇ ਉਸ ਨਾਲ ਪਤੰਗ ਉਡਾਉਣ ਲੱਗਾ ਤੇ ਉਸੇ ਸਮੇਂ ਉਸਦੀ ਮੌਤ ਹੋ ਗਈ। ਬਾਬਾ ਰਾਮ ਸਿੰਘ ਜੀ ਨੂੰ ਬਾਬਾ ਕਿਉਂ ਕਿਹਾ ਜਾਂਦਾ ਹੈ? ਪੰਜਾਬ ਵਿੱਚ ਉੱਚੀ ਆਤਮਿਕ ਅਵਸਥਾ ਵਾਲੇ ਮਹਾਂਪੁਰਖ ਲਈ ਇਹ ਸ਼ਬਦ ਵਰਤਿਆ ਜਾਂਦਾ ਹੈ। ਇਹ ਸ਼ਬਦ ਸਨਮਾਨ ਦਾ ਸੂਚਕ ਹੈ, ਇਸ ਲਈ ਬਾਬਾ ਰਾਮ ਸਿੰਘ ਜੀ ਨੂੰ ਬਾਬਾ ਵੀ ਕਿਹਾ ਜਾਂਦਾ ਹੈ। ਬਾਬਾ ਰਾਮ ਸਿੰਘ ਜੀ ਨੇ ਇਸਤਰੀ ਜਾਤੀ ਦੀ ਭਲਾਈ ਲਈ ਕੀ ਉਪਦੇਸ਼ ਦਿੱਤੇ? ਬਾਬਾ ਜੀ ਨੇ ਕੁੜੀਆਂ ਨੂੰ ਮਾਰਨ ਵਿਰੁੱਧ ਆਵਾਜ਼ ਉਠਾਈ। ਉਹਨਾਂ ਨੇ ਕੁੜੀਆਂ ਦਾ ਮੁੰਡਿਆਂ ਵਾਂਗ ਪਾਲਣ ਪੋਸ਼ਣ ਕਰਨ, ਪੜ੍ਹਾਉਣ ਤੇ ਵਿਆਹ ਤੇ ਜ਼ੋਰ ਦਿੱਤਾ। ਕਾਲੀਦਾਸ ਕੌਣ ਸੀ? ਉਸ ਦੀ ਇੰਨੀ ਪ੍ਰਸਿੱਧੀ ਕਿਉਂ ਹੋਈ? ਕਾਲੀਦਾਸ ਦੇ ਜਨਮ, ਥਾਂ, ਟਿਕਾਣੇ ਤੇ ਜੀਵਨ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਖੋਜਾਂ ਦੇ ਅਨੁਮਾਨ ਅਨੁਸਾਰ ਉਹ ਈਸ਼ਾ ਤੋਂ 56 ਸਾਲ ਪਹਿਲਾਂ ਹੋਏ ਰਾਜਾ ਬਿਕਰਮਾਜੀਤ ਦੇ 9 ਦਰਬਾਰੀ ਰਤਨਾਂ ਵਿੱਚੋਂ ਇੱਕ ਸੀ। ਉਸ ਦੀ ਇੰਨੀ ਪ੍ਰਸਿੱਧੀ ਉਸ ਦੀਆਂ ਸੁੰਦਰ ਕਾਵਿ ਰਚਨਾਵਾਂ ਕਰਕੇ ਹੋਈ। 13ਵਾਂ ਪ੍ਰਸ਼ਨ, ਬਿਕਰਮੀ ਸੰਪਤ ਕਦੋਂ ਅਤੇ ਕਿਹੜੇ ਬਾਦਸ਼ਾਹ ਦੇ ਨਾਂ ਤੇ ਸ਼ੁਰੂ ਹੋਇਆ? ਬਿਕਰਮੀ ਸੰਮਤ ਪਹਿਲੀ ਸਦੀ ਤੋਂ 56 ਸਾਲ ਪਹਿਲਾਂ ਹੋਏ ਉਜੈਨ ਦੇ ਬਾਦਸ਼ਾਹ ਬਿਕਰਮਾਜੀਤ ਦੇ ਨਾਮ ਤੋਂ ਸ਼ੁਰੂ ਹੋਇਆ। 14ਵਾਂ ਪ੍ਰਸ਼ਨ, ਲੋਕ ਪਹਿਲਵਾਨਾਂ ਦਾ ਸਤਿਕਾਰ ਕਿਵੇਂ ਕਰਦੇ ਸਨ? ਲੋਕ ਪਹਿਲਵਾਨਾਂ ਦੇ ਸਵਾਗਤ ਲਈ ਉਹਨਾਂ ਨੂੰ ਕਿਉਂ ਇਕੱਠਾ ਕਰਕੇ ਦਿੰਦੇ? ਉਹਨਾਂ ਲਈ ਗੁੜ ਤੇ ਕੱਪੜਿਆਂ ਦੀ ਥਾਣਾ ਵੀ ਇਕੱਠਾ ਕਰਕੇ ਦਿੰਦੇ ਸਨ। ਭੀਰਾ ਵਾਂਗ ਨਕਦੀ ਵੀ ਚੜਾਈ ਜਾਂਦੀ ਸੀ। ਅਗਲਾ ਪ੍ਰਸ਼ਨ, ਪੈਦਲ ਤੁਰਨਾ ਮਨੁੱਖੀ ਸਰੀਰ ਲਈ ਕਿਵੇਂ ਲਾਭਦਾਇਕ ਹੈ? ਪੈਦਲ ਤੁਰਨ ਨਾਲ ਸਰੀਰ ਨਿਰੋਗ ਰਹਿੰਦਾ ਹੈ, ਭੁੱਖ ਤੇਜ਼ ਹੁੰਦੀ ਹੈ ਅਤੇ ਉਦਾਸੀ ਖਤਮ ਹੁੰਦੀ ਹੈ। ਪੈਦਲ ਤੁਰਨ ਨਾਲ ਸਵੈ ਵਿਸ਼ਵਾਸ ਉਪਜਦਾ ਹੈ। ਜਿਸ ਨੂੰ ਤੁਰਨ ਦੀ ਆਦਤ ਹੁੰਦੀ ਹੈ ਉਸ ਨੂੰ ਕੋਈ ਵੀ ਬਿਮਾਰੀ ਨਹੀਂ ਲੱਗਦੀ। ਤੁਰਨ ਨਾਲ ਸਾਨੂੰ ਕਿਹੜੇ ਨੈਤਿਕ ਅਤੇ ਸਦਾਚਾਰ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ? ਤੁਰਨ ਨਾਲ ਮਨੁੱਖ ਸਰੀਰਕ ਤੌਰ ਤੇ ਸਿਹਤਮੰਦ, ਸੁੰਦਰ ਤੇ ਖੁਸ਼ ਰਹਿੰਦਾ ਹੈ। ਉਸ ਅੰਦਰ ਨੈਤਿਕ ਗੁਣ ਸਬਰ, ਸੰਤੋਖ, ਧੀਰਜ, ਗੰਭੀਰਤਾ, ਸਲੀਕਾ, ਪਿਆਰ ਆਦਿ ਉਤਪੰਨ ਹੋ ਜਾਂਦੇ ਹਨ। ਪ੍ਰਸ਼ਨ 7ਵਾਂ, ਇਕਾਂਗੀ ਤੇ ਨਾਵਲ ਵਿੱਚੋਂ ਪਾਤਰ ਚਿੱਤਰਨ। ਬੰਦੇ ਦਾ ਪਾਤਰ ਚਿੱਤਰਨ। ਜਾਣ ਪਛਾਣ। ਬੰਤਾ ਨਾਵਲ ਇੱਕ ਹੋਰ ਨਵਾਂ ਸਾਲ ਦਾ ਮੁੱਖ ਪਾਤਰ ਹੈ। ਉਹ ਆਪਣੇ ਪਰਿਵਾਰ ਨਾਲ ਰਹਿੰਦਾ ਹੋਇਆ ਅੰਮ੍ਰਿਤਸਰ ਸ਼ਹਿਰ ਵਿੱਚ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ। ਉਸਦੇ ਪਰਿਵਾਰ ਵਿੱਚ ਉਸਦੀ ਪਤਨੀ ਤਾਰੋ ਤੋਂ ਇਲਾਵਾ 2 ਕੁੜੀਆਂ ਤੇ ਇੱਕ ਮੁੰਡਾ ਫੁੰਮਣ ਹੈ। ਬੰਤੇ ਦੀ ਮਾਂ ਪਿੰਡ ਵਿੱਚ ਰਹਿੰਦੀ ਹੈ। ਉਸਦੇ ਪਿਤਾ ਦੀ ਕਰਜ਼ੇ ਦੇ ਸਦਮੇ ਕਾਰਨ ਮੌਤ ਹੋ ਗਈ, ਜਿਸ ਕਾਰਨ ਘਰ ਦੀ ਸਾਰੀ ਜ਼ਿੰਮੇਵਾਰੀ ਬੰਤੇ ਦੇ ਸਿਰ ਤੇ ਆ ਜਾਂਦੀ ਹੈ। ਮਿਹਨਤੀ ਤੇ ਗਰੀਬ ਵਿਅਕਤੀ।
ਬੰਤਾ ਇੱਕ ਗਰੀਬ ਵਿਅਕਤੀ ਹੈ। ਉਹ ਘਰ ਦਾ ਖਰਚਾ ਚਲਾਉਣ ਲਈ ਸਾਰਾ ਦਿਨ ਮਿਹਨਤ ਨਾਲ ਰਿਕਸ਼ਾ ਚਲਾਉਂਦਾ ਹੈ, ਪਰੰਤੂ ਫਿਰ ਵੀ ਉਸ ਕੋਲ ਨਵੇਂ ਕੱਪੜੇ ਲਈ ਪੈਸਿਆਂ ਦੀ ਕਮੀ ਰਹਿੰਦੀ ਹੈ। ਉਹ ਆਪਣੇ ਪੁਰਾਣੇ ਕੋਟ ਨੂੰ ਟਾਕਿਆ ਲਾ ਕੇ ਸਮਾਂ ਲੰਘ ਰਿਹਾ ਸੀ। ਅਣਖੀਲਾ ਆਦਮੀ। ਬੰਤਾ ਭਾਵੇਂ ਗਰੀਬ ਹੈ, ਪਰ ਉਹ ਅਣਖੀਲਾ ਆਦਮੀ, ਉਹ ਕਿਸੇ ਦਾ ਰੋਹਬ ਨਹੀਂ ਸਹਿਣ ਕਰਦਾ। ਇਸ ਕਰਕੇ ਹੀ ਉਸਦੇ ਪਿੰਡ ਵਿੱਚ ਸਰਦਾਰਾਂ ਤੇ ਮੁੰਡਿਆਂ ਨਾਲ ਲੜਾਈ ਹੁੰਦੀ ਹੈ। ਅਣਖੀ ਆਦਮੀ ਹੋਣ ਕਰਕੇ ਉਹ ਚਪੜਾਸੀ ਦੀ ਨੌਕਰੀ ਵੀ ਛੱਡ ਦਿੰਦਾ ਹੈ। ਕਰਜ਼ੇ ਵਿੱਚ ਡੁੱਬਿਆ ਹੋਇਆ। ਬੰਤਾ ਕਰਜ਼ੇ ਦੇ ਥੱਲੇ ਦਬਿਆ ਹੋਇਆ ਹੈ। ਉਸਦਾ ਬਾਪ ਵੀ ਉਸਦੇ ਸਿਰ ਤੇ ਕਰਜ਼ਾ ਛੱਡ ਕੇ ਮਰ ਗਿਆ। ਬੰਤੇ ਨੇ ਆਪਣੀਆਂ ਭੈਣਾਂ ਦੇ ਵਿਆਹ ਲਈ ਵੀ ਕਰਜ਼ਾ ਚੁੱਕਿਆ ਹੋਇਆ ਸੀ। ਪੜ੍ਹਨ ਦਾ ਸ਼ੌਕੀਨ। ਬੰਤੇ ਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ। ਘਰੇਲੂ ਮਜਬੂਰੀਆਂ ਦੇ ਕਾਰਨ ਉਸ ਨੂੰ ਆਪਣੀ ਪੜ੍ਹਾਈ ਵਿੱਚ ਛੱਡਣੀ ਪੈਂਦੀ ਹੈ। ਉਹ ਅਖਬਾਰ ਵੀ ਪੜ੍ਹ ਲੈਂਦਾ ਹੈ। ਉਹ ਆਪਣੇ ਆਪ ਨੂੰ ਚੌਥੀ ਪਾਸ ਨਾਲੋਂ 5ਵੀਂ ਫੇਲ ਖਵਾਉਣਾ ਪਸੰਦ ਸਮਝਦਾ ਹੈ। ਮੁੰਡੇ ਕੁੜੀ ਵਿੱਚ ਫਰਕ ਨਾ ਕਰਨ ਵਾਲਾ। ਬੰਤਾ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ। ਉਹ ਆਪਣੀ ਦੋਨਵੇਂ ਕੁੜੀਆਂ ਨੂੰ ਆਪਣੇ ਮੁੰਡੇ ਫੁੰਮਣ ਵਾਂਗ ਪਿਆਰ ਕਰਦਾ ਹੈ ਤੇ ਉਹਨਾਂ ਨੂੰ ਵੀ ਫੁੰਮਣ ਵਾਂਗ ਪੜ੍ਹਾਉਣ ਦੀ ਇੱਛਾ ਰੱਖਦਾ ਹੈ। ਪਤਨੀ ਨੂੰ ਪਿਆਰ ਕਰਨ ਵਾਲਾ। ਬੰਤਾ ਆਪਣੀ ਪਤਨੀ ਤਾਰੋ ਨੂੰ ਵੀ ਬਹੁਤ ਪਿਆਰ ਕਰਦਾ ਹੈ। ਉਹ ਹਮੇਸ਼ਾ ਉਸ ਨੂੰ ਖੁਸ਼ ਦੇਖਣਾ ਚਾਹੁੰਦਾ ਹੈ। ਉਸ ਨੂੰ ਇੱਕ ਗੱਲ ਦਾ ਦੁੱਖ ਹੈ ਕਿ ਘਰ ਦੀ ਗਰੀਬੀ ਕਾਰਨ ਤਾਰੋ ਨੂੰ ਲੋਕਾਂ ਦੇ ਘਰ ਵਿੱਚ ਕੰਮ ਕਰਨਾ ਪੈਂਦਾ ਹੈ। ਬੰਤਾ ਆਪਣੀ ਕਮਾਈ ਵਿੱਚੋਂ ਆਪਣੇ ਲਈ ਕਿਉਂ ਲਿਆਉਣ ਦੀ ਥਾਂ ਤਾਰੋ ਲਈ ਦਵਾਈਆਂ ਲਿਆਉਣਾ ਚਾਹੁੰਦਾ ਹੈ। ਦੇਸ਼ ਭਗਤੀ ਵਾਲਾ। ਬੰਤਾ ਦੇਸ਼ ਭਗਤਾਂ ਦਾ ਬਹੁਤ ਸਤਿਕਾਰ ਕਰਦਾ ਹੈ। ਉਹ ਜਲਿਆਂਵਾਲੇ ਬਾਗ ਦੇ ਖੂਨੀ ਕਾਂਡ ਬਾਰੇ ਸੋਚ ਕੇ ਦੁਖੀ ਹੁੰਦਾ ਹੈ। ਉਹ ਆਪਣੇ ਰਿਕਸ਼ੇ ਵਿੱਚ ਸਵਾਰ ਇੱਕ ਦੇਸ਼ ਭਗਤ ਦੇ ਪੁੱਤਰ ਤੋਂ ਕਿਰਾਇਆ ਨਹੀਂ ਲੈਂਦਾ। ਧਾਰਮਿਕ ਬਿਰਤੀ ਵਾਲਾ। ਬੰਤਾ ਧਰਮ ਵਿੱਚ ਸ਼ਰਧਾ ਰੱਖਣ ਵਾਲਾ ਵਿਅਕਤੀ ਹੈ। ਉਹ ਆਪਣੀ ਮਾਂ ਤੇ ਪਤਨੀ ਨੂੰ ਗੁਰਦੁਆਰਾ ਛੇਹਰਟਾ ਸਾਹਿਬ ਲੈ ਕੇ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਣ ਦੇ ਕਾਰਨ ਉਹ ਆਪ ਵੀ ਗੁਰਦੁਆਰੇ ਸਾਹਿਬ ਵਿੱਚ ਮੱਥਾ ਟੇਕਣਾ ਚਾਹੁੰਦਾ ਹੈ। ਘਰੇਲੂ ਕਲੇਸ਼ ਤੋਂ ਦੁਖੀ। ਜਦ ਘਰ ਵਿੱਚ ਬੰਤੇ ਦੀ ਮਾਂ ਅਤੇ ਤਾਰੋ ਦੀ ਆਪਸ ਵਿੱਚ ਲੜਦੀਆਂ ਰਹਿੰਦੀਆਂ ਸਨ ਤਾਂ ਬੰਤਾ ਇਸ ਘਰੇਲੂ ਕਲੇਸ਼ ਤੋਂ ਦੁਖੀ ਹੁੰਦਾ ਹੈ। ਉਹ ਆਪਣੀ ਪਤਨੀ ਤਾਰੋ ਨੂੰ ਲੜਾਈ ਕਰਨ ਤੋਂ ਰੋਕਦਾ ਹੈ। ਮਾਂ ਦਾ ਖਿਆਲ ਰੱਖਣ ਵਾਲਾ। ਬੰਤਾ ਆਪਣੀ ਮਾਂ ਦਾ ਵੀ ਬਹੁਤ ਖਿਆਲ ਰੱਖਦਾ ਹੈ। ਉਸਦੀ ਮਾਂ ਪਿੰਡ ਰਹਿੰਦੀ ਹੈ, ਜਿਸ ਨੂੰ ਬੰਤਾ 2 ਮਹੀਨਿਆਂ ਬਾਅਦ ਮਿਲਣ ਜਾਂਦਾ ਹੈ ਤੇ ਪੈਸੇ ਵੀ ਦੇ ਕੇ ਆਉਂਦਾ ਹੈ। ਗਾਉਣ ਦਾ ਸ਼ੌਕੀਨ। ਬੰਤਾ ਗਾਉਣ ਦਾ ਸ਼ੌਕੀਨ ਵੀ ਹੈ। ਉਹ ਆਪਣੇ ਦੋਸਤ ਦਿਆਲੇ ਨੂੰ ਕੰਨ ਉੱਤੇ ਹੱਥ ਰੱਖ ਕੇ ਹੀਰ ਗਾ ਕੇ ਸੁਣਾਉਂਦਾ ਹੈ। ਏਕਤਾ ਵਿੱਚ ਵਿਸ਼ਵਾਸ ਰੱਖਣ ਵਾਲਾ। ਬੰਤਾ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਏਕਤਾ ਬਿਨਾਂ ਉਹਨਾਂ ਦੀ ਹਾਲਤ ਦਾ ਸੁਧਾਰ ਨਹੀਂ ਹੋ ਸਕਦਾ। ਇਸ ਲਈ ਉਹ ਆਪਣੇ ਮਿੱਤਰ ਦਿਆਲੇ ਨੂੰ ਕਹਿੰਦਾ ਹੈ ਕਿ ਜੇਕਰ ਉਹਨਾਂ ਦੀ ਯੂਨੀਅਨ ਇੱਕ ਹੋ ਜਾਣ ਤਾਂ ਸਭ ਠੀਕ ਹੋ ਜਾਵੇਗਾ। ਆਸ਼ਾਵਾਦੀ। ਬੰਤਾ ਇੱਕ ਆਸ਼ਾਵਾਦੀ ਸੋਚ ਵਾਲਾ ਇਨਸਾਨ ਹੈ। ਉਸਨੂੰ ਆਸ ਹੈ ਕਿ ਉਸਦਾ ਪੁੱਤਰ ਫੁੰਮਣ ਪੜ੍ਹ ਲਿਖ ਕੇ ਇੱਕ ਵੱਡਾ ਅਫਸਰ ਬਣੇਗਾ ਜੋ ਉਸਦੇ ਘਰ ਦੀ ਗਰੀਬੀ ਨੂੰ ਦੂਰ ਕਰ ਦੇਵੇਗਾ। ਦੂਸਰਿਆਂ ਦੀ ਮਦਦ ਕਰਨ ਵਾਲਾ। ਬੰਤਾ ਮੁਸੀਬਤ ਵੇਲੇ ਦੂਸਰੇ ਦੀ ਮਦਦ ਕਰਨ ਵਾਲਾ ਇਨਸਾਨ ਹੈ। ਉਸਨੇ ਇੱਕ ਵਾਰੀ ਹਸਪਤਾਲ ਵਿੱਚ ਇੱਕ ਔਰਤ ਨੂੰ ਬਿਨਾਂ ਕਿਸੇ ਲੋਭ ਲਾਲਚ ਦੇ ਖੂਨ ਦੇ ਕੇ ਜਾਨ ਬਚਾਈ ਸੀ। ਹਸਮੁਖ ਸੁਭਾਅ ਨੂੰ ਪਸੰਦ ਕਰਨ ਵਾਲਾ। ਬੰਤਾ ਹਸਮੁਖ ਇਨਸਾਨ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਹੈ। ਉਹ ਆਪਣੀ ਪਤਨੀ ਤਾਰੋ ਨੂੰ ਵੀ ਵੇਖ ਕੇ ਕਹਿੰਦਾ ਹੈ ਉਸਦੀ ਰੂਹ ਖੁਸ਼ ਹੋ ਜਾਂਦੀ ਹੈ। ਤਾਰੋ ਦਾ ਪਾਤਰ ਚਿਤਰਨ। ਜਾਣ ਪਛਾਣ। ਤਾਰੋ ਨਾਵਲ ਇੱਕ ਹੋਰ ਨਵਾਂ ਸਾਲ ਦੀ ਮਹੱਤਵਪੂਰਨ ਪਾਤਰ ਹੈ। ਉਹ ਨਾਵਲ ਦੇ ਨਾਇਕ ਬੰਤੇ ਦੀ ਪਤਨੀ ਹੈ। ਉਸਦੀਆਂ 2 ਕੁੜੀਆਂ ਤੇ ਇੱਕ ਮੁੰਡਾ ਫੁੰਮਣ ਹੈ। ਤਾਰੋ ਕੱਚੀ ਪੱਕੀ ਪੜ੍ਹੀ ਹੋਈ ਹੈ। ਉਸਦਾ ਰੰਗ ਸਾਂਵਲਾ, ਨੈਣ ਨਕਸ਼ ਤਿੱਖੇ ਹਨ। ਇੱਕ ਸਧਾਰਨ ਔਰਤ। ਤਾਰੋ ਇੱਕ ਸਧਾਰਨ ਕਿਸਮ ਦੀ ਔਰਤ ਹੈ। ਘਰ ਵਿੱਚ ਰਹਿਣ ਕਾਰਨ ਉਸਦਾ ਜ਼ਿਆਦਾ ਲੋਕਾਂ ਨਾਲ ਨਹੀਂ ਪੈਂਦਾ। ਉਹ ਬੰਤੇ ਦੀਆਂ ਨਵੇਂ ਸਾਲ ਅਤੇ ਬੈੱਡ ਟੀ ਵਰਗੀਆਂ ਗੱਲਾਂ ਨੂੰ ਨਹੀਂ ਸਮਝਦੀ। ਧੀਆਂ ਨੂੰ ਪੁੱਤਰ ਵਾਂਗ ਪਿਆਰ ਕਰਨ ਵਾਲੀ। ਤਾਰੋ ਆਪਣੀ ਧੀਆਂ ਨੂੰ ਵੀ ਪੁੱਤਰ ਫੁੰਮਣ ਵਾਂਗ ਪਿਆਰ ਕਰਦੀ ਹੈ। ਇਸ ਲਈ ਜਦੋਂ ਬੰਤਾ ਫੁੰਮਣ ਨੂੰ ਰਿਕਸ਼ੇ ਉੱਤੇ ਬਿਠਾ ਕੇ ਝੂਟੇ ਦਿੰਦਾ ਹੈ ਤਾਂ ਉਹ ਆਪਣੀ ਕੁੜੀਆਂ ਨੂੰ ਵੀ ਝੂਟੇ ਦੇਣ ਲਈ ਕਹਿੰਦੀ ਹੈ। ਪਤੀ ਦੀ ਸੇਵਾ ਕਰਨ ਵਾਲੀ। ਤਾਰੋ ਆਪਣੀ ਪਤੀ ਦੀ ਸੇਵਾ ਕਰਨ ਵਾਲੀ ਔਰਤ ਹੈ। ਜਦੋਂ ਬੰਤਾ ਸਾਰਾ ਦਿਨ ਰਿਕਸ਼ਾ ਚਲਾ ਕੇ ਘਰ ਆਉਂਦਾ ਹੈ ਤਾਂ ਲਾਰੋ ਉਸਦੀ ਲੱਤਾਂ ਕੁੱਟਦੀ ਹੈ। ਉਹ ਬੰਤੇ ਨੂੰ ਆਪਣੇ ਲਈ ਦੇਸੀ ਘਿਓ ਲਿਆਉਣ ਲਈ ਵੀ ਕਹਿੰਦੀ ਹੈ। ਮਿਹਨਤੀ ਤੇ ਜ਼ਿੰਮੇਵਾਰ ਔਰਤ। ਤਾਰੋ ਇੱਕ ਮਿਹਨਤੀ ਔਰਤ ਹੈ। ਉਹ ਘਰ ਨੂੰ ਪੂਰੀ ਜ਼ਿੰਮੇਵਾਰੀ ਨਾਲ ਸੰਭਾਲਦੀ ਹੈ। ਘਰ ਦੇ ਗੁਜ਼ਾਰੇ ਲਈ ਉਹ ਇੱਕ ਮਾਸਟਰ ਦੇ ਘਰ ਕੰਮ ਕਰਨ ਲਈ ਵੀ ਜਾਂਦੀ ਹੈ। ਆਪਣੀ ਸੱਸ ਨਾਲ ਲੜਾਈ ਝਗੜਾ ਕਰਨ ਵਾਲੀ। ਤਾਰੋ ਦੀ ਆਪਣੀ ਸੱਸ ਨਾਲ ਘਰ ਵਿੱਚ ਲੜਾਈ
ਰਹਿੰਦੀ ਹੈ। ਉਹ ਦੋਵੇਂ ਪੈਸਿਆਂ ਦੇ ਕਾਰਨ ਆਪਸ ਵਿੱਚ ਲੜਦੀਆਂ ਰਹਿੰਦੀਆਂ ਹਨ। ਇਸ ਕਲੇਸ਼ ਤੋਂ ਤੰਗ ਆ ਕੇ ਉਸਦੀ ਸੱਸ ਪਿੰਡ ਜਾ ਕੇ ਰਹਿਣ ਲੱਗਦੀ ਹੈ। ਘਰ ਦੀ ਗਰੀਬੀ ਤੋਂ ਪਰੇਸ਼ਾਨ ਤਾਰੋ ਘਰ ਦੀ ਗਰੀਬੀ ਕਾਰਨ ਪਰੇਸ਼ਾਨ ਰਹਿੰਦੀ ਹੈ। ਉਸਨੂੰ ਬੰਤੇ ਦੇ ਸਿਰ ਚੜੇ ਕਰਜ਼ੇ ਦੀ ਵੀ ਫਿਕਰ ਰਹਿੰਦੀ ਹੈ। ਕਰਜ਼ੇ ਦੇ ਕਾਰਨ ਉਸਦਾ ਪਤੀ ਬੰਤੇ ਨਾਲ ਕਈ ਵਾਰ ਲੜਾਈ ਹੋ ਜਾਂਦੀ ਹੈ। ਬਿਮਾਰੀ ਦੀ ਸ਼ਿਕਾਰ ਤਾਰੋ ਜਦ ਵਿਆਹੀ ਆਈ ਸੀ ਤਾਂ ਉਹ ਬਹੁਤ ਸੁੰਦਰ ਤੇ ਤੰਦਰੁਸਤ ਸੀ, ਪਰੰਤੂ ਫੁੰਮਨ ਦੇ ਜਨਮ ਤੋਂ ਬਾਅਦ ਉਹ ਬਿਮਾਰ ਰਹਿਣ ਲੱਗ ਪਈ। ਬੰਤੇ ਨੂੰ ਉਸਦੀ ਸਿਹਤ ਦੀ ਬਹੁਤ ਚਿੰਤਾ ਰਹਿੰਦੀ ਹੈ, ਇਸ ਲਈ ਉਹ ਆਪਣੇ ਲਈ ਘਿਓ ਲਿਆਉਣ ਲਈ ਤਾਰੋ ਲਈ ਟੀਕੇ ਅਤੇ ਦਵਾਈਆਂ ਲਿਆਉਣਾ ਚਾਹੁੰਦਾ ਹੈ। ਮਾਨਸਿਕ ਤੌਰ ਤੇ ਦੁਖੀ ਔਰਤ ਤਾਰੋ ਬੰਤੇ ਦੀ ਗੱਲਾਂ ਨੂੰ ਮਨ ਤੇ ਲਾ ਲੈਂਦੀ ਹੈ। ਇੱਕ ਵਾਰ ਜਦੋਂ ਬੰਤੇ ਨੇ ਉਸ ਦੇ 2 ਤੱਫੇ ਮਾਰ ਦਿੱਤੇ ਸਨ, ਉਸ ਦਿਨ ਤੋਂ ਬਾਅਦ ਉਸ ਤਾਰੋ ਨੂੰ ਕਦੇ ਮਨ ਤੋਂ ਖੁਸ਼ ਨਹੀਂ ਵੇਖਿਆ। ਤਾਰੋ ਦੀ ਸੱਸ ਨੇ ਤਾਰੋ ਦਾ ਸਮਾਨ ਆਪਣੀ ਧੀਆਂ ਨੂੰ ਦਾਜ ਵਿੱਚ ਦੇ ਦਿੱਤਾ, ਜਿਸ ਕਰਕੇ ਉਹ ਮਾਨਸਿਕ ਤੌਰ ਤੇ ਦੁਖੀ ਹੈ। ਫੁੰਮਨ ਦਾ ਪਾਤਰ ਚਿਤਰਨ ਜਾਣ ਪਛਾਣ ਫੁੰਮਨ ਇੱਕ ਹੋਰ ਨਵਾਂ ਸਾਲ ਨਾਵਲ ਦੀ ਇੱਕ ਗੌਣ ਪਾਤਰ ਹੈ। ਉਹ ਨਾਵਲ ਦੇ ਨਾਇਕ ਬੰਤੇ ਦਾ ਪੁੱਤਰ ਹੈ। ਉਸ ਦੀ ਮਾਂ ਦਾ ਨਾਂ ਤਾਰੋ ਹੈ। ਫੁੰਮਨ 2 ਭੈਣਾਂ ਦਾ ਇਕੱਲਾ ਭਰਾ ਹੈ। ਉਹ 3ਜੀ ਜਮਾਤ ਵਿੱਚ ਪੜ੍ਹਦਾ ਹੈ। ਮਾਂ ਬਾਪ ਦੀ ਆਸਾਂ ਦਾ ਕੇਂਦਰ ਫੁੰਮਨ ਆਪਣੇ ਮਾਂ ਬਾਪ ਦੇ ਆਸਾਂ ਦੇ ਕੇਂਦਰ ਹੈ। ਬੰਤੇ ਨੂੰ ਫੁੰਮਨ ਤੋਂ ਬਹੁਤ ਉਮੀਦਾਂ ਹਨ। ਬੰਤਾ ਸੋਚਦਾ ਹੈ ਕਿ ਫੁੰਮਨ ਪੜ੍ਹ ਲਿਖ ਕੇ ਇੱਕ ਵੱਡਾ ਅਫਸਰ ਬਣੇਗਾ, ਜੋ ਉਹਨਾਂ ਦੇ ਘਰ ਦੀ ਸਾਰੀ ਗਰੀਬੀ ਨੂੰ ਦੂਰ ਕਰ ਦੇਵੇਗਾ। ਪੜ੍ਹਨ ਦਾ ਸ਼ੌਕੀਨ ਫੁੰਮਨ ਨੂੰ ਪੜ੍ਹਨ ਵਿੱਚ ਬਹੁਤ ਰੁਚੀ ਹੈ। ਬੰਤਾ ਇਹੀ ਸੋਚਦਾ ਹੈ ਕਿ ਫੁੰਮਨ ਪੜ੍ਹ ਲਿਖ ਕੇ ਇੱਕ ਵੱਡਾ ਅਫਸਰ ਬਣ ਜਾਵੇਗਾ। ਜਦ ਬੰਤਾ ਦੁਪਹਿਰ ਵੇਲੇ ਰਿਕਸ਼ਾ ਲੈ ਕੇ ਘਰ ਆਉਂਦਾ ਹੈ ਤਾਂ ਫੁੰਮਨ ਉਸ ਨੂੰ ਆਪਣਾ ਦੇਸ਼ ਪਾਠ ਪੜ੍ਹਾਉਣ ਲਈ ਕਹਿੰਦਾ ਹੈ ਅਤੇ ਉਸਦੇ ਅਰਥ ਵੀ ਪੁੱਛਦਾ ਹੈ। ਜਿਗਿਆਸੂ ਰੁਚੀਆਂ ਵਾਲਾ ਫੁੰਮਨ ਇੱਕ ਜਿਗਿਆਸੂ ਲੜਕਾ ਹੈ। ਜਦ ਉਹ ਬੰਤੇ ਤੋਂ ਆਪਣਾ ਦੇਸ਼ ਪਾਠ ਵਿੱਚ ਆਏ ਸ਼ਬਦਾਂ ਦੇ ਅਰਥ ਪੁੱਛਦਾ ਹੈ ਤਾਂ ਉਸਦੀ ਜਿਗਿਆਸੂ ਰੁਚੀ ਦਾ ਪਤਾ ਲੱਗਦਾ ਹੈ। ਕਈ ਵਾਰ ਬੰਤੇ ਨੂੰ ਵੀ ਉਸਦੇ ਸਵਾਲਾਂ ਦੇ ਜਵਾਬ ਨਹੀਂ ਆਉਂਦੇ। ਹਾਜ਼ਰ ਜਵਾਬ ਫੁੰਮਨ ਬਹੁਤ ਹਾਜ਼ਰ ਜਵਾਬ ਹੈ। ਉਹ ਬੰਤੇ ਨੂੰ ਉਸਦੇ ਗੱਲਾਂ ਦੇ ਤੁਰੰਤ ਜਵਾਬ ਦਿੰਦਾ ਹੈ। ਬੰਤਾ ਜਦ ਉਸ ਨੂੰ ਗੱਲਾਂ ਵਿੱਚ ਲਾ ਕੇ ਬਾਤ ਸੁਣਾਉਣ ਤੋਂ ਟਲਦਾ ਹੈ ਤਾਂ ਫੁੰਮਨ ਉਸਦੀਆਂ ਗੱਲਾਂ ਵਿੱਚ ਨਹੀਂ ਆਉਂਦਾ ਤੇ ਹੋਰ ਸਵਾਲ ਪਾ ਲੈਂਦਾ ਹੈ। ਬਾਤਾਂ ਸੁਣਨ ਦਾ ਸ਼ੌਕੀਨ ਫੁੰਮਨ ਨੂੰ ਬਾਤਾਂ ਸੁਣਨ ਦਾ ਸ਼ੌਕੀਨ ਹੈ। ਉਹ ਬੰਤੇ ਤੋਂ ਬਾਤਾਂ ਸੁਣਨ ਲਈ ਦੇਰ ਰਾਤ ਤੱਕ ਜਾਗਦਾ ਰਹਿੰਦਾ ਹੈ। ਮਾਪਿਆਂ ਦਾ ਪਿਆਰਾ ਪੁੱਤਰ ਫੁੰਮਨ ਆਪਣੇ ਮਾਪਿਆਂ ਦਾ ਪਿਆਰਾ ਪੁੱਤਰ ਹੈ। ਉਹ 2 ਭੈਣਾਂ ਦਾ ਇਕੱਲਾ ਭਰਾ ਹੈ। ਤਾਰੋ ਅਤੇ ਬੰਤਾ ਉਸ ਨੂੰ ਬਹੁਤ ਪਿਆਰ ਕਰਦੇ ਹਨ। ਬੰਤਾ ਉਸ ਨੂੰ ਆਪਣੇ ਰਿਕਸ਼ੇ 'ਤੇ ਬਿਠਾ ਕੇ ਸੈਰ ਕਰਵਾਉਂਦਾ ਹੈ। ਉਸ ਨੂੰ ਇੱਕ ਵੱਡਾ ਅਫਸਰ ਬਣਾਉਣਾ ਚਾਹੁੰਦਾ ਹੈ। ਮਾਪਿਆਂ ਨੂੰ ਪਿਆਰ ਕਰਨ ਵਾਲਾ ਫੁੰਮਨ ਵੀ ਆਪਣੇ ਮਾਪਿਆਂ ਨੂੰ ਬਹੁਤ ਪਿਆਰ ਕਰਦਾ ਹੈ। ਜਦੋਂ ਇੱਕ ਵਾਰੀ ਬੰਤਾ ਉਸ ਦੀ ਮਾਂ ਤਾਰੋ ਨੂੰ ਮਾਰਨ ਲੱਗਦਾ ਹੈ ਤਾਂ ਉਹ ਰੋਣ ਲੱਗ ਜਾਂਦਾ ਹੈ। ਜਦ ਬੰਤਾ ਦੁਪਹਿਰ ਵੇਲੇ ਰਿਕਸ਼ਾ ਲੈ ਕੇ ਘਰ ਆਉਂਦਾ ਹੈ ਤਾਂ ਉਹ ਭੱਜ ਕੇ ਗੇਟ ਖੋਲ੍ਹਦਾ ਹੈ। ਦਿਆਲੇ ਦਾ ਪਾਤਰ ਚਿਤਰਨ ਜਾਣ ਪਛਾਣ ਦਿਆਲਾ ਇੱਕ ਹੋਰ ਨਵਾਂ ਸਾਲ ਨਾਵਲ ਦਾ ਇੱਕ ਗੌਣ ਪਾਤਰ ਹੈ। ਉਹ ਬੰਤੇ ਦਾ ਦੋਸਤ ਹੈ। ਉਹ ਵਿਆਹਿਆ ਹੋਇਆ ਸੀ, ਪਰ ਉਸਦੀ ਪਤਨੀ ਰੁੱਸ ਕੇ ਪੇਕੇ ਗਈ ਹੋਈ ਹੈ। ਪਤਨੀ ਨਾਲ ਬੁਰਾ ਸਲੂਕ ਕਰਨ ਵਾਲਾ ਦਿਆਲਾ ਆਪਣੀ ਪਤਨੀ ਨਾਲ ਬੁਰਾ ਸਲੂਕ ਕਰ ਰਿਹਾ ਹੈ, ਜਿਸ ਕਾਰਨ ਉਸਦੀ ਪਤਨੀ ਰੁੱਸ ਕੇ ਪੇਕੇ ਗਈ ਹੋਈ ਹੈ। ਇਕੱਲਾ ਰਹਿ ਕੇ ਖੁਸ਼ ਦਿਆਲਾ ਇਕੱਲਾ ਰਹਿ ਕੇ ਖੁਸ਼ ਹੈ। ਜਦੋਂ ਬੰਦਾ ਪੁੱਛਦਾ ਹੈ ਕਿ ਉਹ ਆਪਣੀ ਪਤਨੀ ਨੂੰ ਪੇਕਿਆਂ ਤੋਂ ਕਦੋਂ ਲੈ ਕੇ ਆਵੇਗਾ ਤਾਂ ਉਹ ਆਪਣੇ ਵਧੀਆ ਦਿਨ ਲੰਘਣ ਬਾਰੇ ਕਹਿੰਦਾ ਹੈ। ਅਸੰਵੇਦਨਸ਼ੀਲ ਵਿਅਕਤੀ ਉਹ ਆਪਣੀ ਪਤਨੀ ਨੂੰ ਕੁੱਟਣ ਮਗਰੋਂ ਬੰਤੇ ਵਾਂਗ ਬੇਚੈਨ ਨਹੀਂ ਹੁੰਦਾ। ਉਹ ਬੰਤੇ ਨੂੰ ਤਾਰੋ ਦੇ ਤੱਫੇ ਮਾਰਨ ਪਿੱਛੋਂ ਬੇਚੈਨ ਤੇ ਉਦਾਸ ਹੋਇਆ ਦੇਖ ਕੇ ਕਹਿੰਦਾ ਹੈ, ਛੱਡ ਪਰਾਂ ਇਹਨਾਂ ਗੱਲਾਂ, ਆਪਾਂ ਨਹੀਂ ਕਦੀ ਸੋਚਿਆ ਇਹਨਾਂ ਗੱਲਾਂ ਬਾਰੇ। ਉਸ ਦੇ ਅਸੰਵੇਦਨਸ਼ੀਲ ਹੋਣ ਦਾ ਕਾਰਨ ਇਹ ਹੈ ਕਿ ਉਹ ਸਮਝਦਾ ਹੈ ਜਿਹੜੀ ਭੁੱਖ-ਨੰਗ ਕਾਰਨ ਉਸਦੀ ਪਤਨੀ ਨਾਲ ਝਗੜਾ ਹੁੰਦਾ ਹੈ, ਉਹ ਪੂਰੀ ਮਿਹਨਤ ਕਰਕੇ ਵੀ ਉਸ ਨੂੰ ਦੂਰ ਕਰਨ ਤੋਂ ਅਸਮਰਥ ਹੈ। ਹੱਕਾਂ ਲਈ ਸੰਘਰਸ਼ ਕਰਨ ਦਾ ਚਾਹਵਾਨ ਉਹ ਬੰਤੇ ਨੂੰ ਕਹਿੰਦਾ ਹੈ ਕਿ ਉਹਨਾਂ ਨੂੰ ਆਪਣੀਆਂ ਰੋਟੀਆਂ, ਕੱਪੜੇ ਦੀ ਲੋੜਾਂ ਪੂਰੀਆਂ ਕਰਨ ਲਈ ਕਿਰਾਏ ਦਾ ਵਾਧਾ ਕਰਨਾ ਚਾਹੀਦਾ ਹੈ। ਇਸ ਮੰਤਵ ਲਈ ਸਾਰੇ ਯੂਨੀਅਨਾਂ ਨੂੰ ਇੱਕ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਇੱਕ ਚੰਗਾ ਦੋਸਤ ਉਹ ਬੰਤੇ ਦਾ ਚੰਗਾ ਦੋਸਤ ਹੈ। ਜਦੋਂ ਰਾਤ ਨੂੰ ਠੰਡ ਵਿੱਚ ਬੰਤਾ ਉਸ ਕੋਲ ਆਇਆ ਤਾਂ ਉਹ
ਬੰਤੇ ਨੂੰ ਚਾਹ ਪਿਲਾਉਣ ਮਗਰੋਂ ਉਸ ਦੀਆਂ ਦਿਲ ਦੀਆਂ ਗੱਲਾਂ ਕਰਨ ਮਗਰੋਂ ਉਸਨੂੰ ਆਪਣੇ ਰਿਕਸ਼ੇ ਤੇ ਵਾਪਸ ਬਿਠਾ ਕੇ ਘਰ ਛੱਡ ਕੇ ਆਉਂਦਾ ਹੈ। ਰੋਮਾਂਟਿਕ ਰੁਚੀਆਂ ਵਾਲਾ ਦਿਆਲਾ ਬੰਤੇ ਵਾਂਗ ਹੀ ਰੋਮਾਂਟਿਕ ਰੁਚੀਆਂ ਵਾਲਾ ਹੈ। ਉਸਨੂੰ ਪ੍ਰੋਫੈਸਰ ਨੂੰ ਆਪਣੇ ਰਿਕਸ਼ੇ ਵਿੱਚ ਚੜਾ ਕੇ ਇੱਧਰ ਉੱਧਰ ਲਿਜਾਂਦਿਆਂ ਬਹੁਤ ਖੁਸ਼ੀ ਮਿਲਦੀ ਹੈ। ਇੰਸਪੈਕਟਰ ਦਾ ਪਾਤਰ ਚਿੱਤਰਨ ਜਾਣ ਪਛਾਣ ਇੰਸਪੈਕਟਰ ਇੱਕ ਹੋਰ ਨਵਾਂ ਸਾਲ ਦਾ ਇੱਕ ਗੌਂਡ ਪਾਤਰ ਹੈ। ਉਹ ਪੁਲਿਸ ਦਾ ਇੰਸਪੈਕਟਰ ਹੈ ਤੇ ਰਾਤ ਵੇਲੇ ਸ਼ਰਾਬੀ ਹਾਲਤ ਵਿੱਚ ਬੰਤੇ ਦੇ ਰਿਕਸ਼ੇ ਉੱਤੇ ਸਵਾਰ ਹੁੰਦਾ ਹੈ। ਪੁਲਿਸ ਅਫਸਰ ਵਾਲਾ ਹੰਕਾਰ ਉਸ ਵਿੱਚ ਪੁਲਿਸ ਅਫਸਰ ਵਾਲਾ ਹੰਕਾਰ ਹੈ। ਉਹ ਬੰਤੇ ਨੂੰ ਕਹਿੰਦਾ ਹੈ, ਮੈਂ ਕੋਈ ਮਾਮੂਲੀ ਆਦਮੀ ਨਹੀਂ ਹਾਂ, ਇੰਸਪੈਕਟਰ ਹਾਂ ਵੱਡਾ। ਜਦੋਂ ਬੰਤਾ ਕਹਿੰਦਾ ਹੈ ਕਿ ਰਿਕਸ਼ੇ ਵਿੱਚ ਬੈਠ ਜਾਓ ਜੀ, ਤਾਂ ਉਹ ਕਹਿੰਦਾ ਹੈ, ਬੈਠ ਜਾਓ ਦਿਆ ਪੁੱਤਰਾ, ਬਾਂਹ ਫੜ ਕੇ ਬਿਠਾਲ। ਸ਼ਰਾਬ ਪੀਣ ਦਾ ਸ਼ੌਕੀਨ ਇੰਸਪੈਕਟਰ ਬੰਤੇ ਦੇ ਰਿਕਸ਼ੇ ਵਿੱਚ ਬੈਠਣ ਤੋਂ ਪਹਿਲਾਂ ਹੀ ਖੂਬ ਸ਼ਰਾਬੀ ਸੀ ਤੇ ਰਿਕਸ਼ੇ ਵਿੱਚ ਬੈਠਣ ਨਾਲ ਵੀ ਸ਼ਰਾਬ ਪੀ ਰਿਹਾ ਸੀ। ਜਦੋਂ ਉਹ ਬੋਤਲ ਵਿੱਚੋਂ ਸ਼ਰਾਬ ਦਾ ਘੁੱਟ ਭਰਦਾ ਹੈ ਤਾਂ ਸ਼ਰਾਬ ਉਸਦੇ ਕੱਪੜਿਆਂ ਉੱਤੇ ਡੁੱਲ ਰਹੀ ਹੈ, ਜਿਸ ਬਾਰੇ ਉਸਨੂੰ ਕੋਈ ਸੂਰਤ ਨਹੀਂ ਹੈ। ਸ਼ਰਾਬ ਕਾਰਨ ਸੁੱਧ ਬੁੱਧ ਗੁਆ ਲੈਣ ਵਾਲਾ ਸ਼ਰਾਬੀ ਹਾਲਤ ਵਿੱਚ ਬੰਤੇ ਦੇ ਰਿਕਸ਼ੇ ਉੱਤੇ ਬੈਠਿਆ ਉਸਦੀ ਪੱਗ ਢਿੱਲੀ ਸੀ ਤੇ ਉਹ ਡਿੱਗੂ ਕਰ ਰਹੀ ਸੀ। ਉਹ ਪਿਸ਼ਾਬ ਕਰਨ ਲਈ ਰਿਕਸ਼ੇ ਵਿੱਚੋਂ ਉਤਰ ਕੇ ਬੰਤੇ ਨੂੰ ਕਹਿੰਦਾ ਹੈ ਕਿ ਉਹ ਉਸਨੂੰ ਫੜ ਕੇ ਖੜਾ ਹੋ ਜਾਵੇ। ਫਿਰ ਜਦੋਂ ਉਸ ਤੋਂ ਆਪਣੀ ਪੈਂਟ ਦੇ ਬਟਨ ਬੰਦ ਨਹੀਂ ਹੁੰਦੇ ਤਾਂ ਬੰਤੇ ਦੇ ਕਹਿਣ ਤੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਖੁੱਲ੍ਹੇ ਰਹਿਣ ਦਿੰਦਾ ਹੈ। ਰਿਸ਼ਵਤਖੋਰ ਤੇ ਬਦਲੇਖੋਰ ਉਸਨੂੰ ਗੁੱਸਾ ਹੈ ਕਿ ਕਾਰਖਾਨੇ ਵਾਲੇ ਨੇ ਉਸਨੂੰ 5 ਕਹਿ ਕੇ 300 ਦੇ ਕੇ ਧੋਖਾ ਕੀਤਾ ਹੈ। ਉਹ ਉਸਨੂੰ ਸਿੱਧਾ ਕਰਨ ਦੀ ਧਮਕੀ ਦਿੰਦਾ ਹੈ। ਸਥਿਤੀ ਅਨੁਸਾਰ ਬਦਲ ਜਾਣ ਵਾਲਾ ਜਦੋਂ ਬੰਤਾ ਉਸਦੇ ਹੈਂਕੜ ਭਰੇ ਰਵੱਈਏ ਤੋਂ ਖਿਝ ਕੇ ਉਸਨੂੰ ਰਾਹ ਵਿੱਚ ਰਿਕਸ਼ੇ ਵਿੱਚੋਂ ਉਤਾਰਨ ਲਈ ਕਹਿੰਦਾ ਹੈ ਤਾਂ ਉਸਦਾ ਰਵੱਈਆ ਇੱਕਦਮ ਬਦਲ ਜਾਂਦਾ ਹੈ ਤੇ ਉਸਨੂੰ ਕਹਿੰਦਾ ਹੈ, ਵੀਰ ਮੇਰੇ ਗੁੱਸਾ ਨਹੀਂ ਕਰੀਦਾ, ਆ ਲੈ ਫੜ, ਤੂੰ ਵੀ ਕੁੱਟ ਤੇ ਧੱਕੇ ਨਾਲ ਉਸਦੇ ਮੂੰਹ ਵਿੱਚ ਬੋਤਲ ਪਾ ਦਿੰਦਾ ਹੈ। ਪ੍ਰਸ਼ਨ 8ਵਾਂ ਇਕਾਂਗੀ ਦੇ ਵਾਰਤਾਲਾਪ। ਨਹੀਂ, ਤੂੰ ਭੁਲੇਖੇ ਵਿੱਚ ਰਿਹਾ ਏ। ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜਾਂ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ। ਸਿੱਖ, ਮਰਾਠੇ, ਰਾਜਪੂਤ, ਸੰਤ, ਸਿੱਧ, ਸ਼ੀਆ, ਸੂਫੀ, ਕੁੱਲ ਹਿੰਦੂ ਜਾਤੀ ਤੇਰੀ ਹਕੂਮਤ ਤੋਂ ਦੁਖੀ ਹੈ। ਇਹ ਵਾਰਤਾਲਾਪ ਕਿਹੜੀ ਇਕਾਂਗੀ ਦਾ ਹੈ? ਜ਼ਫ਼ਰਨਾਮਾ। ਇਸ ਇਕਾਂਗੀ ਦਾ ਲੇਖਕ ਕੌਣ ਹੈ? ਡਾਕਟਰ ਹਰਚਰਨ ਸਿੰਘ। ਇਹ ਸ਼ਬਦ ਕਿਸਨੇ ਕਿਸਨੂੰ ਕਹੇ? ਆਵਾਜ਼ ਨੇ ਔਰੰਗਜ਼ੇਬ ਨੂੰ। ਰਾਜਾਂ ਦੀਆਂ ਨੀਹਾਂ ਕਿਵੇਂ ਪੱਕੀਆਂ ਹੁੰਦੀਆਂ ਹਨ? ਲੋਕਾਂ ਦੇ ਦਿਲ ਜਿੱਤਣ ਨਾਲ। ਅਸ਼ੋਕ ਤੇ ਅਕਬਰ ਨੇ ਆਪਣੇ ਰਾਜਾਂ ਦੀਆਂ ਨੀਹਾਂ ਕਿਵੇਂ ਪੱਕੀਆਂ ਕੀਤੀਆਂ? ਲੋਕਾਂ ਦੇ ਦਿਲ ਜਿੱਤ ਕੇ। ਅੰਗਰੇਜ਼ਾਂ ਦੀ ਹਕੂਮਤ ਤੋਂ ਦੁਖੀ ਕਿਹੜੇ ਲੋਕਾਂ ਦਾ ਜ਼ਿਕਰ ਕੀਤਾ ਹੈ? ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸ਼ੀਆ, ਸੂਫੀ, ਕੁੱਲ ਹਿੰਦੂ ਜਾਤੀ। ਦੂਸਰਾ ਵਾਰਤਾਲਾਪ। ਮੇਰਾ ਵੀ ਇਹੋ ਖਿਆਲ ਹੈ। ਖਾਸ ਕਾਸ਼ਦ ਨੂੰ ਭੇਜ ਕੇ ਗੁਰੂ ਨੂੰ ਸੁਲਾਹ ਸਫਾਈ ਲਈ ਇੱਥੇ ਬੁਲਾਉਂਦਾ ਹਾਂ। ਉਹਨਾਂ ਦੀ ਹਿਫਾਜ਼ਤ ਕਰਨ ਦੀ ਖਾਤਰ ਖਵਾ ਇੰਤਜ਼ਾਮ ਕਰਦਾ ਹਾਂ। ਜਾਓ, ਮੀਰ ਮੁਨਸ਼ੀ ਔਰ ਦਇਆ ਸਿੰਘ ਨੂੰ ਦਰਬਾਰੇ ਖਾਸ ਵਿੱਚ ਹਾਜ਼ਰ ਕਰੋ। ਮੈਂ ਜਲਦੀ ਤਿਆਰ ਹੋ ਕੇ ਆਉਂਦਾ ਹਾਂ। ਇਹ ਵਾਰਤਾਲਾਪ ਕਿਹੜੀ ਇਕਾਂਗੀ ਦਾ ਹੈ? ਜ਼ਫ਼ਰਨਾਮਾ। ਇਕਾਂਗੀ ਦਾ ਲੇਖਕ ਕੌਣ ਹੈ? ਡਾਕਟਰ ਹਰਚਰਨ ਸਿੰਘ। ਇਹ ਸ਼ਬਦ ਕੌਣ ਕਿਸ ਨੂੰ ਆਖਦਾ ਹੈ? ਔਰੰਗਜ਼ੇਬ ਆਪਣੇ ਆਲਾ ਅਹਿਲਕਾਰ ਅਜ਼ਦ ਖਾਂ ਨੂੰ। ਔਰੰਗਜ਼ੇਬ ਕਾਸਦ ਨੂੰ ਕਿਹੜਾ ਕੰਮ ਕਰਨ ਲਈ ਬੁਲਾਉਂਦਾ ਹੈ? ਗੁਰੂ ਜੀ ਕੋਲ ਸੁਲਾਹ ਸਫਾਈ ਲਈ ਸੁਨੇਹਾ ਭੇਜਣ ਲਈ। ਦਰਬਾਰੇ ਖਾਸ ਵਿੱਚ ਕਿਹਨਾਂ ਲੋਕਾਂ ਨੂੰ ਹਾਜ਼ਰ ਹੋਣ ਲਈ ਕਿਹਾ ਜਾਂਦਾ ਹੈ? ਭਾਈ ਦਇਆ ਸਿੰਘ ਤੇ ਪੀਰ ਮੁਨਸ਼ੀ ਨੂੰ। ਤੀਸਰੀ ਵਾਰਤਾਲਾਪ। ਬੇਸ਼ੱਕ ਮੈਂ ਉਸਦੇ ਬਾਪ ਤੇਗ ਬਹਾਦਰ ਦੇ ਕਤਲ ਦਾ ਹੁਕਮ ਦਿੱਤਾ ਸੀ, ਮਗਰ ਉਹ ਮੁਲਕੀ ਮਾਮਲਾ ਸੀ, ਪਰ ਵਜ਼ੀਰ ਖਾਨ ਨੇ ਮੇਰਾ ਨਾਂ ਬਦਨਾਮ ਕੀਤਾ ਹੈ ਔਰ ਇਸਲਾਮ ਦੀ ਤੋਹੀਨ ਕੀਤੀ ਹੈ। ਦੱਸ ਉਸ ਨੂੰ ਕਿਆ ਸਜ਼ਾ ਦਿੱਤੀ ਜਾਵੇ? ਇਹ ਵਾਰਤਾਲਾਪ ਕਿਹੜੀ ਇਕਾਂਗੀ ਦਾ ਹੈ? ਜ਼ਫ਼ਰਨਾਮਾ। ਇਸ ਇਕਾਂਗੀ ਦਾ ਲੇਖਕ ਕੌਣ ਹੈ? ਡਾਕਟਰ ਹਰਚਰਨ ਸਿੰਘ। ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਹੈ? ਔਰੰਗਜ਼ੇਬ ਆਪਣੇ ਆਲਾ ਅਹਿਲਕਾਰ ਅਜ਼ਦ ਖਾਂ ਨੂੰ। ਇਹਨਾਂ ਸਤਰਾਂ ਵਿੱਚ ਸ਼ਬਦ ਉਸਦੇ ਬਾਪ ਕਿਸ ਦੀ ਸ਼ਖਸੀਅਤ ਵੱਲ ਇਸ਼ਾਰਾ ਕਰਦੇ ਹਨ? ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੱਲ।
ਵਜ਼ੀਰ ਖਾਨ ਨੇ ਔਰੰਗਜ਼ੇਬ ਦਾ ਨਾਂ ਕਿਵੇਂ ਬਦਨਾਮ ਕੀਤਾ ਹੈ? ਕੁਰਾਨ ਸ਼ਰੀਫ ਦੀਆਂ ਝੂਠੀਆਂ ਕਸਮਾਂ ਖਾ ਕੇ। ਅਗਲੀ ਵਾਰਤਾਲਾਪ, ਸ਼ਾਹੀ ਮਹਿਲ ਵਿੱਚ ਨਾਚ। ਕਿਆ ਇਹਨਾਂ ਨੇ ਮੈਨੂੰ ਮੋਇਆ ਖਿਆਲ ਕਰ ਲਿਆ ਏ? ਬੰਦ ਕਰੋ ਇਹ ਨਾਚ ਔਰ ਸਾਜ਼। ਇਹ ਵਾਰਤਾਲਾਪ ਕਿਹੜੀ ਇਕਾਂਗੀ ਦਾ ਹੈ? ਜ਼ਫਰਨਾਮਾ। ਇਸ ਇਕਾਂਗੀ ਦਾ ਲੇਖਕ ਕੌਣ ਹੈ? ਡਾਕਟਰ ਹਰਚਰਨ ਸਿੰਘ। ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਹੈ? ਔਰੰਗਜ਼ੇਬ ਆਪਣੇ ਆਪ ਨੂੰ। ਸ਼ਾਹੀ ਮਹਿਲ ਵਿੱਚ ਨਾਚ ਦੇ ਖਿਲਾਫ ਕੌਣ ਸੀ? ਔਰੰਗਜ਼ੇਬ। ਪੰਜਵੀਂ ਵਾਰਤਾਲਾਪ, ਬੁੱਢੇ ਬਾਦਸ਼ਾਹ ਭੁੱਲ ਗਿਆ ਏ? ਤੂੰ ਵੀ ਆਪਣੇ ਬਾਪ ਸ਼ਾਹਜਹਾਂ ਦੀ ਮੌਤ ਤੇ ਇੰਤਜ਼ਾਰ ਨਹੀਂ ਸੀ ਕੀਤੀ। ਇਹ ਵਾਰਤਾਲਾਪ ਕਿਹੜੀ ਇਕਾਂਗੀ ਦਾ ਹੈ? ਜ਼ਫਰਨਾਮਾ। ਇਕਾਂਗੀ ਦਾ ਲੇਖਕ ਕੌਣ ਹੈ? ਡਾਕਟਰ ਹਰਚਰਨ ਸਿੰਘ। ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਹੈ? ਆਵਾਜ਼ ਨੇ ਔਰੰਗਜ਼ੇਬ ਨੂੰ। ਕਿਸ ਨੇ ਕਿਸ ਦੀ ਮੌਤ ਦੀ ਉਡੀਕ ਨਹੀਂ ਸੀ ਕੀਤੀ? ਔਰੰਗਜ਼ੇਬ ਨੇ ਆਪਣੇ ਬਾਪ ਸ਼ਾਹਜਹਾਂ ਦੀ। ਛੇਵੀਂ ਵਾਰਤਾਲਾਪ, ਮੇਰਾ ਤਾਂ ਕੋਈ ਜੀ ਨਹੀਂ ਕਰਦਾ। ਤੁਸੀਂ ਆਪਣੇ ਪੁੱਤਰ ਦੇ ਦੂਜੇ ਵਿਆਹ ਦੇ ਡਰਾਵੇ ਦਿੰਦੇ ਰਹਿੰਦੇ ਹੋ, ਪਰ ਮਾਂ ਜੀ ਮੈਂ ਮਗਰੋਂ ਨਹੀਂ ਲੈਣ ਵਾਲੀ ਐਡੀ ਸੌਖੀ। ਤੁਸੀਂ ਕਰੋ ਸਹੀ ਆਪਣੇ ਪੁੱਤਰ ਦਾ ਦੂਜਾ ਵਿਆਹ, ਮੈਂ ਤੁਹਾਡੇ ਦਰ 'ਤੇ ਸ਼ਹੀਦ ਹੋ ਕੇ ਨਾ ਮਰ ਜਾਵਾਂ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਹ ਸ਼ਬਦ ਮਨਜੀਤ ਨੇ ਆਪਣੀ ਸੱਸ ਨਿਹਾਲ ਕੌਰ ਨੂੰ ਕਹੇ। ਮਨਜੀਤ ਕੌਰ ਦੀ ਸੱਸ ਉਸ ਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਰਹਿੰਦੀ ਹੈ? ਆਪਣੇ ਪੁੱਤਰ ਸੁਖਦੇਵ ਦਾ ਦੂਜਾ ਵਿਆਹ ਕਰਨ ਦਾ। ਸੱਸ ਵੱਲੋਂ ਦਿੱਤੇ ਡਰਾਵੇ ਦੇ ਸਬੰਧ ਵਿੱਚ ਮਨਜੀਤ ਕੀ ਆਖਦੀ ਹੈ? ਮਨਜੀਤ ਆਪਣੀ ਸੱਸ ਦੇ ਦਰ 'ਤੇ ਸ਼ਹੀਦ ਹੋ ਕੇ ਮਰ ਜਾਣ ਦਾ ਕਹਿੰਦੀ ਹੈ। ਸੱਤਵੀਂ ਵਾਰਤਾਲਾਪ, ਜਦੋਂ ਬਾਪੂ ਜੀ ਸਿਪਾਹੀ ਵਿੱਚ ਭਰਤੀ ਹੋਏ ਤਾਂ ਉਹਨਾਂ ਦਾ ਵਿਆਹ ਹੋਇਆ ਸੀ। ਸਰਦਾਰ ਬਣਨ ਵੇਲੇ ਤੱਕ ਇੱਕ ਮੁੰਡਾ ਤੇ ਇੱਕ ਕੁੜੀ ਸੀ। ਮੈਂ ਤੇ ਮੇਰੀ ਭੈਣ ਜੀ ਹੀ ਪੈਦਾ ਹੋਏ ਤੇ ਬਾਪੂ ਜੀ ਨੇ ਸ਼ਾਇਦ ਫੌਜੀ ਨੁਕਤੇ ਤੋਂ ਐਨੀ ਕੋਈ ਸੰਤਾਨ ਨੂੰ ਕਾਫੀ ਨਾ ਸਮਝਿਆ ਤੇ ਦੂਜਾ ਵਿਆਹ ਕਰਵਾ ਲਿਆ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਸੁਖਦੇਵ ਨੇ ਆਪਣੀ ਪਤਨੀ ਮਨਜੀਤ ਨੂੰ। ਬਾਪੂ ਜੀ ਦੇ ਸਰਦਾਰ ਬਣਨ ਤੇ ਪਰਿਵਾਰ ਵਿੱਚ ਕੀ ਵਾਧਾ ਹੋਇਆ? ਪਰਿਵਾਰ ਵਿੱਚ ਇੱਕ ਕੁੜੀ ਤੇ ਮੁੰਡੇ ਦਾ ਜਨਮ ਹੋਇਆ। ਬਾਪੂ ਜੀ ਦੇ ਦੂਜੇ ਵਿਆਹ ਕਰਵਾਉਣ ਪਿੱਛੋਂ ਉਹਨਾਂ ਦੀ ਕਿਹੜੀ ਸੋਚ ਕੰਮ ਕਰਦੀ ਸੀ? ਫੌਜੀ ਨੁਕਤੇ ਤੋਂ ਦੋ ਬੱਚਿਆਂ ਨੂੰ ਉਹ ਘੱਟ ਸਮਝਦੇ ਸਨ। ਅਗਲੀ ਵਾਰਤਾਲਾਪ, ਦੁਖੀ ਤਾਂ ਹੈ ਪਰ ਗੱਲ ਕੀ ਹੈ? ਦੁਖੀ ਦਾ ਸਾਨੂੰ ਪਤਾ ਹੀ ਹੈ। ਜਗੀਰਦਾਰਾਂ ਦੇ ਘਰ ਧੀ ਨੂੰ ਵਿਆਹ ਕੇ ਤੂੰ ਸੁੱਖ ਦੀ ਆਸ ਰੱਖੀ ਹੋਣੀ ਹੈ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਗੁਰਦੀਪ ਸਿੰਘ ਨੇ ਆਪਣੀ ਪਤਨੀ ਨਿਹਾਲ ਕੌਰ ਨੂੰ। ਗੁਰਦੀਪ ਸਿੰਘ ਨੂੰ ਕਿਸ ਗੱਲ ਦਾ ਪਤਾ ਹੈ? ਇਹ ਕਿ ਉਸ ਦੀ ਧੀ ਸਹੁਰੇ ਘਰ ਸੁਖੀ ਨਹੀਂ ਹੈ। ਗੁਰਦੀਪ ਸਿੰਘ ਅਨੁਸਾਰ ਉਸ ਦੀ ਧੀ ਦੇ ਦੁਖੀ ਹੋਣ ਦਾ ਕਾਰਨ ਕੀ ਹੈ? ਆਪਣੀ ਧੀ ਦਾ ਜ਼ਗੀਰਦਾਰਾਂ ਦੇ ਘਰ ਵਿਆਹ ਕਰਨਾ। ਨੌਵਾਂ ਵਾਰਤਾਲਾਪ, ਨੀ ਬਹੂ ਮੈਨੂੰ ਮਾਫ਼ ਕਰੀ, ਮੈਂ ਤੇਰੇ ਨਾਲ ਜਿਹੜੀਆਂ ਦੂਜੇ ਵਿਆਹ ਦੀਆਂ ਗੱਲਾਂ ਕੀਤੀਆਂ ਨੇ ਮੈਂ ਭੁੱਲੀ। ਮੈਂ ਆਪ ਇਸ ਦੂਜੇ ਵਿਆਹ ਦਾ ਬਥੇਰਾ ਦੁੱਖ ਭੋਗ ਚੁੱਕੀ ਹਾਂ। ਮੇਰੀ ਧੀ ਤੇ ਇਹ ਹੋਣੀ ਕਿਹੜੇ ਪਾਪਾਂ ਦਾ ਫਲ ਹੋ ਕੇ ਬੀਤਦੀ ਹੈ। ਜਿਹੜੇ ਬਹੂ ਮੈਂ ਤੈਨੂੰ ਬੋਲ ਕਬੋਲ ਕਹੇ ਨੇ ਉਹਨਾਂ ਬੋਲਾਂ ਦੀ ਮੈਂ ਤੇਰੇ ਤੋਂ ਵਾਹਿਗੁਰੂ ਤੋਂ ਮਾਫ਼ੀ ਮੰਗਦੀ ਹਾਂ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਹ ਸ਼ਬਦ ਨਿਹਾਲ ਕੌਰ ਨੇ ਆਪਣੀ ਨੂੰਹ ਮਨਜੀਤ ਨੂੰ ਕਹੇ। ਨਿਹਾਲ ਕੌਰ ਆਪਣੀ ਨੂੰਹ ਤੋਂ ਕਿਉਂ ਮਾਫ਼ੀ ਮੰਗਦੀ ਹੈ? ਨਿਹਾਲ ਕੌਰ ਮਨਜੀਤ ਨੂੰ ਬੋਲ ਕਬੂਲਾਂ ਲਈ ਮਾਫ਼ੀ ਮੰਗਦੀ ਹੈ। ਨਿਹਾਲ ਕੌਰ ਆਪਣੀ ਧੀ ਦੀ ਕਿਹੜੀ ਹੋਣੀ ਦੀ ਗੱਲ ਕਰਦੀ ਹੈ? ਨਿਹਾਲ ਕੌਰ ਆਪਣੇ ਜਵਾਈ ਦੁਆਰਾ ਦੂਜਾ ਵਿਆਹ ਕਰਵਾਉਣ ਦੀ ਗੱਲ ਨੂੰ ਧੀ ਲਈ ਹੋਣੀ ਕਹਿੰਦੀ ਹੈ। ਪ੍ਰਸ਼ਨ 9ਵਾਂ, ਨਾਵਲ ਦੇ ਵਾਰਤਾਲਾਪ। ਲੋੜ ਪਊ ਸ਼ਾਮ ਨੂੰ ਕਿਸੇ ਵੇਲੇ ਪਾਣ ਖੁਣੋਂ ਸਵਾਰੀ ਨਹੀਂ ਮਿਲਦੀ। ਪ੍ਰਸੰਗ, ਇਹ ਵਾਰਤਾਲਾਪ ਨਿਰੰਜਨ ਤਸਨੀਮ ਦੇ ਲਿਖੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਦੁਪਹਿਰ ਭਾਗ ਵਿੱਚੋਂ ਲਿਆ ਗਿਆ ਹੈ। ਇਹ ਸ਼ਬਦ ਤਾਰੋ ਨੇ ਬੰਤੇ ਨੂੰ ਉਸ ਸਮੇਂ ਕਹੇ ਜਦੋਂ ਦੁਪਹਿਰ ਵੇਲੇ ਘਰ ਆਰਾਮ ਕਰਨ ਲਈ ਆਉਂਦਾ ਹੈ ਤੇ ਆਪਣੇ ਬੋਝੇ ਵਿੱਚੋਂ ਪੈਸੇ ਕੱਢ ਕੇ ਤਾਰੋ ਨੂੰ ਦਿੰਦਾ ਹੈ। ਵਿਆਖਿਆ, ਤਾਰੋ ਬੰਤੇ ਨੂੰ ਕਹਿੰਦੀ ਹੈ ਉਸ ਨੂੰ ਪਾਣ ਵਾਲੇ ਪੈਸੇ ਆਪਣੇ ਕੋਲ ਰੱਖਣੇ ਚਾਹੀਦੇ ਹਨ ਕਿਉਂਕਿ ਸ਼ਾਮ ਦੇ ਸਮੇਂ ਉਸ ਨੂੰ ਪਾਣ ਦੀ ਲੋੜ ਪੈ ਸਕਦੀ ਹੈ। ਕਈ ਵਾਰੀ ਕੋਲ ਪਾਣ ਨਾ ਹੋਣ ਕਰਕੇ ਸਵਾਰੀ ਨਹੀਂ ਮਿਲਦੀ। ਲੋਕ ਰਾਜ ਦਾ ਮਤਲਬ ਲੋਕਾਂ ਦਾ ਰਾਜ, ਜਿਸ ਤਰ੍ਹਾਂ ਕਿ ਸਾਡਾ ਮੁਲਕ ਵਿੱਚ ਹੈ। ਲੋਕ ਹੀ ਰਾਜ ਕਰਦੇ ਆ, ਰਾਜੇ ਮਹਾਰਾਜੇ ਨਹੀਂ। ਪ੍ਰਸੰਗ, ਇਹ ਵਾਰਤਾਲਾਪ ਨਿਰੰਜਨ ਤਸਨੀਮ ਦੇ ਲਿਖੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਦੁਪਹਿਰ ਭਾਗ ਵਿੱਚੋਂ ਲਿਆ ਗਿਆ ਹੈ।
ਇਹ ਸ਼ਬਦ ਬੰਤੇ ਨੇ ਆਪਣੇ ਪੁੱਤਰ ਫੁੰਮਣ ਨੂੰ ਉਸ ਸਮੇਂ ਕਹੇ ਜਦੋਂ ਉਹ ਪੜ੍ਹਾਉਂਦੇ ਸਮੇਂ ਫੁੰਮਣ ਲੋਕ ਰਾਜ ਦਾ ਅਰਥ ਪੁੱਛਦਾ ਹੈ। ਵਿਆਖਿਆ। ਬੰਤਾ ਦੱਸਦਾ ਹੈ ਕਿ ਲੋਕ ਰਾਜ ਦਾ ਮਤਲਬ ਹੈ ਉਹ ਰਾਜ ਜੋ ਲੋਕਾਂ ਦੇ ਹੱਥ ਵਿੱਚ ਹੋਵੇ, ਭਾਵ ਲੋਕ ਵੋਟਾਂ ਨਾਲ ਸਰਕਾਰ ਚੁਣਦੇ ਹਨ। ਸਾਡੇ ਦੇਸ਼ ਭਾਰਤ ਵਿੱਚ ਵੀ ਅਜਿਹਾ ਹੈ, ਕਿਉਂਕਿ ਇੱਥੇ ਦੇ ਲੋਕ ਦੇ ਚੁਣੇ ਹੋਏ ਨੁਮਾਇੰਦੇ ਦੀ ਸਰਕਾਰ ਹੈ, ਰਾਜੇ ਮਹਾਰਾਜਿਆਂ ਦੀ ਨਹੀਂ। ਹਾਂਜੀ, ਅਗਲੀ ਵਾਰਤਾਲਾਪ। ਸਾਰੀ 35 ਲਿਖ ਲੈਂਦੀ ਏ ਤੇ ਦੂਣੀ ਤੀਣੀ ਦਾ ਪਹਾੜਾ ਵੀ ਯਾਦ ਕਰ ਲਿਆ ਸੂ। ਪ੍ਰਸੰਗ। ਇਹ ਵਾਰਤਾਲਾਪ ਨਿਰੰਜਨ ਤਸਨੀਮ ਦੇ ਲਿਖੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਦੁਪਹਿਰ ਭਾਗ ਵਿੱਚੋਂ ਲਿਆ ਗਿਆ ਹੈ। ਇਹ ਸ਼ਬਦ ਬੰਤੇ ਦੀ ਮਾਮੀ ਨੇ ਬੰਤੇ ਨੂੰ ਉਦੋਂ ਕਹੇ ਜਦੋਂ ਆਪਣੀ ਭਤੀਜੀ ਤਾਰੋ ਦੀ ਪੜ੍ਹਾਈ ਬਾਰੇ ਦੱਸਦੀ ਹੈ, ਜੋ ਮਗਰੋਂ ਬੰਤੇ ਦੀ ਪਤਨੀ ਬਣਦੀ ਹੈ। ਵਿਆਖਿਆ। ਬੰਤੇ ਦੀ ਮਾਮੀ ਉਸਨੂੰ ਦੱਸਦੀ ਹੈ ਕਿ ਉਸਦੀ ਭਤੀਜੀ ਤਾਰੋ ਵੀ ਪੜ੍ਹਦੀ ਹੈ ਤੇ ਹੁਣ ਤੱਕ ਉਸਨੇ ਗੁਰਮੁਖੀ ਦੀ ਸਾਰੀ 35 ਸਿੱਖ ਲਈ ਹੈ। ਉਸਨੇ ਦੂਣੀ ਤੀਣੀ ਦਾ ਪਹਾੜਾ ਵੀ ਯਾਦ ਕਰ ਲਿਆ ਹੈ। ਹੌਲੀ ਚਲਾਵੇ ਰਿਕਸ਼ਾ ਬੰਤਿਆ, ਤੈਨੂੰ ਦਿੰਦਾ ਨਹੀਂ ਕੁੜੀ ਦੀ ਹਾਲਤ ਤਾਂ ਵੇਖ ਲੈ। ਪ੍ਰਸੰਗ। ਇਹ ਵਾਰਤਾਲਾਪ ਨਿਰੰਜਨ ਤਸਨੀਮ ਦੇ ਲਿਖੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਦੁਪਹਿਰ ਭਾਗ ਵਿੱਚੋਂ ਲਿਆ ਗਿਆ ਹੈ। ਇਹ ਸ਼ਬਦ ਬੰਤੇ ਦੀ ਮਾਂ ਉਸ ਸਮੇਂ ਕਹਿੰਦੀ ਹੈ ਜਦੋਂ ਉਹ ਆਪਣੀ ਮਾਂ ਤੇ ਪਤਨੀ ਨੂੰ ਗੁਰਦੁਆਰਾ ਛੇਹਰਟਾ ਸਾਹਿਬ ਲੈ ਕੇ ਜਾ ਰਿਹਾ ਸੀ। ਬੰਤੇ ਦੀ ਮਾਂ ਕਹਿੰਦੀ ਹੈ ਉਸਨੇ ਬੰਤੇ ਨੂੰ ਬਹੁਤ ਵਾਰ ਰਿਕਸ਼ਾ ਹੌਲੀ ਚਲਾਉਣ ਲਈ ਕਿਹਾ ਹੈ, ਕਿਉਂਕਿ ਉਸਦੇ ਰਿਕਸ਼ਾ ਤੇਜ਼ ਚਲਾਉਣ ਕਾਰਨ ਰਿਕਸ਼ੇ ਵਿੱਚ ਬੈਠੀ ਤਾਰੋ ਕਾਫੀ ਘਬਰਾਈ ਹੋਈ ਹੈ। ਅਗਲੀ ਵਾਰਤਾਲਾਪ। ਨਾ ਕੋਈ ਚੰਗਾ ਲੀੜਾ ਹੈ ਮੇਰੇ ਕੋਲ, ਨਾ ਬੱਚਿਆਂ ਕੋਲ, ਫਿਰ ਕਿਰਾਇਆ ਲੱਗੂ ਆਉਣ ਜਾਣ ਦਾ, ਉੱਥੇ ਵੀ ਲੋੜ ਪਊ ਕੁਝ। ਪ੍ਰਸੰਗ। ਇਹ ਸ਼ਬਦ ਨਿਰੰਜਨ ਤਸਨੀਮ ਦੇ ਲਿਖੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਦੁਪਹਿਰ ਭਾਗ ਵਿੱਚ ਤਾਰੋ ਨੇ ਬੰਤੇ ਨੂੰ ਉਸ ਸਮੇਂ ਕਹੇ ਜਦੋਂ ਉਸਦੇ ਭਰਾ ਦੇ ਘਰ ਜੱਸੀ ਦੇ ਵਿਆਹ ਰੱਖੇ ਜਾਣ ਦਾ ਉਸਨੂੰ ਕਾਰਡ ਮਿਲਿਆ ਸੀ। ਇਸ ਬਾਰੇ ਦੱਸਦਿਆਂ ਉਸਨੇ ਬੰਤੇ ਨੂੰ ਘਰ ਦੀ ਤੰਗੀ ਕਾਰਨ ਆਪਣਾ ਇਹ ਨਿਰਣਾ ਦੱਸਿਆ ਕਿ ਉਸਨੇ ਵਿਆਹ ਨਹੀਂ ਜਾਣਾ। ਵਿਆਖਿਆ। ਤਾਰੋ ਨੇ ਕਿਹਾ ਕਿ ਉਸ ਕੋਲ ਤੇ ਬੱਚਿਆਂ ਕੋਲ ਵਿਆਹ ਤੇ ਜਾਣ ਲਈ ਕੋਈ ਚੰਗਾ ਲੀੜਾ ਨਹੀਂ ਹੈ, ਇਸ ਲਈ ਵੀ ਪੈਸੇ ਚਾਹੀਦੇ ਹਨ ਤੇ ਆਉਣ ਜਾਣ ਦਾ ਕਿਰਾਇਆ ਵੀ ਲੱਗੇਗਾ, ਉੱਥੇ ਵੀ ਕੁਝ ਦੇਣਾ ਪਵੇਗਾ, ਪਰ ਉਹਨਾਂ ਕੋਲ ਪੈਸੇ ਤੰਗੇ ਹੋਣ ਕਾਰਨ ਉਹ ਵਿਆਹ ਤੇ ਨਹੀਂ ਜਾਣਾ ਚਾਹੁੰਦੀ। ਅਗਲੀ ਵਾਰਤਾਲਾਪ। ਕਦੋਂ ਲਿਆਏਗਾ ਭਰਜਾਈ ਨੂੰ, ਖਾਸਾ ਚਿਰ ਹੋ ਗਿਆ ਹੁਣ ਤਾਂ। ਇਹ ਸ਼ਬਦ ਨਿਰੰਜਨ ਤਸਨੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਦੁਪਹਿਰ ਭਾਗ ਵਿੱਚ ਲਏ ਗਏ ਹਨ। ਬੰਤੇ ਨੇ ਦਿਆਲੇ ਨੂੰ ਇਹ ਸ਼ਬਦ ਉਦੋਂ ਕਹੇ ਜਦੋਂ ਪਾਰੋ ਨਾਲ ਝਗੜੇ ਮਗਰੋਂ ਉਹ ਆਪਣੀ ਘਰੋਂ ਨਿਕਲ ਕੇ ਉਸਦੇ ਘਰ ਜਾਂਦਾ ਹੈ। ਵਿਆਖਿਆ। ਬੰਤੇ ਨੂੰ ਪਤਾ ਸੀ ਕਿ ਉਸ ਦੇ ਘਰ ਦੀ ਤੰਗੀ ਤੇ ਦਿਆਲੇ ਦੀ ਮਾਰ ਕੁੱਟ ਕਾਰਨ ਉਸਦੀ ਪਤਨੀ ਪੇਕੇ ਗਈ ਹੋਈ ਹੈ। ਉਹ ਉਸ ਨੂੰ ਪੁੱਛਦਾ ਹੈ ਕਿ ਹੁਣ ਤਾਂ ਉਸਦੀ ਪਤਨੀ ਨੂੰ ਪੇਕੇ ਗਿਆ ਬਹੁਤ ਚਿਰ ਹੋ ਗਿਆ, ਉਸ ਨੂੰ ਕਦੋਂ ਘਰ ਲੈ ਕੇ ਆਵੇਗਾ। ਉੱਚ ਦਿਆਲਾ ਜੇ ਸਾਡੀ ਯੂਨੀਅਨਾਂ ਇੱਕ ਹੋ ਜਾਣ ਤਾਂ ਰੋਗ ਨਾ ਹੱਥ ਲੱਗ ਜਾਏ ਗਲੋ। ਪ੍ਰਸੰਗ। ਇਹ ਸ਼ਬਦ ਨਿਰੰਜਨ ਤਸਨੀਮ ਦੇ ਲਿਖੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਦੁਪਹਿਰ ਭਾਗ ਵਿੱਚ ਬੰਤੇ ਨੇ ਦਿਆਲਿਆਂ ਨੂੰ ਉਦੋਂ ਕਹੇ ਜਦੋਂ ਉਹ ਆਪਣੇ ਘਰ ਦੀ ਤੰਗੀ ਦੂਰ ਕਰਨ ਲਈ ਆਪਣੇ ਰਿਕਸ਼ਾ ਦੇ ਕਿਰਾਏ ਵਧਾਉਣ ਦੀ ਗੱਲ ਕਰਦੇ ਹਨ। ਬੰਤਾ ਆਪਣੇ ਮਿੱਤਰ ਦਿਆਲੇ ਨੂੰ ਕਹਿੰਦਾ ਹੈ ਜੇਕਰ ਆਪਣੀਆਂ ਯੂਨੀਅਨਾਂ ਇੱਕ ਹੋ ਜਾਣ ਤਾਂ ਸਭ ਰਿਕਸ਼ਿਆਂ ਦੇ ਕਿਰਾਏ ਇੱਕ ਹੋ ਜਾਣਗੇ, ਸਭ ਵੱਲੋਂ ਆਪਣੀ ਆਪਣੀ ਮਰਜ਼ੀ ਤੇ ਕਿਰਾਏ ਲੈਣ ਦੀ ਬਿਮਾਰੀ ਖਤਮ ਹੋ ਜਾਵੇਗੀ। ਅਗਲੀ ਵਾਰਤਾਲਾਪ। ਕਿਸੇ ਚੱਜ ਦੀ ਥਾਂ ਤੇ ਬੈਠ ਕੇ ਬੰਦਾ ਸੁਣਾਏ ਹੀਰ, ਤੁਰੇ ਤੁਰੇ ਜਾਂਦਿਆਂ ਤਾਂ ਹਿੱਕ ਨਹੀਂ ਨਿਕਲਦੀ ਚੰਗੀ ਤਰ੍ਹਾਂ। ਪ੍ਰਸੰਗ। ਇਹ ਸ਼ਬਦ ਨਿਰੰਜਨ ਤਸਨੀਮ ਦੇ ਲਿਖੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਦੁਪਹਿਰ ਭਾਗ ਵਿੱਚ ਬੰਤੇ ਨੇ ਦਿਆਲੇ ਨੂੰ ਉਸ ਸਮੇਂ ਕਹੇ ਜਦੋਂ ਦਿਆਲਾ ਬੰਤੇ ਨੂੰ ਰਿਕਸ਼ਾ ਉੱਤੇ ਬਿਠਾ ਕੇ ਉਸਦੇ ਘਰ ਛੱਡਣ ਲਈ ਜਾਂਦਾ ਹੋਇਆ ਗੁਣ ਗਾਉਂਦਾ ਹੈ। ਵਿਆਖਿਆ। ਬੰਤਾ ਕਹਿੰਦਾ ਹੈ ਕਿ ਹੀਰ ਕਿਸੇ ਇੱਕ ਥਾਂ 'ਚ ਬੈਠ ਕੇ ਸੁਣਾਈ ਜਾਂਦੀ ਹੈ, ਤੁਰੇ ਜਾਂਦੇ ਬੰਦੇ ਦੀ ਗੱਲ ਵਿੱਚੋਂ ਸਹੀ ਹਿੱਕ ਨਹੀਂ ਨਿਕਲਦੀ, ਇਸ ਕਰਕੇ ਰਿਕਸ਼ਾ ਚਲਾਉਂਦਿਆਂ ਉਹ ਨਹੀਂ ਗਾ ਸਕਦਾ। ਅਗਲੀ ਵਾਰਤਾਲਾਪ। ਇਹਨਾਂ ਨੂੰ ਵੀ ਸੈਰ ਕਰਾ ਦੇ, ਇਹ ਕੋਈ ਮਤਰਈਆ ਤਾਂ ਨਹੀਂ। ਇਹ ਸ਼ਬਦ
ਪ੍ਰਸੰਗ ਇਹ ਸ਼ਬਦ ਨਿਰੰਜਨ ਤਸਨੀਮ ਦੇ ਨਾਵਲ ਲਿਖੋ ਨਵਾਂ ਸਾਲ ਦੇ ਦੁਪਹਿਰ ਭਾਗ ਵਿੱਚ ਤਾਰੋ ਨੇ ਬੰਤੇ ਨੂੰ ਉਦੋਂ ਕਹੇ ਜਦੋਂ ਉਹ ਦੁਪਹਿਰ ਵਿੱਚੋਂ ਘਰੋਂ ਰਿਕਸ਼ਾ ਲੈ ਕੇ ਜਾਣ ਸਮੇਂ ਫੁੰਮਣ ਨੂੰ ਰਿਕਸ਼ੇ ਉੱਤੇ ਬਿਠਾ ਕੇ ਉਸਨੂੰ ਸੈਰ ਕਰਾਉਣ ਜਾਂਦਾ ਹੈ। ਵਿਆਖਿਆ ਤਾਰੋ ਨੇ ਬੰਤੇ ਨੂੰ ਕਿਹਾ ਕਿ ਉਹ ਇਕੱਲੇ ਫੁੰਮਣ ਨੂੰ ਹੀ ਸੈਰ ਕਰਵਾਉਣ ਲਈ ਕਿਉਂ ਲਿਜਾ ਰਿਹਾ ਹੈ, ਉਹ ਕੁੜੀਆਂ ਨੂੰ ਵੀ ਨਾਲ ਲੈ ਜਾਵੇ ਕਿਉਂਕਿ ਉਹ ਵੀ ਉਸਦੀ ਆਪਣੀ ਹੀ ਧੀਆਂ ਹਨ। 10ਵੀਂ ਵਾਰਤਾਲਾਪ ਰੋਣਾ ਤਾਂ ਇਹ ਹੈ ਕਿ ਫਿਰ ਵੀ ਪੂਰੀ ਨਹੀਂ ਪੈਂਦੀ, ਹੱਡ ਟੁੱਟ ਜਾਂਦੇ ਆ ਰਾਤ ਤੀਕ ਪਰ ਢਿੱਡ ਭਰਨ ਜੋਗੇ ਪੈਸੇ ਨਹੀਂ ਬਣਦੇ। ਇਹ ਸ਼ਬਦ ਨਿਰੰਜਨ ਤਸਨੀਮ ਦੇ ਲਿਖੇ ਨਾਵਲ ਲਿਖੋ ਨਵਾਂ ਸਾਲ ਦੇ ਸ਼ਾਮ ਭਾਗ ਵਿੱਚ ਦਿਆਲਾ ਬੰਤੇ ਨੂੰ ਉਦੋਂ ਕਹਿੰਦਾ ਹੈ ਜਦੋਂ ਬੰਤੇ ਨਾਲ ਆਪਣੀ ਗਰੀਬੀ ਨਾਲ ਭਰੇ ਜੀਵਨ ਦੀ ਗੱਲ ਕਰਦਾ ਹੈ ਤੇ ਬੰਤਾ ਉਸਨੂੰ ਕਹਿੰਦਾ ਹੈ ਕਿ ਮਿਹਨਤ ਕਰਨ ਨਾਲ ਉਹਨਾਂ ਨੂੰ ਖਾਣ ਨੂੰ ਮਿਲੇਗਾ। ਵਿਆਖਿਆ ਬੰਤੇ ਦੀ ਗੱਲ ਸੁਣ ਕੇ ਦਿਆਲਾ ਕਹਿੰਦਾ ਹੈ ਕਿ ਇਸ ਗੱਲ ਦਾ ਦੁੱਖ ਹੈ ਕਿ ਮਿਹਨਤ ਤਾਂ ਉਹ ਬਹੁਤ ਕਰਦੇ ਹਨ, ਦੇਰ ਤੱਕ ਰਿਕਸ਼ਾ ਚਲਾਉਂਦੇ ਹਨ, ਉਹਨਾਂ ਦੇ ਹੱਡ ਪੈਰ ਟੁੱਟ ਜਾਂਦੇ ਹਨ ਪਰੰਤੂ ਉਹਨਾਂ ਨੂੰ ਆਪਣੇ ਟੱਬਰ ਦਾ ਢਿੱਡ ਭਰਨ ਜੋਗੇ ਪੈਸੇ ਨਹੀਂ ਕਮਾ ਪਾਉਂਦੇ। ਉਹਨਾਂ ਦੇ ਘਰ ਵਿੱਚ ਹਮੇਸ਼ਾ ਪੈਸੇ ਦੀ ਤੰਗੀ ਰਹਿੰਦੀ ਹੈ। 11ਵੀਂ ਵਾਰਤਾਲਾਪ ਸਾਨੂੰ ਪਿੰਡਾਂ ਵਾਲਿਆਂ ਨੂੰ ਤਾਂ ਕੁਝ ਸਮਝਦੇ ਹੀ ਨਹੀਂ, ਇੱਕ ਤਾਂ ਮੁੱਛਦੇ ਐ ਸਾਡੇ ਆਰਗਿਆਂ ਨੂੰ, ਦੂਜਾ ਟਿਚਰਾ ਕਰਦੇ ਐ। ਪ੍ਰਸੰਗ ਇਹ ਸ਼ਬਦ ਨਿਰੰਜਨ ਤਸਨੀਮ ਦੇ ਨਾਵਲ ਲਿਖੋ ਨਵਾਂ ਸਾਲ ਦੇ ਸ਼ਾਮ ਭਾਗ ਵਿੱਚ ਅੱਖਾਂ ਦੇ ਹਸਪਤਾਲ ਵਿੱਚ ਆਪਣੀ ਪਤਨੀ ਦੀ ਦੇਖਭਾਲ ਲਈ ਜਾਣ ਸਮੇਂ ਬੰਤੇ ਦੇ ਰਿਕਸ਼ੇ ਵਿੱਚ ਬੈਠੇ ਇੱਕ ਬਜ਼ੁਰਗ ਦੁਆਰਾ ਕਹੇ ਗਏ। ਉਹ ਕਹਿੰਦਾ ਹੈ ਕਿ ਹਸਪਤਾਲ ਦਾ ਡਾਕਟਰ ਵਧੀਆ ਹੈ ਪਰ ਉੱਪਰਲੇ ਕੰਮ ਕਰਨ ਵਾਲੇ ਲੋਕ ਰਿਸ਼ਵਤ ਖੋਰ ਹਨ। ਵਿਆਖਿਆ ਬਜ਼ੁਰਗ ਨੇ ਕਿਹਾ ਕਿ ਹਸਪਤਾਲ ਵਿੱਚ ਉੱਪਰਲੇ ਕੰਮ ਕਰਨ ਵਾਲੇ ਲੋਕ ਉਹਨਾਂ ਨੂੰ ਕੁਝ ਨਹੀਂ ਸਮਝਦੇ, ਉਹ ਸਾਡੋਂ ਪੈਸੇ ਵੀ ਲੈਂਦੇ ਹਨ ਨਾਲੇ ਮਖੌਲ ਕਰਦੇ ਹਨ, ਉਹਨਾਂ ਦਾ ਸਿਰਫ ਅਮੀਰ ਲੋਕਾਂ ਦੀ ਹੀ ਪਰਵਾਹ ਕਰਦੇ ਹਨ। ਅਗਲੀ ਵਾਰਤਾਲਾਪ ਖੇਡਿਆ ਮੱਲਿਆ ਕਰ ਨਾ ਬੱਚਿਆਂ ਨਾਲ, ਤੂੰ ਤਾਂ ਉਹਨਾਂ ਨੂੰ ਬੁਲਾਉਂਦੀ ਹੀ ਨਹੀਂ। ਇਹ ਸ਼ਬਦ ਨਿਰੰਜਨ ਤਸਨੀਮ ਦੇ ਨਾਵਲ ਲਿਖੋ ਨਵਾਂ ਸਾਲ ਦੇ ਸ਼ਾਮ ਭਾਗ ਵਿੱਚ ਕੁਸਮ ਦੇ ਵੱਡੀ ਉਮਰ ਦੇ ਬਾਪ ਨੇ ਆਪਣੀ ਛੋਟੀ ਉਮਰ ਦੀ ਪਤਨੀ ਨੂੰ ਉਸ ਸਮੇਂ ਕਹੇ ਜਦੋਂ ਉਹ ਕਹਿੰਦੀ ਹੈ ਉਸ ਨੂੰ ਚੰਗੇ ਕੱਪੜੇ ਪਹਿਨਣੇ ਵਧੀਆ ਨਹੀਂ ਲੱਗਦੇ ਤੇ ਉਸਦੀ ਭੁੱਖ ਵੀ ਨਹੀਂ ਲੱਗਦੀ। ਵਿਆਖਿਆ ਵੱਡੀ ਉਮਰ ਦਾ ਪਤੀ ਆਪਣੀ ਜਵਾਨ ਪਤਨੀ ਨੂੰ ਕਹਿੰਦਾ ਹੈ ਕਿ ਉਹ ਉਸਦੇ ਬੱਚੇ ਨਾਲ ਹੱਸ ਖੇਡ ਕੇ ਖੁਸ਼ ਰਿਹਾ ਕਰੇ ਪਰ ਉਹ ਦੇਖਦਾ ਹੈ ਕਿ ਉਹ ਤਾਂ ਉਹਨਾਂ ਨੂੰ ਬੁਲਾਉਂਦੀ ਵੀ ਨਹੀਂ। अगली वार्तालाप पहले भेजता था अब बर्फ पड़ गया है, सब रास्ते बंद, गर्मियों में जाएगा अपने घर पैसा लेकर। प्रसंग ਇਹ ਸ਼ਬਦ ਨਿਰੰਜਨ ਤਸਨੀਮ ਦੇ ਨਾਵਲ ਲਿਖੋ ਨਵਾਂ ਸਾਲ ਦੇ ਸ਼ਾਮ ਭਾਗ ਵਿੱਚ ਇੱਕ ਕਸ਼ਮੀਰੀ ਆਦਮੀ ਨੇ ਬੰਤੇ ਨੂੰ ਉਦੋਂ ਕਹੇ ਜਦੋਂ ਉਹ ਉਸ ਕੋਲ ਬਲਦੇ ਮੁੱਢ ਕੋਲ ਅੱਗ ਸੇਕਣ ਲਈ ਬੈਠਾ ਉਸ ਨਾਲ ਗੱਲਾਂ ਕਰਦਿਆਂ ਪੁੱਛਦਾ ਹੈ ਕਿ ਉਹ ਅੱਜ ਕੱਲ੍ਹ ਆਪਣੇ ਘਰ ਪੈਸੇ ਭੇਜਦਾ ਹੈ। ਵਿਆਖਿਆ ਕਸ਼ਮੀਰੀ ਆਦਮੀ ਬੰਤੇ ਨੂੰ ਦੱਸਦਾ ਹੈ ਕਿ ਉਹ ਅੱਜ ਕੱਲ੍ਹ ਘਰ ਪੈਸੇ ਨਹੀਂ ਭੇਜਦਾ ਕਿਉਂਕਿ ਉੱਧਰ ਬਰਫ਼ ਪੈ ਗਈ ਹੈ, ਸਾਰੇ ਰਸਤੇ ਬੰਦ ਹੋ ਗਏ ਹਨ, ਉਹ ਜਦੋਂ ਗਰਮੀਆਂ ਵਿੱਚ ਘਰੇ ਜਾਵੇਗਾ ਤਾਂ ਉਦੋਂ ਹੀ ਘਰ ਪੈਸੇ ਲੈ ਕੇ ਜਾਵੇਗਾ। 14ਵੀਂ ਵਾਰਤਾਲਾਪ ਸਾਡੇ ਕੋਲ ਵਹਿਲ ਕਿੱਥੇ ਬਾਤਾਂ ਸੁਣਨ ਦੀ, ਛੋਟੇ ਹੁੰਦਿਆਂ ਸੁਣਦੇ ਸੀ ਬੇਬੇ ਕੋਲੋਂ। ਇਹ ਪ੍ਰਸੰਗ ਇਹ ਸ਼ਬਦ ਨਿਰੰਜਨ ਤਸਨੀਮ ਦੇ ਨਾਵਲ ਲਿਖੋ ਨਵਾਂ ਸਾਲ ਦੇ ਸ਼ਾਮ ਭਾਗ ਵਿੱਚ ਬੰਤੇ ਨੇ ਉਸ ਸਮੇਂ ਕਹੇ ਜਦੋਂ ਇੱਕ ਬੰਦਾ ਬੰਦੇ ਦੇ ਰਿਕਸ਼ੇ ਉੱਤੇ ਬੈਠ ਕੇ ਉਸਨੂੰ ਪੁੱਛਦਾ ਹੈ ਕਿ ਉਹ ਕਹਾਣੀ ਸੁਣਾਏਗਾ ਤਾਂ ਬੰਤੇ ਨੇ ਉਸ ਨੂੰ ਇਹ ਸ਼ਬਦ ਕਹੇ ਸਨ। ਵਿਆਖਿਆ ਬੰਤੇ ਨੇ ਕਿਹਾ ਉਸ ਕੋਲ ਬਾਤਾਂ ਸੁਣਨ ਲਈ ਵਿਹਲਾ ਸਮਾਂ ਨਹੀਂ ਹੈ। ਉਹ ਇਹ ਵੀ ਦੱਸਦਾ ਹੈ ਕਿ ਉਹ ਕਦੇ ਛੋਟੇ ਹੁੰਦਾ ਆਪਣੀ ਬੇਬੇ ਕੋਲੋਂ ਬਾਤਾਂ ਸੁਣਦਾ ਹੁੰਦਾ ਸੀ। ਹਾਂਜੀ ਅਗਲਾ ਵਾਰਤਾਲਾਪ ਜਾਏਗਾ तो सही पर अभी नहीं, बहुत देर बाद साहिब दी गाड़ी छूट आएगी उन्हें। ਪ੍ਰਸੰਗ ਇਹ ਸ਼ਬਦ ਨਿਰੰਜਨ ਤਸਨੀਮ ਦੇ ਨਾਵਲ ਲਿਖੋ ਨਵਾਂ ਸਾਲ ਦੇ ਸ਼ਾਮ ਭਾਗ ਵਿੱਚ ਵਰਦੀ ਵਾਲੇ ਆਦਮੀ ਨੇ ਬੰਤੇ ਨੂੰ ਉਸ ਸਮੇਂ ਕਹੇ ਜਦੋਂ ਸੁਸ਼ਮਾ ਤੇ ਉਸਦਾ ਪਤੀ ਨੂੰ ਛਾਉਣੀ ਵਿਖੇ ਅਫਸਰ ਦੀ ਕੋਠੀ ਛੱਡਣ ਮਗਰੋਂ ਬਾਹਰ ਖੜੇ ਉਸ ਵਰਦੀ ਵਾਲੇ ਤੋਂ ਪੁੱਛਦਾ ਹੈ ਕਿ ਉਹ ਜਿਹਨਾਂ ਨੂੰ ਲਿਆਇਆ ਹੈ ਉਹ ਕਦੋਂ ਵਾਪਸ ਜਾਣਗੇ। ਵਿਆਖਿਆ ਵਰਦੀ ਵਾਲਾ ਆਦਮੀ
ਬੰਤੇ ਨੂੰ ਕਹਿੰਦਾ ਹੈ ਉਹ ਵਾਪਸ ਤਾਂ ਜਾਣਗੇ ਪਰ ਬਹੁਤ ਜਲਦੀ ਨਹੀਂ, ਥੋੜ੍ਹੀ ਦੇਰ ਬਾਅਦ। ਉਹ ਉਹਨਾਂ ਦੀ ਉਡੀਕ ਨਾ ਕਰੇ ਕਿਉਂਕਿ ਉਹਨਾਂ ਨੂੰ ਸਾਹਿਬ ਦੀ ਗੱਡੀ ਘਰ ਛੱਡ ਆਵੇਗੀ। ਅਗਲੀ ਵਾਰਤਾਲਾਪ। ਲੋਕਾਂ ਕੋਲ ਕਾਰਾਂ ਤਾਂ ਭਾਵੇਂ ਨਾ ਹੋਣ ਇੰਨੀਆਂ, ਪਰ ਇਹ ਰਿਕਸ਼ਾ ਤਾਂ ਮੁੱਕ ਜਾਏ ਇੱਕ ਵਾਰੀ। ਕੱਲ ਬੰਤਾ ਜਦੋਂ ਵੀ 2 ਜਣਿਆਂ ਨੂੰ ਖਿੱਚਦਾ ਤਾਂ ਜਾਨ ਬਾਹਰ ਆਉਣ ਨੂੰ ਕਰਦੀ ਹੈ। ਪ੍ਰਸੰਗ। ਇਹ ਸ਼ਬਦ ਨਿਰੰਜਨ ਤਸਨੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਸ਼ਾਮ ਭਾਗ ਵਿੱਚ ਦਿਨ ਭਰ ਰਿਕਸ਼ਾ ਚਲਾ ਕੇ ਰਾਤ ਨੂੰ ਘਰ ਆਏ ਬੰਤੇ ਨੇ ਆਪਣੀ ਪਤਨੀ ਤਾਰੋ ਨੂੰ ਕਹੇ। ਵਿਆਖਿਆ। ਬੰਤਾ ਕਹਿੰਦਾ ਹੈ ਕਿ ਉਹ ਚਾਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਕੋਲ ਕਾਰਾਂ ਬੇਸ਼ੱਕ ਨਾ ਹੋਣ, ਪਰ ਰਿਕਸ਼ੇ ਦਾ ਕੰਮ ਬੰਦ ਹੋ ਜਾਣਾ ਚਾਹੀਦਾ ਹੈ। ਜਦੋਂ ਇੱਕ ਬੰਦਾ 2 ਸਵਾਰੀਆਂ ਨੂੰ ਖਿੱਚਦਾ ਹੈ ਤਾਂ ਜ਼ੋਰ ਲੱਗਣ ਨਾਲ ਉਸਦੀ ਜਾਨ ਬਾਹਰ ਆਉਣ ਨੂੰ ਕਰਦੀ ਹੈ। ਆਖਰੀ ਵਾਰਤਾਲਾਪ। ਦੇ ਦਿਓ ਮੈਂ 25 ਰੁਪਏ, ਲੈਕ ਬਣਾਉਣਾ ਏ ਮੈਂ ਆਪਣੇ ਪੁੱਤਰ ਨੂੰ, ਰੋਜ਼ ਦਾ 1 ਰੁਪਈਆ ਦੇ ਆਇਆ ਕਰੂ ਸ਼ਾਮ ਨੂੰ, ਹੋਰ ਦੱਸ। ਪ੍ਰਸੰਗ। ਇਹ ਸ਼ਬਦ ਨਿਰੰਜਨ ਤਸਨੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਵਿੱਚ ਬੰਤੇ ਨੇ ਤਾਰੋ ਨੂੰ ਉਸ ਸਮੇਂ ਕਹੇ ਜਦੋਂ ਬੰਤਾ ਚਾਹੁੰਦਾ ਹੈ ਕਿ ਮਾਸਟਰਨੀ ਫੁੰਮਣ ਨੂੰ ਵੀ ਟਿਊਸ਼ਨ ਪੜ੍ਹਾ ਦਿਆ ਕਰੇ ਤੇ ਤਾਰੋ ਅੱਗੇ ਦੱਸਦੀ ਹੈ ਕਿ ਉਹ 25 ਰੁਪਏ ਲੈਂਦੀ ਹੈ। ਵਿਆਖਿਆ। ਬੰਤਾ ਆਪਣੀ ਪਤਨੀ ਤਾਰੋ ਨੂੰ ਕਹਿੰਦਾ ਹੈ ਉਹ ਆਪਣੇ ਪੁੱਤਰ ਨੂੰ ਪੜ੍ਹਾ ਲਿਖਾ ਕੇ ਲਾਇਕ ਬਣਾਉਣਾ ਚਾਹੁੰਦਾ ਹੈ, ਇਸ ਲਈ ਉਹ ਟਿਊਸ਼ਨ ਦੇ ਕੇ 25 ਰੁਪਏ ਮਹੀਨਾ ਵੀ ਦੇ ਦਿਆ ਕਰੇਗਾ। ਉਹ ਹਰ ਰੋਜ਼ 1 ਰੁਪਈਆ ਸ਼ਾਮ ਨੂੰ ਉਸਦੇ ਘਰ ਜਾ ਕੇ ਦੇ ਆਇਆ ਕਰੇਗਾ। ਹਾਂਜੀ, ਇਸੇ ਨਾਲ ਸਾਡੀ ਸਾਰੀ ਰਿਵੀਜ਼ਨ ਖਤਮ ਹੁੰਦੀ ਹੈ। ਥੈਂਕ ਯੂ ਫॉर वाचिंग माय वीडियो, लाइक एंड सब्सक्राइब। बाय बाय गाइस।